मीनाक्षी चौधरी द्वारा लिखी अरुण बाला द्वारा अनुवादित पुस्तक है कैंसर नाल मेरी जंग। पहला अंक। एक शानदार दिन 25 जुलाई 2008। जिंदगी ਦੇ ਹੋਰ ਚੰਗੇ ਦਿਨਾਂ ਦੀ ਤਰ੍ਹਾਂ ਅੱਜ ਦਾ ਦਿਨ ਵੀ ਵਧੀਆ ਗੁਜ਼ਰਿਆ। ਮੈਂ 18 ਕਿਲੋਮੀਟਰ ਸੈਰ ਕੀਤੀ, ਲਾਇਬ੍ਰੇਰੀ ਗਈ, ਸੁਧੀਰ ਕੱਕੜ ਦੁਆਰਾ ਲਿਖੀ ਸਮਾਜਿਕ ਮਨੋਵਿਗਿਆਨ ਵਿਸ਼ੇ ਤੇ ਇੱਕ ਹੋਰ ਕਿਤਾਬ ਪੜ੍ਹੀ। ਦੁਪਹਿਰ ਨੂੰ ਸ਼ਸ਼ੀਕਾਂਤ ਦੇ ਨਵੇਂ ਘਰ ਗਈ। ਘਰ ਬਦਲਣ 'ਚ ਥੋੜ੍ਹੀ ਮਦਦ ਕੀਤੀ। ਕੁਲੀਆਂ ਨੂੰ ਸਮਾਨ ਚੁੱਕਣ 'ਚ ਕੁਝ ਨਿਰਦੇਸ਼ ਦਿੱਤੇ। ਸ਼ਕਤੀ ਅਨਿਲ ਕਾਂਤ ਦੇ ਦੋਸਤ ਦੇ ਸਰ ਨਾਲ ਮਜ਼ੇ ਨਾਲ ਗੱਪਸ਼ਪ ਕੀਤੀ। ਫਿਰ ਰਾਕੇਸ਼ ਵੀ ਆ ਗਏ। ਸ਼ਕਤੀ ਸਕੂਲ ਕੈਂਟੀਨ ਤੋਂ ਬਹੁਤ ਵਧੀਆ ਤੇ ਸਿਰਫ 8 ਰੁਪਏ ਵਾਲੇ 버ਗਰ ਲੈ ਕੇ ਆਇਆ ਸੀ। ਉਹਨਾਂ ਦੇ ਨਾਲ ਹੀ ਅਸੀਂ ਸਾਦੇ ਤੇ ਮਿਰਚਾਂ ਵਾਲੇ ਅੰਕਲ ਚਿਪਸ, ਬ੍ਰਿਟਾਨੀਆ ਕੇਕ ਤੇ ਕੋਕ ਦਾ ਪੂਰਾ ਮਜ਼ਾ ਲਿਆ। ਅੱਜ ਦਾ ਦਿਨ ਸ਼ਸ਼ੀਕਾਂਤ ਲਈ ਵੀ ਖਾਸ ਹੈ। ਆਖਿਰ 8-10 ਸਾਲਾਂ ਬਾਅਦ ਉਹ ਦਿਨ ਆਇਆ ਹੈ ਜਦੋਂ ਉਹਨੇ ਜਾਖੂ ਪਹਾੜੀ ਤੇ ਬਣੇ ਕੋਲਡ ਸਟੋਰ ਵਰਗੇ ਅਜਿਹੇ ਘਰ ਤੋਂ ਸ਼ਿਫਟ ਕਰਨਾ ਹੈ ਜਿੱਥੇ ਸੂਰਜ ਦੇਵਤਾ ਦੇ ਕਦੀ ਦਰਸ਼ਨ ਹੀ ਨਹੀਂ ਹੁੰਦੇ ਸਨ। ਇਸ ਲਈ ਅੱਜ ਦਾ ਦਿਨ ਸਾਡੇ ਪੂਰੇ ਗਰੁੱਪ, ਅਨਿਲ ਕਾਂਤ, ਸ਼ੈਲੀ, ਸਰ ਤੇ ਬਾਕੀ ਸਭ ਲਈ ਬਹੁਤ ਉਤਸ਼ਾਹ ਵਾਲਾ ਦਿਨ ਸੀ। ਅਸੀਂ ਉਹਨੂੰ ਲੱਖਾਂ ਵਾਰੀ ਕਹਿ ਚੁੱਕੇ ਸੀ ਕਿ ਉਹ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਕਿਸੇ ਹੋਰ ਘਰ 'ਚ ਸ਼ਿਫਟ ਕਰ ਲਏ। ਇਸ ਸਮੇਂ ਦੌਰਾਨ ਉਹਦੀ ਪਤਨੀ ਰਿਚਾ ਨੂੰ ਅਕਸਰ ਬੁਖਾਰ ਰਹਿੰਦਾ। ਉਹਨੂੰ ਖੁਦ ਨੂੰ ਫਲੂ ਹੋ ਗਿਆ ਤੇ ਬੱਚਿਆਂ ਦੀ ਸਿਹਤ ਵੀ ਖਰਾਬ ਹੁੰਦੀ ਰਹੀ। ਉਹਦੇ ਘਰ 'ਚ ਜਾਂਦਿਆਂ ਹੀ ਸਾਨੂੰ ਸਭਨਾਂ ਨੂੰ ਲੱਗਦਾ ਕਿ ਘਰ ਦੀ ਆਬੋ ਹਵਾ ਸਿਹਤ ਲਈ ਚੰਗੀ ਨਹੀਂ। ਇਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ। ਰੱਬ ਜਾਣਦਾ ਹੈ ਕਿ ਇਸ ਖਤਰੇ ਤੋਂ ਬਾਹਰ ਆਉਣ ਤੱਕ ਉਹ ਕਿਹੋ ਜਿਹੇ ਨਰਕ 'ਚੋਂ ਲੰਘੇ ਸਨ। ਜ਼ਿੰਦਗੀ 'ਚ ਵੱਡੇ ਛੋਟੇ ਚਮਤਕਾਰ ਹੁੰਦੇ ਰਹਿੰਦੇ ਹਨ। ਛੋਟੇ ਚਮਤਕਾਰਾਂ ਵੱਲ ਤਾਂ ਸਾਡਾ ਧਿਆਨ ਹੀ ਨਹੀਂ ਜਾਂਦਾ, ਪਰ ਇਹ ਸੱਚਮੁੱਚ ਇੱਕ ਬਹੁਤ ਵੱਡਾ ਚਮਤਕਾਰ ਸੀ ਕਿ ਸ਼ਸ਼ੀਕਾਂਤ ਤੇ ਉਹਦੀ ਪਤਨੀ ਜਿਉਂਦੇ ਬਚ ਗਏ ਸੀ। ਉਹਨਾਂ ਦੀ ਕਾਰ ਪਹਾੜ ਤੋਂ 500 ਫੁੱਟ ਦੀ ਗਹਿਰਾਈ 'ਚ ਡਿੱਗੀ। ਜਦੋਂ ਇਸ ਪਰਿਵਾਰ ਨੂੰ ਹਸਪਤਾਲ ਲਿਆਂਦਾ ਗਿਆ ਤੇ ਰਿਚਾ ਤੇ ਉਹਨਾਂ ਦੀ 6 ਸਾਲ ਦੇ ਬੱਚੇ ਸਵਾਸਥਿਕ ਦਾ ਤਾਂ ਇੰਨਾ ਬੁਰਾ ਹਾਲ ਸੀ ਕਿ ਡਾਕਟਰਾਂ ਨੇ ਸਾਫ਼ ਕਹਿਤਾ ਸੀ ਕਿ ਬਚ ਜਾਣ ਦੀ ਉਮੀਦ ਬਹੁਤ ਘੱਟ ਹੈ। ਪੂਰਾ 1 ਹਫ਼ਤਾ ਉਹਨਾਂ ਨੇ ਮੌਤ ਨਾਲ ਪੂਰਾ ਸੰਘਰਸ਼ ਕੀਤਾ। ਸਵਾਸਥਿਕ ਦਾ 6 ਦਿਨ ਬੇਹੋਸ਼ ਰਿਹਾ। ਸਾਡੇ ਸਾਰਿਆਂ ਲਈ ਬਹੁਤ ਔਖਾ ਸਮਾਂ ਸੀ। ਕਈ ਲੋਕ ਐਕਸੀਡੈਂਟ ਵਾਲੀ ਥਾਂ ਤੇ ਜਾਣ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਦੇਖਣ ਆਉਂਦੇ। ਸੱਚਮੁੱਚ ਇਹ ਹਿਮਾਚਲ ਦੀਆਂ ਪਹਾੜੀਆਂ 'ਚ ਹੋਣ ਵਾਲਾ ਇੱਕ ਚਮਤਕਾਰ ਸੀ। ICU 'ਚ ਡਾਕਟਰ 24 ਘੰਟੇ ਉਹਨਾਂ ਦੀ ਨਿਗਰਾਨੀ ਕਰ ਰਹੇ ਸਨ। ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਦਾ ਮੁੜ ਜਨਮ ਹੋਇਆ। ਦਰਅਸਲ ਸਾਲ 2008 ਸ਼ੁਰੂ ਤੋਂ ਹੀ ਮਾੜਾ ਰਿਹਾ। ਪਹਿਲਾਂ ਰਾਕੇਸ਼ ਦੇ ਚਾਚਾ ਜੀ ਕੈਂਸਰ ਨਾਲ ਚੱਲ ਵਸੇ, ਫਿਰ ਭੂਆ ਜੀ ਬਿਮਾਰ ਹੋ ਗਏ ਤੇ ਸਾਡੇ ਕੋਲ 10 ਦਿਨ ਰਹੇ। ਫਿਰ ਸਰ ਬਿਮਾਰ ਹੋ ਗਏ। 1 ਮਹੀਨੇ ਤੱਕ ਉਹਨਾਂ ਦੀ ਬੁਰੀ ਹਾਲਤ ਰਹੀ ਤੇ ਬਾਰ-ਬਾਰ ਛੋਟੇ-ਮੋਟੇ ਆਪਰੇਸ਼ਨ ਤੇ ਬਦਲ-ਬਦਲ ਕੇ ਦਵਾਈਆਂ ਦੇਣ ਦਾ ਦੌਰ ਚੱਲਦਾ ਰਿਹਾ। ਫਿਰ ਜਿਸ ਦਿਨ ਅਸੀਂ ਜ਼ਰਾ ਸੁੱਖ ਦਾ ਸਾਹ ਲਿਆ ਕਿ ਚਲੋ ਉਹ ਠੀਕ ਹੋ ਗਏ, ਉਸੇ ਦਿਨ ਸ਼ਸ਼ੀਕਾਂਤ ਆਪਣੇ ਪਰਿਵਾਰ ਸਮੇਤ ਖੱਡ 'ਚ ਡਿੱਗ ਪਿਆ। ਇਹ ਹਾਦਸਾ 20 ਅਪ੍ਰੈਲ 2008 ਨੂੰ ਹੋਇਆ ਤੇ 24 ਅਪ੍ਰੈਲ ਨੂੰ ਦੀਪ ਸ਼ੇਖਾ ਦੀ ਮਾਂ ਦੇ ਹਸਪਤਾਲ ਭਰਤੀ ਹੋਣ ਦੀ ਵਾਰੀ ਆ ਗਈ। ਇਸ ਤਰ੍ਹਾਂ ਇੱਕੋ ਸਮੇਂ ਸਾਡੇ ਬਹੁਤ ਹੀ ਨਜ਼ਦੀਕੀ 5 ਵਿਅਕਤੀ ਹਸਪਤਾਲ 'ਚ ਭਰਤੀ ਸਨ। ਘੱਟੋ ਘੱਟ 1 ਮਹੀਨੇ ਦਾ ਇਹ ਸਮਾਂ ਤਾਂ ਬਹੁਤ ਹੀ ਦੁਖਦਾਈ ਸੀ। ਰਿਚਾ ਬਹੁਤ ਹੀ ਜ਼ਿਆਦਾ ਤਕਲੀਫ 'ਚ ਸੀ। ਉਹਦੇ 3 ਆਪਰੇਸ਼ਨ ਹੋਏ ਤੇ ਉਹ 2 ਮਹੀਨੇ ਹਸਪਤਾਲ 'ਚ ਰਹੀ। ਫਿਰ 26 ਮਈ ਨੂੰ ਡੈਡੀ ਬਿਮਾਰ ਹੋ ਗਏ। 7 ਦਿਨ ਸਾਡੇ ਕੋਲ ਰਹੇ। 2 ਵਾਰ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਦੁਨੀਆ ਛੱਡ ਕੇ ਜਾ ਰਹੇ ਹੈ। ਉਹ ਬੁਰੀ ਤਰ੍ਹਾਂ ਰੋ ਰਹੇ ਸੀ ਤੇ ਮੰਮੀ ਦੀ ਫਿਕਰ ਕਰ ਰਹੇ ਸੀ ਕਿ ਪਿੱਛੋਂ ਉਹ ਕਿਹਦੇ ਕੋਲ ਰਹਿਣਗੇ। ਉਹਨਾਂ ਦਾ ਇਕੱਲਿਆਂ ਦਾ ਕਿਵੇਂ ਸਮਾਂ ਲੰਘੇਗਾ ਜਾਂ ਕੋਈ ਉਹਨਾਂ ਦੀ ਸਹੀ ਦੇਖਭਾਲ ਕਰੇਗਾ ਜਾਂ ਨਹੀਂ ਆਦਿ। ਵਿਚਾਰੇ ਡੈਡੀ MRI ਦੇ ਦਰਦਨਾਕ ਤਜਰਬੇ ਤੋਂ ਬਾਅਦ ਤਾਂ ਜਦੋਂ ਉਹ ਬੁਰੀ ਤਰ੍ਹਾਂ ਰੋਂਦੇ ਕਮਰੇ ਤੋਂ ਬਾਹਰ ਆਏ ਤਾਂ ਮੇਰਾ ਮਨ ਭਰ ਆ ਰਿਹਾ ਸੀ। ਫਿਰ ਸਾਡੇ ਮਾਤਾ ਜੀ, ਮੇਰੀ ਸੱਸ, ਡਿਪਰੈਸ਼ਨ 'ਚ ਚਲੇ ਗਏ। ਉਹਨਾਂ ਨੂੰ ਮੌਤ ਬਹੁਤ ਹੀ ਨੇੜੇ ਮਹਿਸੂਸ ਹੁੰਦੀ ਤੇ ਉਹ ਹਰ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਰਹਿੰਦੇ, ਜਿਵੇਂ ਕਿ ਸਾਨੂੰ ਉਹਨਾਂ ਦੇ ਨਿਰਭਰ ਨਹੀਂ ਰਹਿਣਾ ਚਾਹੀਦਾ, ਮੌਤ ਦੇ ਬਾਰੇ ਸੋਚ ਕੇ ਉਦਾਸ ਨਾ ਹੋਣਾ, ਮਰਨਾ ਹਰੇਕ ਨੇ ਹੈ, ਉਹਨਾਂ ਦੀ ਜਾਣ ਮਗਰੋਂ ਰੋਣਾ ਨਹੀਂ ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸਾਰਾ ਸਮਾਂ ਅਜਿਹੀਆਂ ਉਦਾਸੀ ਤੇ ਨਿਰਾਸ਼ਾ ਵਾਲੀਆਂ ਗੱਲਾਂ ਕਰਦੇ ਰਹਿੰਦੇ। ਉਹਨਾਂ ਨੂੰ ਇਸ ਉਦਾਸੀ ਤੇ ਢਹਿੰਦੇ ਦਿਲ ਦੀ ਅਵਸਥਾ ਵਿੱਚੋਂ ਕੱਢਣ ਨੂੰ ਹੋਰ 2 ਮਹੀਨੇ ਲੱਗ ਗਏ। ਮੈਂ ਸਪਸ਼ਟ ਤੌਰ ਤੇ ਸਵੀਕਾਰ ਕਰਦੀ ਹਾਂ ਕਿ ਇਹ ਕੰਮ ਮੇਰੇ ਪਤੀ ਰਾਕੇਸ਼ ਨੇ ਹੀ ਕੀਤਾ। ਉਹਨਾਂ ਨੇ ਸਿੱਧੀ ਗੱਲ ਕਿ ਜਾਣਾ ਤਾਂ ਹਰੇਕ ਨਹੀਂ ਹੈ ਕਹਿ ਕੇ ਉਹਨਾਂ ਨੂੰ ਹਲੂਣਿਆ।
ਉਹਨਾਂ ਨੇ ਕਿਹਾ ਕਿ ਇਸ 'ਚ ਕੋਈ ਨਵੀਂ ਗੱਲ ਨਹੀਂ ਕਿ ਉਹ ਚਲੇ ਜਾਣਗੇ। ਇਹਦੇ ਬਾਰੇ ਬੁੜਬੁੜਾਉਣ ਜਾਂ ਕਹਾਣੀਆਂ ਪਾਉਣ ਵਾਲੀ ਕੋਈ ਗੱਲ ਨਹੀਂ। ਸਮਾਂ ਆਉਣ ਤੇ ਹਰੇਕ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਗੱਲਬਾਤ ਸਮੇਂ ਮੈਨੂੰ ਮਾਤਾ ਜੀ ਲਈ ਦੁੱਖ ਹੁੰਦਾ ਸੀ, ਪਰ ਪਤਾ ਵੀ ਸੀ ਕਿ ਉਹਨਾਂ ਦੀ ਬਿਮਾਰੀ ਦਾ ਸਹੀ ਇਲਾਜ ਇਹੀ ਹੈ। ਆਖਿਰਕਾਰ ਜਦੋਂ ਉਸ ਡਿਪਰੈਸ਼ਨ ਦੀ ਬਿਮਾਰੀ ਤੋਂ ਠੀਕ ਹੋ ਕੇ 20 ਜੁਲਾਈ ਨੂੰ ਵਾਪਸ ਗਏ ਤਾਂ ਬਿਲਕੁਲ ਬਦਲ ਚੁੱਕੇ ਸੀ। ਉਹ ਆਪਣੇ ਪੁਰਾਣੇ ਤਰੀਕੇ ਨਾਲ ਦੂਜਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਲੇ ਰੂਪ 'ਚ ਆ ਚੁੱਕੇ ਸਨ। ਧੰਨਵਾਦ। ਅਗਲਾ ਅੰਗ ਹੈ ਫਿਰ ਉਹ 2 ਘੰਟੇ। ਉਸੇ ਦਿਨ 20 ਜੁਲਾਈ ਨੂੰ ਅਸੀਂ ਸਰ ਸ਼ਸ਼ੀਕਾਂਤ, ਰਾਕੇਸ਼ ਸਰ ਦੇ ਵਿਦਿਆਰਥੀਆਂ ਤੇ ਹਿਮਾਚਲ ਯੂਨੀਵਰਸਿਟੀ 'ਚ ਸਾਡੇ ਇੱਕ ਜੂਨੀਅਰ ਦੇ ਘਰ ਅਫਸੋਸ ਕਰਨ ਗਏ। ਉਹਦੀ ਮਾਤਾ ਜੀ ਛਾਤੀ ਦੇ ਕੈਂਸਰ ਕਾਰਨ ਪਿਛਲੇ ਹਫ਼ਤੇ ਚੱਲ ਵਸੇ ਸੀ। ਛਾਤੀ ਦੇ ਕੈਂਸਰ ਨਾਲ ਕਿਸੇ ਆਪਣੇ ਨੂੰ ਖੋ ਦੇਣ ਵਾਲੇ ਪਰਿਵਾਰ ਨੂੰ ਮਿਲਦੇ ਹੋਇਆਂ ਸਾਨੂੰ ਘਬਰਾਹਟ ਹੋ ਰਹੀ ਸੀ। ਕਿਹੋ ਜਿਹੀ ਬਿਮਾਰੀ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਸਾਡੇ ਵੱਡੇ ਪਰਿਵਾਰ 'ਚ ਪਿਛਲੇ 3 ਸਾਲਾਂ 'ਚ ਕੈਂਸਰ ਕਾਰਨ 5 ਵਿਅਕਤੀ, ਮੇਰੇ ਚਾਚਾ, ਮੇਰੀ ਮਾਮੀ, ਰਾਕੇਸ਼ ਦੇ ਚਾਚਾ, ਮਾਮਾ ਤੇ ਮਾਮੀ ਜਾ ਚੁੱਕੇ ਸਨ। ਮੈਨੂੰ ਰਾਜੀਵ ਸਾਹਮਣੇ ਜਾਣਾ ਹੀ ਔਖਾ ਲੱਗ ਰਿਹਾ ਸੀ। ਮਨ 'ਚ ਕਿਧਰੇ ਪੂਰਾ ਵੇਰਵਾ ਲੈਣ ਦੀ ਵੀ ਤਾਂਘ ਸੀ। ਆਂਟੀ ਨੂੰ ਪਤਾ ਕਿਵੇਂ ਲੱਗਿਆ, ਕਿੰਨੀ ਤਕਲੀਫ ਹੋਈ, ਉਹਨਾਂ ਨੇ ਇਹਨੂੰ ਕਿਵੇਂ ਲਿਆ, ਉਸ ਤੋਂ ਬਾਅਦ ਕਿੰਨੀ ਦੇਰ ਜਿਉਂਦੇ ਰਹੇ, ਆਖਰੀ ਸਮੇਂ ਉਹਨਾਂ ਦੀ ਕਿਹੋ ਜਿਹੀ ਹਾਲਤ ਸੀ। ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਮੈਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸੋਲਨ ਆਏ ਤਾਂ ਡੈਡੀ ਆਪਣੀ ਭੁੱਲਣ ਦੀ ਆਦਤ ਕਾਰਨ ਬਹੁਤ ਪਰੇਸ਼ਾਨ ਸੀ। ਮੈਂ ਉਹਨਾਂ ਦੇ ਇਸ ਫਿਕਰ ਦਾ ਮਜ਼ਾਕ ਉਡਾ ਕੇ ਉਹਨਾਂ ਨੂੰ ਹਲਕਾ ਕੀਤਾ। ਰਾਜੀਵ ਦੇ ਘਰ ਪਹੁੰਚੇ ਤਾਂ ਪੰਡਿਤ ਜੀ ਦੁਆਰਾ ਬੋਲੇ ਗਏ ਸ਼ਬਦਾਂ ਦੀ ਪ੍ਰਸੰਗਿਕਤਾ ਬਾਰੇ ਸਵਾਲ ਉਠਾਏ ਤਾਂ ਸਾਡਾ ਧਿਆਨ ਵੀ ਚਲਾ ਗਿਆ। ਮੈਂ ਚੁੱਪਚਾਪ ਰਾਜੀਵ ਤੋਂ ਕਈ ਸਵਾਲ ਪੁੱਛਣਾ ਚਾਹੁੰਦੀ ਸੀ। ਭਾਵੇਂ ਮਾਹੌਲ ਉਦਾਸੀ ਵਾਲਾ ਸੀ, ਪਰ ਰਾਜੀਵ ਤੇ ਸ਼ਸ਼ੀਕਾਂਤ ਮਜ਼ਾਕ ਕਰਦੇ ਰਹੇ। ਰਾਜੀਵ ਦੇ ਪਿਤਾ ਜੀ ਨੇ ਮੈਨੂੰ ਗੱਲਾਂ 'ਚ ਲਗਾਉਣ ਲਈ ਮੇਰੇ ਬਾਰੇ ਲਿਖੇ ਅਖਬਾਰ ਦੇ ਇੱਕ ਲੇਖ ਬਾਰੇ ਗੱਲ ਕੀਤੀ। ਉਹਨਾਂ ਨੂੰ ਮੇਰੀ ਪਹਿਲੀ ਪੁਸਤਕ ਗੋਸਟ ਸਟੋਰੀਜ਼ ਆਫ ਸ਼ਿਮਲਾ ਹਿਲਸ ਪਸੰਦ ਆਈ ਸੀ। ਉਹਨਾਂ ਨੇ ਮੈਨੂੰ ਹੁਣ ਚੱਲ ਰਹੇ ਕਿਸੇ ਪ੍ਰੋਜੈਕਟ ਬਾਰੇ ਵੀ ਪੁੱਛਿਆ। ਮੈਨੂੰ ਬੇਚੈਨੀ ਜੀ ਲੱਗ ਰਹੀ ਸੀ ਕਿ ਅਸੀਂ ਤਾਂ ਉਹਨਾਂ ਦੇ ਕਿਸੇ ਆਪਣੇ ਦੀ ਮੌਤ ਦੀ ਗੱਲ ਕਰਨ ਆਏ ਹਾਂ ਤੇ ਮੇਰੇ ਤੋਂ ਮੇਰੀ ਕਿਤਾਬ ਬਾਰੇ ਪੁੱਛੀ ਜਾ ਰਹੇ ਹੈ। ਮੈਂ ਮ੍ਰਿਤ ਵਿਅਕਤੀ ਬਾਰੇ ਜਾਣਨਾ ਚਾਹੁੰਦੀ ਸੀ। ਇਹਨਾਂ ਮਰਦ ਲੋਕਾਂ ਦੀ ਇਸ 'ਚ ਕੋਈ ਦਿਲਚਸਪੀ ਨਹੀਂ ਸੀ। ਸਰ ਨੇ ਮੈਡੀਟੇਸ਼ਨ ਕਰਦੇ ਹੋਏ ਅੱਖਾਂ ਬੰਦ ਕਰ ਲਈਆਂ ਸੀ। ਸ਼ਸ਼ੀਕਾਂਤ ਤੇ ਰਾਜੀਵ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹਨਾਂ ਧਾਰਮਿਕ ਪੁਸਤਕਾਂ ਦਾ ਕੋਈ ਮੇਲ ਨਾ ਹੋਣ ਦੀ ਗੱਲ ਕਰ ਰਹੇ ਸੀ। ਰਾਕੇਸ਼ ਵੀ ਉਹਨਾਂ ਦੀ ਹੌਲੀ ਆਵਾਜ਼ 'ਚ ਕੀਤੀ ਗੱਲਬਾਤ ਦਾ ਆਨੰਦ ਮਾਣਦੇ ਹੋਏ ਆਪਣੇ ਹਾਸੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਦੋਹਾਂ ਨੇ ਪੰਡਤ ਜੀ ਦੀ ਬੇਇੱਜ਼ਤੀ ਨਾ ਕਰਨ ਦੇ ਇਰਾਦੇ ਨਾਲ ਬੜਾ ਬੀਬਾ ਜਿਹਾ ਮੂੰਹ ਬਣਾਇਆ ਹੋਇਆ ਸੀ। ਵਿਚਾਰੇ ਪੰਡਤ ਜੀ ਮੱਥੇ ਤੇ ਆਏ ਪਸੀਨੇ ਦੇ ਬਾਵਜੂਦ ਪੂਰੀ ਊਰਜਾ ਤੇ ਇਕਾਗਰਤਾ ਨਾਲ ਆਸੇ-ਪਾਸੇ ਦੇ ਮਜ਼ਾਕ ਨੂੰ ਅਣਗੌਲਿਆਂ ਕਰਦੇ ਹੋਏ ਆਪਣਾ ਕੰਮ ਕਰੀ ਜਾ ਰਹੇ ਸਨ। ਸਮਾਂ ਗੁਜ਼ਰਦਾ ਰਿਹਾ। ਮੇਰੇ ਮਨ 'ਚ ਰਾਜੀਵ ਦੀ ਮਾਂ ਦੀ ਬਿਮਾਰੀ ਬਾਰੇ ਸਵਾਲ ਪੁੱਛਣ ਦੀ ਬੇਚੈਨੀ ਵੱਧਦੀ ਰਹੀ। ਸਰ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਸਨ ਤੇ ਕੁਝ ਪੁੱਛਣ ਦਾ ਇਹੀ ਮੌਕਾ ਹੈ। ਮੇਰਾ ਇੱਕਦਮ ਸਵਾਲ ਸੀ, ਇਹ ਕਿਵੇਂ ਹੋ ਗਿਆ? ਮੇਰੇ ਮਨ 'ਚ ਉਹਨਾਂ ਦੀ ਤਕਲੀਫ ਤੇ ਆਖਰੀ ਸਮੇਂ ਬਾਰੇ ਕਈ ਸਵਾਲ ਉੱਠ ਰਹੇ ਸਨ, ਪਰ ਪਤਾ ਨਹੀਂ ਕਿਵੇਂ ਮੂੰਹ ਤੋਂ ਸਿਰਫ ਇਹੀ ਨਿਕਲਿਆ, ਕਿਹੜੀ ਸਟੇਜ ਤੇ ਸੀ। ਮੈਨੂੰ ਅਖਬਾਰਾਂ ਤੇ ਰਸਾਲੇ ਪੜ੍ਹ ਕੇ ਪਤਾ ਚੱਲ ਚੁੱਕਾ ਸੀ ਕਿ ਕੈਂਸਰ ਨਾਂ ਦੀ ਇਸ ਬਿਮਾਰੀ ਦੀਆਂ ਕਈ ਸਟੇਜਾਂ ਹੁੰਦੀਆਂ ਹਨ। ਆਖਰੀ ਅਵਸਥਾ ਸੀ। ਪਿਛਲੇ 9 ਸਾਲਾਂ ਤੋਂ ਇਸ ਬਿਮਾਰੀ ਨਾਲ ਲੜ ਰਹੇ ਸਨ। ਰਾਕੇਸ਼ ਦੀ ਆਵਾਜ਼ ਸਧਾਰਨ ਜਿਹੀ ਸੀ। ਪਿਛਲੇ 5-6 ਮਹੀਨਿਆਂ ਤੋਂ ਖਾਣਾ ਪੀਣਾ ਛੱਡ ਗਏ ਸੀ। 1 ਮਹੀਨਾ ਪਹਿਲਾਂ ਹੀ ਨੌਕਰੀ ਤੋਂ ਰਿਟਾਇਰ ਹੋਈ ਸੀ। ਕੀਮੋਥੈਰੇਪੀ ਦੌਰਾਨ ਵੀ ਉਹ ਤਕੜੇ ਬਣ ਕੇ ਸਕੂਲ ਵੀ ਜਾਂਦੇ ਰਹੇ ਸੀ। ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਕੀਮੋਥੈਰੇਪੀ ਕੀ ਬਲਾ ਹੈ। ਮੈਂ ਤਾਂ ਸਿਰਫ ਆਂਟੀ ਦੇ ਇਸ ਵਜੂਦ ਦੀ ਕਲਪਨਾ ਕਰ ਰਹੀ ਸੀ ਜਿਨ੍ਹਾਂ ਨੂੰ ਜ਼ਿੰਦਗੀ 'ਚ ਕਦੀ ਵੀ ਨਹੀਂ ਸੀ ਮਿਲੀ। ਮੈਂ ਤਾਂ ਸਿਰਫ ਅਜਿਹੀ ਔਰਤ ਦੀ ਕਲਪਨਾ ਕਰ ਰਹੀ ਸੀ ਜੋ ਬੱਸਾਂ 'ਚ ਸਕੂਲ ਆ ਜਾ ਰਹੀ ਸੀ, ਘਰ ਦੀ ਦੇਖਭਾਲ ਕਰ ਰਹੀ ਸੀ, ਖੁਦ ਨੂੰ ਭੁੱਖ ਨਾ ਲੱਗਣ ਦੇ ਬਾਵਜੂਦ ਆਪਣੇ ਬੇਟੇ ਵੱਲੋਂ ਜੂਸ ਪੀਣ ਦੀ ਸਲਾਹ ਸੁਣ ਰਹੀ ਸੀ ਤੇ ਇਹਨਾਂ ਸਾਰਿਆਂ ਕੰਮਾਂ ਦੇ ਦੌਰਾਨ ਉਹਦੀ ਮੌਤ ਦੇ ਨੇੜੇ ਹੋਣ ਦਾ ਅਹਿਸਾਸ ਸੀ। ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਦੂਜੇ ਪਾਸੇ ਮੂੰਹ ਕਰ ਲਿਆ ਤਾਂ ਕਿ ਕੋਈ ਦੇਖ ਨਾ ਲਵੇ। ਮੈਨੂੰ ਮੂਰਖਤਾ ਵੀ ਲੱਗੀ ਕਿ ਜਿਹੜੀ ਜਾਈ ਚੁੱਕੀ ਹੈ ਉਸ ਅਣਜਾਣ ਔਰਤ ਲਈ ਮੈਂ ਹੰਝੂ ਵਹਾ ਰਹੀ ਹਾਂ। ਪਰ ਉਹ ਤਾਂ ਕੈਂਸਰ ਨਾਲ ਮਰੀ ਸੀ। ਇਹ ਬਿਮਾਰੀ ਤਾਂ ਕਿਸੇ ਤੇ ਵੀ ਹਮਲਾ ਕਰ ਸਕਦੀ ਹੈ ਤੇ ਵਿਅਕਤੀ ਨੂੰ ਪਤਾ ਲੱਗਣ ਤੱਕ ਉਹ ਮੌਤ ਦੇ ਨੇੜੇ ਪਹੁੰਚ ਜਾਂਦਾ ਹੈ।
ਕੈਂਸਰ ਵੱਲੋਂ ਕਿਸੇ ਨਾਲ ਕੋਈ ਵਿਤਕਰਾ ਨਹੀਂ। ਅਮੀਰ ਜਾਂ ਗਰੀਬ, ਪਤਲਾ ਜਾਂ ਮੋਟਾ, ਆਦਮੀ ਜਾਂ ਔਰਤ, ਪੜ੍ਹੇ ਲਿਖੇ ਜਾਂ ਅਨਪੜ੍ਹ, ਅਫਸਰ ਜਾਂ ਮਜ਼ਦੂਰ, ਇਹ ਤਾਂ ਕਿਸੇ ਤੇ ਵੀ ਹਮਲਾ ਕਰ ਦਿੰਦਾ ਹੈ ਤੇ ਸ਼ਿਕਾਰ ਵਿਅਕਤੀ ਹੌਲੀ-ਹੌਲੀ ਖਤਮ ਹੁੰਦਾ ਜਾਂਦਾ ਹੈ। ਮੇਰੇ ਮਨ 'ਚ ਖਿਆਲ ਆਇਆ ਕਿ ਸ਼ੁਕਰ ਹੈ ਕਿ ਇਹ ਰੋਗ 60 ਜਾਂ ਇਸ ਤੋਂ ਉੱਪਰ ਵਾਲੇ ਵਿਅਕਤੀਆਂ ਨੂੰ ਹੀ ਦਬੋਚਦਾ ਹੈ। 2 ਘੰਟੇ ਗੁਜ਼ਾਰ ਕੇ ਅਸੀਂ ਮੁੜ ਆਉਣ ਦੀ ਗੱਲ ਕਹਿ ਕੇ ਅਲਵਿਦਾ ਕਹੀ। ਮੈਂ ਰਾਜੀਵ ਨੂੰ ਪੁੱਛਿਆ ਕਿ ਉਹ ਧਰਮਸ਼ਾਲਾ ਕਦੋਂ ਜਾ ਰਿਹਾ, ਜਿੱਥੇ ਉਹ ਇੰਡੀਅਨ ਐਕਸਪ੍ਰੈਸ ਵਿੱਚ ਪੱਤਰਕਾਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਮੇਲ ਮਿਲਾਪ ਵੀ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਦੇ ਘਰ ਲੰਮੇ ਸਮੇਂ ਬਾਅਦ ਮਿਲਣ ਜਾਂਦੇ ਹਾਂ। ਪਹਿਲਾਂ ਮੈਨੂੰ ਜਾਣ ਲੱਗਿਆਂ ਘਬਰਾਹਟ ਹੋ ਰਹੀ ਸੀ, ਪਰ ਉਹਨਾਂ ਦੀ ਤਾਕਤ ਵੇਖ ਕੇ ਮੈਂ ਵੀ ਸੌਖਾ ਮਹਿਸੂਸ ਕੀਤਾ। ਮੇਰੇ ਖਿਆਲ ਵਿੱਚ ਪਰਿਵਾਰ ਦੀ ਅੰਦਰੂਨੀ ਤਾਕਤ ਨੇ ਸਾਡੇ ਸਾਰਿਆਂ ਤੇ ਅਸਰ ਪਾਇਆ ਸੀ। ਵਾਪਸੀ ਤੇ ਅਸੀਂ ਸ਼ਿਮਲਾ ਤੋਂ 20 ਕਿਲੋਮੀਟਰ ਦੂਰ ਕਿਆਰੀ ਬੰਗਲਾ ਚਾਹ ਤੇ ਪਕੌੜਿਆਂ ਲਈ ਰੁਕ ਗਏ। ਸ਼ਸ਼ੀਕਾਂਤ ਪੂਰੇ ਮੂਡ 'ਚ ਸੀ। ਕਹਿਣ ਲੱਗਾ, ਸਾਨੂੰ ਅਜਿਹੇ ਅਫਸੋਸ ਕਰਕੇ ਆਉਣ ਵਾਲੇ ਪ੍ਰੋਗਰਾਮ ਬਣਾਉਂਦੇ ਰਹਿਣਾ ਚਾਹੀਦਾ। ਤੇ ਫਿਰ ਬਿਨਾਂ ਸੋਚੇ ਹੀ ਬੋਲ ਪਿਆ, ਹੁਣ ਅਗਲਾ ਕੌਣ ਮਰੇਗਾ। ਅਸੀਂ ਸਾਰੇ ਹੱਸ ਪਏ। ਇੱਕ ਵਾਰੀ ਪਹਿਲਾਂ ਵੀ ਅਸੀਂ ਅਜਿਹੇ ਮੌਕੇ ਤੇ 2 ਦੋਸਤਾਂ ਨਾਲ ਬਿਲਾਸਪੁਰ ਗਏ ਸੀ। ਵਾਪਸੀ ਤੇ ਅਸੀਂ ਰੱਜ ਕੇ ਮਸਤੀ ਕੀਤੀ ਤੇ ਪੂਰੀ ਆਜ਼ਾਦੀ ਨਾਲ ਖਾਧਾ ਪੀਤਾ, ਪਿਕਨਿਕ ਮਨਾਈ ਤੇ ਸ਼ਸ਼ੀਕਾਂਤ ਆਲੂ ਦੇ ਪਕੌੜੇ ਖਾਂਦਾ ਹੋਇਆ ਖੁਸ਼ ਹੋ ਕੇ ਦੱਸ ਰਿਹਾ ਸੀ। ਇੱਕ ਤਰ੍ਹਾਂ ਨਾਲ ਉਹ ਸਹੀ ਵੀ ਸੀ। ਅਜਿਹੇ ਮੌਕੇ ਤੁਹਾਨੂੰ ਜਿਉਂਦੇ ਹੋਣ ਦਾ ਅਹਿਸਾਸ ਕਰਾਉਂਦੇ ਹੈ। ਸਾਡਾ ਤੁਰਨਾ ਫਿਰਨਾ, ਭੋਜਨ ਖਾਣਾ, ਗੱਲਾਂ ਕਰਨੀਆਂ, ਹੱਥ ਹਿਲਾਉਣਾ, ਇਹ ਸਭ ਇੰਨੀਆਂ ਅਦਭੁਤ ਚੀਜ਼ਾਂ ਹਨ, ਪਰ ਅਸੀਂ ਇਹਨਾਂ ਨੂੰ ਸਧਾਰਨ ਸਮਝ ਕੇ ਆਪਣਾ ਅਧਿਕਾਰ ਹੀ ਸਮਝ ਲੈਂਦੇ ਹਾਂ। ਸਿਰਫ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਸਾਨੂੰ ਆਪਣੇ ਜਿਉਂਦੇ ਹੋਣ ਦੀ ਮਹੱਤਤਾ ਪਤਾ ਚੱਲਦੀ ਹੈ। ਪਰ ਬਦਕਿਸਮਤੀ ਨਾਲ ਇਹ ਅਹਿਸਾਸ ਵੀ ਪਲ ਭਰ ਦਾ ਹੁੰਦਾ ਹੈ। ਅਗਲੇ ਦਿਨ ਅਸੀਂ ਸਭ ਕੁਝ ਭੁੱਲ ਕੇ ਉਸੇ ਤਰ੍ਹਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਬੋਝ ਲਈ ਫਿਰਦੇ ਹਾਂ। ਮੈਨੂੰ ਸ਼ਸ਼ੀਕਾਂਤ ਦੀ ਇੱਕ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਉਹ ਹਰ ਇੱਕ ਚੀਜ਼ ਇੱਥੋਂ ਤੱਕ ਕਿ ਮੌਤ ਨੂੰ ਵੀ ਸਕਾਰਾਤਮਕ ਤਰੀਕੇ ਨਾਲ ਲੈਂਦਾ ਹੈ। ਮੈਂ ਕਈ ਅਜਿਹੇ ਲੋਕਾਂ ਨੂੰ ਦੇਖਿਆ ਜੋ ਮੌਤ ਸ਼ਬਦ ਨੂੰ ਬੋਲਣ ਜਾਂ ਸੁਣਨ ਤੋਂ ਵੀ ਕਤਰਾਉਂਦੇ ਹੈ। ਪਰ ਸੋਚੋ, ਜ਼ਿੰਦਗੀ ਕਿੰਨੀ ਡਰਾਉਣੀ ਹੋਣੀ ਸੀ ਜੇ ਇਹਦਾ ਅੰਤ ਨਾ ਹੁੰਦਾ। ਤੁਹਾਨੂੰ ਉਹੀ ਰੋਜ਼ਾਨਾ ਦੇ ਜੀ ਅਕਾਊ ਕੰਮ, ਦਰਦ ਕਰਦਾ ਸਰੀਰ, ਟੁੱਟੇ ਦੰਦ, ਕੰਬਦੇ ਹੱਥ, ਸੈਂਕੜੇ ਬਿਮਾਰੀਆਂ ਨਾਲ ਘਿਰੇ ਸਰੀਰ ਨੂੰ ਲੈ ਕੇ ਚੱਲਣਾ ਪੈਣਾ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਅਜਿਹੀ ਨੌਬਤ ਆਉਣ ਤੋਂ ਪਹਿਲਾਂ ਮੌਤ ਦਾ ਬੰਦੋਬਸਤ ਹੈ। ਪਰ ਆਪਣੇ ਸਕਿਆਂ ਦੇ ਸੰਬੰਧ ਵਿੱਚ ਜਾਂ ਉਹਨਾਂ ਦੀ ਮੌਤ ਸਮੇਂ ਅਸੀਂ ਇਸ ਤਰ੍ਹਾਂ ਕਿਉਂ ਨਹੀਂ ਸੋਚ ਸਕਦੇ। ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਦਿਨ ਅਜਿਹਾ ਗੁਜ਼ਰੇਗਾ। ਅਸੀਂ ਖੁਸ਼ ਮੂਡ 'ਚ ਘਰ ਵਾਪਸ ਆਏ। ਮੈਂ ਹੁਣ ਜ਼ਿਆਦਾ ਹਲਕਾ ਮਹਿਸੂਸ ਕਰ ਰਹੀ ਸੀ। ਪਰ ਹਲਕਾ ਕਿਸ ਚੀਜ਼ ਤੋਂ? ਸ਼ਾਇਦ ਪਿਛਲੇ 7 ਮਹੀਨਿਆਂ ਦੀ ਬਿਮਾਰੀ, ਤਣਾਅ ਆਦਿ ਤੋਂ ਬਾਅਦ ਹਲਕਾ ਮਹਿਸੂਸ ਕੀਤਾ ਸੀ। ਪਰ ਵਾਪਸ ਆਉਣ ਤੋਂ 2 ਘੰਟੇ ਬਾਅਦ ਪਤਾ ਨਹੀਂ ਕਿਉਂ ਅਚਾਨਕ ਮੇਰਾ ਮਨ ਬਹੁਤ ਪਰੇਸ਼ਾਨ ਹੋ ਗਿਆ ਤੇ ਮੈਂ ਸਿਸਕੀਆਂ ਭਰ ਕੇ ਨਹੀਂ ਬਲਕਿ ਬੁਰੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ। ਮੈਂ ਰੋਈ ਜਾ ਰਹੀ ਸੀ ਤੇ ਰਾਕੇਸ਼ ਮੈਨੂੰ ਦਿਲਾਸਾ ਦੇ ਰਹੇ ਸੀ। ਇਸ ਮਨ ਦੇ ਉਬਾਲ ਦਾ ਕਾਰਨ ਸ਼ਾਇਦ ਡੈਡੀ ਦੀ ਹਾਲਤ ਸੀ। ਮੈਨੂੰ ਲੱਗਿਆ ਕਿ ਜਿਵੇਂ ਉਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹੈ, ਉਸੇ ਤਰ੍ਹਾਂ ਉਹ ਇੱਕ ਦਿਨ ਮੈਨੂੰ ਵੀ ਭੁੱਲ ਜਾਣਗੇ ਤੇ ਉਹਨਾਂ ਨੂੰ ਯਾਦ ਵੀ ਨਹੀਂ ਰਹੇਗਾ ਕਿ ਮੈਂ ਉਹਨਾਂ ਦੀ ਬੇਟੀ ਹਾਂ। ਮੈਂ ਉਹਨਾਂ ਦੇ ਚਿਹਰੇ ਤੇ ਬਹੁਤ ਘਬਰਾਹਟ ਦੇਖੀ ਜਦੋਂ ਕਹਿ ਰਹੇ ਸੀ, ਮੈਂ ਆਪਣੇ ਆਪ ਨੂੰ ਦਿਖਾ ਕੇ ਆਉਣਾ ਹੈ, ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਮੇਰੇ ਇੰਨੇ ਲੰਮੇ ਸਮੇਂ ਦੇ ਸਹਿਕਰਮੀ, ਬਾਜ਼ਾਰ 'ਚ ਮਿਲਣ ਵਾਲੇ ਲੋਕ, ਕਿਸੇ ਦਾ ਨਾਂ ਵੀ ਯਾਦ ਨਹੀਂ ਰਹਿੰਦਾ। ਡਾਕਟਰ ਨੂੰ ਪੁੱਛੋ ਤਾਂ ਸਹੀ, ਇਹਦੀ ਕੋਈ ਦਵਾਈ ਤਾਂ ਜ਼ਰੂਰ ਹੁੰਦੀ ਹੋਏਗੀ। ਸੋਲਣ ਵਾਲੇ ਘਰ 'ਚ ਤਾਂ ਮੈਂ ਉਹਨਾਂ ਦੀ ਗੱਲ ਨੂੰ ਸਹਿਜ ਸੁਭਾਅ ਲੈ ਕੇ ਕਹਿ ਦਿੱਤਾ ਕਿ ਅਜਿਹਾ ਤਾਂ ਅਕਸਰ ਹੋ ਜਾਂਦਾ, ਮੈਂ ਵੀ ਕਈ ਚੀਜ਼ਾਂ ਭੁੱਲ ਜਾਂਦੀ ਹਾਂ, ਇਸ ਲਈ ਇਹਦੀ ਫਿਕਰ ਨਾ ਕਰਨ। ਪਰ ਹੁਣ ਮੈਨੂੰ ਉਹਨਾਂ ਦੀਆਂ ਅੱਖਾਂ 'ਚ ਸਮਾਇਆ ਡਰ ਤੇ ਨਾਉਮੀਦੀ ਬਹੁਤ ਪਰੇਸ਼ਾਨ ਕਰ ਰਹੀ ਸੀ। 2 ਘੰਟੇ ਰੋਣ ਨਾਲ ਮੈਨੂੰ ਆਪਣੇ ਅੰਦਰ ਦੇ ਦਰਦ ਦਾ ਅਹਿਸਾਸ ਹੋਇਆ। ਮੈਂ ਹੈਰਾਨ ਸੀ ਕਿ ਸਾਰਾ ਦਿਨ ਤਾਂ ਮੈਂ ਇੰਨੀ ਖੁਸ਼ ਤੇ ਊਰਜਾ ਨਾਲ ਭਰਪੂਰ ਸੀ, ਪਰ ਇਹ ਦਰਦ ਕਿੱਥੇ ਲੁਕਿਆ ਬੈਠਾ ਸੀ। ਕਿਧਰੇ ਉਹ ਕੋਈ ਪੂਰਵ ਚੇਤਾਵਨੀ ਤਾਂ ਨਹੀਂ ਸੀ ਕਿ ਮੇਰੇ ਨਾਲ ਕੁਝ ਮਾੜਾ ਵਾਪਰਨ ਵਾਲਾ ਹੈ। ਪਰ ਕੀ ਪਿਛਲੇ 7 ਮਹੀਨਿਆਂ 'ਚ ਘੱਟ ਨਰਕ ਭੋਗਿਆ ਸੀ, ਕਦੀ ਕੁਝ ਤੇ ਹੁਣ ਹੋਰ ਮਾੜਾ ਕੀ ਹੋਣਾ ਹੈ। ਧੰਨਵਾਦ। ਤੀਸਰਾ ਅੰਗ, ਇੱਕ ਗਿਲਟੀ। ਅਗਲੇ ਹੀ ਦਿਨ ਮੈਂ ਨਹਾ ਕੇ ਤੌਲੀਏ ਨਾਲ ਸਰੀਰ ਪੂੰਝ ਰਹੀ ਸੀ। ਮੇਰਾ ਅੰਗੂਠਾ ਅਚਾਨਕ ਮੇਰੀ ਸੱਜੀ ਛਾਤੀ ਤੇ ਲੱਗਿਆ ਤੇ ਮੈਨੂੰ ਇੱਕ ਗੱਠ ਜਾਂ ਗਿਲਟੀ ਜਿਹੀ ਮਹਿਸੂਸ ਹੋਈ। ਪਰ ਫਿਰ ਸੋਚਿਆ ਕਿ ਕੱਲ੍ਹ ਹੀ ਰਾਜੀਵ ਦੇ ਘਰ ਕੈਂਸਰ ਦੀ ਸ਼ਿਕਾਰ ਉਹਦੀ ਮਾਂ ਦਾ ਅਫਸੋਸ ਕਰਕੇ ਆਏ ਸੀ, ਸ਼ਾਇਦ ਇਸੇ ਕਰਕੇ ਮਨ ਦਾ ਵਹਿਮ ਹੈ। ਫਿਰ ਮੈਨੂੰ ਹੋ ਵੀ ਕਿਵੇਂ ਸਕਦਾ ਹੈ।
ਪਹਿਲੀ ਗੱਲ ਤਾਂ ਉਮਰ, ਮੈਂ ਸਿਰਫ 39 ਸਾਲ ਦੀ ਸੀ ਤੇ ਲੋਕੀ ਤਾਂ ਮੈਨੂੰ 20 ਦੀ ਦੱਸਦੇ ਸੀ। ਇਹ ਤੋਂ ਇਲਾਵਾ ਜ਼ਿਆਦਾ ਸਮਝਦਾਰ ਔਰਤਾਂ ਦੀ ਤਰ੍ਹਾਂ ਮੈਂ ਆਪਣਾ ਮੁਆਇਨਾ ਵੀ ਕਰਵਾਉਂਦੀ ਰਹਿੰਦੀ ਸੀ। ਭਾਵੇਂ ਮੇਰੀਆਂ ਦੋਵੇਂ ਛਾਤੀਆਂ 'ਚ ਵੱਡੀਆਂ ਗੰਢਾਂ ਤਾਂ ਸੀ, ਪਰ ਡਾਕਟਰਾਂ ਨੇ ਕਿਹਾ ਸੀ ਕਿ ਅਜਿਹੀਆਂ ਗੰਢਾਂ ਨਾਲ ਕੈਂਸਰ ਨਹੀਂ ਹੁੰਦਾ। ਫਿਰ ਵੀ ਇਸ ਵਾਰ ਮੇਰੇ ਮਨ ਦਾ ਡਰ ਖਤਮ ਨਾ ਹੋਇਆ ਤੇ ਮੈਂ ਰਾਕੇਸ਼ ਨੂੰ ਇਸ ਗਿਲਟੀ ਬਾਰੇ ਦੱਸਿਆ। ਉਹਨਾਂ ਨੇ ਟੋਕ ਕੇ ਵੇਖਿਆ ਤੇ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਇਹ ਤਾਂ ਉਸੇ ਆਕਾਰ 'ਚ ਕਾਫੀ ਸਮੇਂ ਤੋਂ ਹੈ। ਫਿਰ ਵੀ ਉਹਨਾਂ ਨੇ ਡਾਕਟਰ ਦੇ ਜਾਣ ਦਾ ਮਨ ਬਣਾ ਲਿਆ। ਮੈਨੂੰ ਡਾਕਟਰ ਕੋਲ ਜਾਣਾ ਹਮੇਸ਼ਾ ਭੈੜਾ ਲੱਗਦਾ ਹੈ। ਬੁਖਾਰ, ਲੱਤ ਜਾਂ ਬਾਂਹ ਦੇ ਦਰਦ ਲਈ ਤਾਂ ਠੀਕ ਹੈ, ਪਰ ਆਪਣੀ ਛਾਤੀ ਦਾ ਮੁਆਇਨਾ ਕਰਵਾਉਣਾ ਬਹੁਤ ਹੀ ਸ਼ਰਮ ਤੇ ਪਰੇਸ਼ਾਨੀ ਵਾਲੀ ਗੱਲ ਲੱਗਦੀ ਹੈ। ਇਸੇ ਕਰਕੇ ਇਸ ਚੈੱਕਅਪ ਲਈ ਮੈਂ ਕਦੀ ਵੀ ਇੰਦਰਾ ਗਾਂਧੀ ਮੈਡੀਕਲ ਕਾਲਜ, ਕਮਲਾ ਨਹਿਰੂ ਹਸਪਤਾਲ ਜਾਂ ਕਿਸੇ ਹੋਰ ਸਰਕਾਰੀ ਹਸਪਤਾਲ ਵਿੱਚ ਕਦੀ ਨਹੀਂ ਗਈ। ਉੱਥੇ ਸਾਨੂੰ ਹਰ ਕੋਈ ਜਾਣਦਾ, ਇਸ ਲਈ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੈਂ ਡਾਕਟਰ ਦਾ ਕਿਵੇਂ ਦੁਬਾਰਾ ਸਾਹਮਣਾ ਕਰਾਂਗੀ। ਇਸ ਲਈ ਮੈਂ ਸ਼ਿਮਲੇ ਦੇ ਇੱਕ ਕਸਬੇ ਸੰਜੋਲੀ 'ਚ ਇੱਕ ਪ੍ਰਾਈਵੇਟ ਹਸਪਤਾਲ 'ਚ ਇੱਕ ਲੇਡੀ ਡਾਕਟਰ ਲੱਭ ਲਈ ਸੀ। ਪਹਿਲੀ ਵਾਰੀ ਜਦੋਂ ਇੱਕ ਮਰਦ ਡਾਕਟਰ ਕੋਲੋਂ ਇਹ ਮੁਆਇਨਾ ਕਰਾਉਣ ਲਈ ਮੈਨੂੰ ਛਾਤੀਆਂ ਖੁੱਲੀਆਂ ਛੱਡ ਕੇ ਖੜੇ ਹੋਣਾ ਪਿਆ ਤਾਂ ਬਹੁਤ ਬੁਰੀ ਤਰ੍ਹਾਂ ਪਰੇਸ਼ਾਨੀ ਮਹਿਸੂਸ ਹੋਈ ਸੀ। ਇਸ ਲਈ ਰਿੱਜ ਤੇ ਬਣੇ ਹਸਪਤਾਲ ਦੀ ਥਾਂ ਸੰਜੋਲੀ ਵਾਲਾ ਹਸਪਤਾਲ ਹੀ ਠੀਕ ਸੀ। ਰਾਕੇਸ਼ ਨੇ ਜਦੋਂ ਸੰਜੋਲੀ ਵਾਲੀ ਡਾਕਟਰ ਕੋਲ ਜਾਣ ਦੀ ਗੱਲ ਕੀਤੀ ਤਾਂ ਵੀ ਮਨ 'ਚ ਝਿਜਕ ਜਿਹੀ ਸੀ। ਹੁਣ 2 ਵਾਰੀ ਪਹਿਲਾਂ ਹੀ ਇਹ ਪੂਰਾ ਚੈੱਕਅਪ ਹੋਇਆ ਸੀ, ਹੁਣ ਫੇਰ ਆਪਣੀਆਂ ਛਾਤੀਆਂ ਖੋਲ ਕੇ ਮੁਆਇਨਾ ਕਰਾਉਣਾ ਫਜ਼ੂਲ ਹੀ ਲੱਗ ਰਿਹਾ ਸੀ। ਪਰ ਰਾਕੇਸ਼ ਨੇ ਫੋਨ ਕਰਕੇ ਅਗਲੇ ਦਿਨ 11 ਵਜੇ ਦਾ ਸਮਾਂ ਲੈ ਲਿਆ। ਮੈਂ ਜਿੰਨੀ ਵਾਰੀ ਗੰਢ ਤੇ ਹੱਥ ਲਾਉਂਦੀ ਮੈਨੂੰ ਉਹਦੇ ਆਕਾਰ 'ਚ ਫਰਕ ਪਿਆ ਲੱਗਦਾ। ਭਾਵੇਂ ਗੰਢ ਪਿਛਲੇ 7-8 ਮਹੀਨਿਆਂ ਤੋਂ ਸੀ, ਪਰ ਪਹਿਲਾਂ ਮੈਂ ਕਦੀ ਇਹਦੇ ਬਾਰੇ ਸੋਚ ਕੇ ਪਰੇਸ਼ਾਨ ਨਹੀਂ ਹੋਈ ਸੀ। ਭਾਵੇਂ ਡਾਕਟਰ ਨੇ ਤਸੱਲੀ ਦਿੱਤੀ ਸੀ ਕਿ ਅਜਿਹੀ ਗੰਢ ਕੁਝ ਹੋਰ 'ਚ ਤਬਦੀਲ ਨਹੀਂ ਹੁੰਦੀ, ਪਰ ਦੋਹਾਂ ਦਾ ਮਨ ਬੇਚੈਨ ਨਹੀਂ ਸੀ। ਇਸ ਲਈ 22 ਜੁਲਾਈ 2008 ਨੂੰ ਪੂਰੇ 11 ਵਜੇ ਅਸੀਂ ਡਾਕਟਰ ਦੇ ਪਹੁੰਚ ਗਏ। ਡਾਕਟਰ ਥੋੜੀ ਦੇਰ ਨਾਲ ਪਹੁੰਚੀ। ਬਾਹਰ ਖੜੇ ਹੋਣ ਦਾ ਸਵਾਲ ਹੀ ਨਹੀਂ ਸੀ, ਕਿਉਂਕਿ ਬਹੁਤ ਲੋਕ ਸਾਨੂੰ ਜਾਣਦੇ ਸੀ। ਅਸਲ 'ਚ ਰਾਕੇਸ਼ ਦਾ ਜਨਮ ਹੀ ਸੰਜੋਲੀ ਵਿਖੇ ਹੋਇਆ ਸੀ ਤੇ ਉਹ ਤਕਰੀਬਨ 25 ਸਾਲ ਇੱਥੇ ਰਹੇ ਸੀ। ਕਈ ਵਾਰੀ ਜ਼ਿੰਦਗੀ ਨਿੱਕੀਆਂ ਗੱਲਾਂ ਨਾਲ ਹੀ ਬੜੀ ਗੁੰਝਲ ਵਾਲੀ ਹੋ ਜਾਂਦੀ ਹੈ। ਹਸਪਤਾਲ ਸੰਜੋਲੀ ਬਾਜ਼ਾਰ ਦੇ ਅੱਧ 'ਚ ਸੀ। ਅਸੀਂ ਡਰਾਈਵਰ ਨੂੰ ਗੱਡੀ ਥੋੜੀ ਦੂਰੀ ਤੇ ਹੀ ਰੋਕਣ ਲਈ ਕਿਹਾ ਤੇ ਬਿਨਾਂ ਇੱਧਰ ਉੱਧਰ ਦੇਖੇ ਛੇਤੀ ਦੇ ਕੇ ਅੰਦਰ ਆ ਗਏ। ਸਾਨੂੰ ਡਰ ਸੀ ਕਿ ਡਾਕਟਰ ਕੋਲ ਜਾਂਦੇ ਹੋਏ ਕੋਈ ਰਾਹ 'ਚ ਰੋਕ ਨਾ ਲਵੇ। ਅਸੀਂ ਇੱਕ ਛੋਟੇ ਜਿਹੇ ਕਮਰੇ 'ਚ ਬੈਠੇ ਸੀ। ਡਾਕਟਰ ਸਾਡੇ ਕੋਲ ਆ ਕੇ ਮੁਸਕਰਾਈ ਤੇ ਆਪਣੇ ਕੈਬਿਨ 'ਚ ਚਲੀ ਗਈ। ਮੈਨੂੰ ਥੋੜੀ ਬੇਚੈਨੀ ਮਹਿਸੂਸ ਹੋ ਰਹੀ ਸੀ। ਅਸੀਂ ਉਹਦੇ ਅੰਦਰ ਵਾਲੇ ਕਮਰੇ 'ਚ ਗਏ। ਫਿਰ ਦੁਬਾਰਾ ਉਹੀ ਕਾਰਵਾਈ, ਛਾਤੀ ਨੰਗੀ ਕਰਕੇ ਖੜੇ ਹੋਵੋ, ਫਿਰ ਉਹਦੇ ਮੁਆਇਨਾ ਕਰਨ ਸਮੇਂ ਝੁਕੋ। ਡਾਕਟਰ ਨੂੰ ਕੁਝ ਵੀ ਅਜੀਬ ਮਹਿਸੂਸ ਨਹੀਂ ਹੋਇਆ। ਮੇਰੇ ਮਨ ਦਾ ਬੋਝ ਉਤਰ ਗਿਆ। ਪਰ ਫਿਰ ਉਹਨੇ ਸੰਦੇਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਲਟਰਾਸਾਊਂਡ ਕਰਨ ਦੀ ਗੱਲ ਵੀ ਕਹੀ। ਇਸ ਵਿੱਚ ਵੀ ਗੰਢ ਦਾ ਆਕਾਰ ਪਹਿਲਾਂ ਵਰਗਾ ਹੀ ਸੀ, ਇਸ ਲਈ ਫਿਕਰ ਦੀ ਕੋਈ ਗੱਲ ਨਹੀਂ। ਪਰ ਵਹਿਮ ਪੂਰੀ ਤਰ੍ਹਾਂ ਦੂਰ ਕਰਨ ਲਈ ਉਹਨੇ ਮੈਮੋਗ੍ਰਾਮ, ਛਾਤੀ ਦੇ ਕੈਂਸਰ ਲਈ ਖਾਸ ਕਿਸਮ ਦਾ ਟੈਸਟ ਦੀ ਸਲਾਹ ਦਿੱਤੀ। ਰਾਕੇਸ਼ ਦੇ ਪੁੱਛਣ ਤੇ ਕਿ ਕੀ ਇਹਦੀ ਜਲਦੀ ਲੋੜ ਹੈ ਤਾਂ ਉਹਨੇ ਬੜੇ ਆਰਾਮ ਨਾਲ ਕਿਹਾ ਕਿ ਅਸੀਂ 20-30 ਦਿਨਾਂ ਬਾਅਦ ਵੀ ਆ ਸਕਦੇ ਹਾਂ। ਐਮਰਜੈਂਸੀ ਕੋਈ ਨਹੀਂ, ਸਿਰਫ ਕਿਸੇ ਕਿਸਮ ਦੀ ਗੜਬੜ ਦਾ ਵਹਿਮ ਹੀ ਕੱਢਣਾ ਹੈ। ਪਰ ਕਿਉਂਕਿ ਬਣੀ ਹੋਈ ਗੰਢ ਮੋਟੀ ਤੇ ਦਰਦ ਕਰਨ ਵਾਲੀ ਸੀ, ਇਸ ਲਈ ਉਹਨੇ ਮੈਨੂੰ ਵਿਟਾਮਿਨ ਈ ਲੈਣ ਦੀ ਸਲਾਹ ਦਿੱਤੀ। ਹੁਣ ਅਸੀਂ ਖੁਸ਼ ਤੇ ਬੇਫਿਕਰ ਹੋ ਕੇ ਕਲੀਨਿਕ ਤੋਂ ਨਿਕਲੇ। ਰਾਕੇਸ਼ ਨੂੰ 11:45 ਵਜੇ ਦਫ਼ਤਰ ਤੋਂ ਫੋਨ ਆ ਗਿਆ ਤੇ ਉਹ ਚਲੇ ਗਏ। ਮੈਂ ਲਾਇਬ੍ਰੇਰੀ ਜਾ ਕੇ ਆਪਣੀ ਆਉਣ ਵਾਲੀ ਕਿਤਾਬ ਵਿਸਪਰਿੰਗ ਦਿਓਦਾਰਸ ਰਾਈਟਿੰਗ ਫਰਮ ਸ਼ਿਮਲਾ ਹਿਲਸ ਦੀ ਭੂਮਿਕਾ ਲਿਖਣ ਦਾ ਮਨ ਬਣਾਇਆ। ਰਾਕੇਸ਼ ਨੇ ਆਪਣੇ ਬੌਸ ਤੋਂ ਇਹ ਕਹਿ ਕੇ ਸ਼ਨੀਵਾਰ ਦੀ ਛੁੱਟੀ ਲੈ ਲਈ ਕਿ ਚੰਡੀਗੜ੍ਹ ਕੰਮ ਹੈ। ਮੈਨੂੰ ਥੋੜਾ ਜਿਹਾ ਗੁੱਸਾ ਵੀ ਆਇਆ ਕਿ ਜਦੋਂ ਟੈਸਟ ਕਰਾਉਣ ਦੀ ਐਮਰਜੈਂਸੀ ਨਹੀਂ ਤਾਂ ਇਸ ਲਈ ਇੰਨੀ ਛੇਤੀ ਚੰਡੀਗੜ੍ਹ ਭੱਜਣ ਦੀ ਕੀ ਲੋੜ ਹੈ। ਡਾਕਟਰ ਨੇ ਕਹਿ ਹੀ ਦਿੱਤਾ ਸੀ ਕਿ ਕੋਈ ਕਾਲ ਨਹੀਂ। ਫਿਰ ਵੀ ਮੈਂ 40 ਵਰ੍ਹਿਆਂ ਤੋਂ ਥੱਲੇ ਹੀ ਹਾਂ ਤੇ ਮੈਨੂੰ ਖਤਰਾ ਹੋ ਵੀ ਨਹੀਂ ਸੀ ਸਕਦਾ। ਫਿਰ ਮੇਰਾ ਵੱਡਾ ਭਰਾ ਨੀਰਜ ਆਪਣੀ ਨਵੀਂ ਕਾਰ ਦੀ ਖੁਸ਼ੀ ਮਨਾਉਣ ਆ ਰਿਹਾ ਸੀ। ਸ਼ਸ਼ੀਕਾਂਤ ਨੇ ਵੀ ਘਰ ਬਦਲਣਾ ਸੀ, ਪਰ ਰਾਕੇਸ਼ ਨੇ ਮੇਰੀ ਕੋਈ ਦਲੀਲ ਨਹੀਂ ਸੁਣੀ ਤੇ ਕਿਹਾ ਕਿ ਜੇਕਰ ਡਾਕਟਰ ਨੇ ਟੈਸਟ ਕਹੇ ਹੈ ਤੇ ਕਰਵਾਉਣੇ ਹੀ ਹੈ, ਕਿਉਂ ਨਾ ਛੇਤੀ ਕਰਵਾ ਲਏ ਜਾਣ। ਅਸੀਂ ਸਾਰਿਆਂ ਨੂੰ, ਦੋਵੇਂ ਪਾਸੇ ਦੇ ਮਾਤਾ-ਪਿਤਾ, ਸਰ, ਸ਼ਸ਼ੀਕਾਂਤ ਤੇ ਬਾਕੀ ਗਰੁੱਪ, ਇਹੀ ਦੱਸਿਆ ਸੀ ਕਿ ਸਾਡੇ ਚੰਡੀਗੜ੍ਹ ਜਾਣ ਦਾ ਕਾਰਨ ਰਾਕੇਸ਼ ਦੀ ਜ਼ਰੂਰੀ ਮੀਟਿੰਗ ਹੈ। ਧੰਨਵਾਦ। ਚੌਥਾ ਅੰਗ ਹੈ 26 ਜੁਲਾਈ 2008 ਸ਼ਨੀਵਾਰ। ਸਾਡਾ ਪ੍ਰੋਗਰਾਮ ਅਗਲੇ ਦਿਨ ਐਤਵਾਰ ਸ਼ਾਮ ਨੂੰ ਆਉਣ ਦਾ ਸੀ।
ਮੈਨੂੰ ਫਿਕਰ ਸੀ ਕਿ ਫ੍ਰਿਜ 'ਚ ਮਲਾਈ ਦਾ ਇੰਨਾ ਵੱਡਾ ਕਟੋਰਾ ਮੱਖਣ ਕੱਢਣ ਤੇ ਘਿਓ ਬਣਾਉਣ ਲਈ ਪਿਆ, ਪਰ ਸਮਾਂ ਨਾ ਹੋਣ ਕਾਰਨ ਇਹਨੂੰ 2 ਦਿਨ ਪਿੱਛੇ ਪਾਉਣਾ ਪਿਆ। ਮੈਂ ਆਪਣੇ ਬੂਟ ਬਾਲਟੀ 'ਚ ਭਿਉਂ ਦਿੱਤੇ ਤਾਂ ਕਿ ਸਾਡੀ ਕੰਮ ਵਾਲੀ ਸੁਨੀਤਾ ਆ ਕੇ ਇਹਨੂੰ ਧੋ ਸਕੇ। ਸਾਡੇ ਘਰ ਦੀਆਂ ਚਾਬੀਆਂ ਥੱਲੇ ਵਾਲੇ ਫਲੈਟ 'ਚ ਬਾਲਾ ਜੀ ਦੇ ਘਰ ਸੀ। ਮੇਰੇ ਘਰ ਨਾ ਹੋਣ ਤੇ ਸੁਨੀਤਾ ਉੱਥੋਂ ਚਾਬੀ ਲੈ ਕੇ ਕੰਮ ਕਰ ਜਾਂਦੀ ਸੀ। ਮੈਂ ਦੁੱਧ ਵਾਲੇ ਨੂੰ ਵੀ ਐਤਵਾਰ ਨੂੰ ਬਾਲਾ ਜੀ ਦੇ ਘਰ ਦੁੱਧ ਪਾਉਣ ਲਈ ਕਹਿ ਕੇ ਗਈ, ਕਿਉਂਕਿ ਸ਼ਾਮ ਤੋਂ ਪਹਿਲਾਂ ਸਾਡਾ ਘਰ ਪਰਤਣਾ ਮੁਸ਼ਕਲ ਸੀ। ਸ਼ਨੀਵਾਰ ਸਵੇਰੇ 6 ਵਜੇ ਅਸੀਂ ਸ਼ਿਮਲਾ ਤੋਂ ਚੱਲੇ। ਮੈਨੂੰ ਕੀ ਪਤਾ ਸੀ ਕਿ ਹਾਲਾਤ ਕੀ ਹੋਣੇ ਆ। ਸ਼ਾਇਦ ਪਹਿਲੀ ਵਾਰ ਅਸੀਂ ਸੋਲਨ ਤੋਂ ਲੰਘਦੇ ਹੋਏ ਘਰ ਨਹੀਂ ਰੁਕੇ, ਕਿਉਂਕਿ ਸਾਹਮਣੇ ਜਾ ਕੇ ਝੂਠ ਬੋਲਣਾ ਮੁਸ਼ਕਲ ਜਾਪਦਾ ਸੀ। ਅਸੀਂ 10 ਵਜੇ ਡਾਕਟਰ ਬਲਜੀਤ ਕੌਰ ਦੇ ਕਲੀਨਿਕ ਪਹੁੰਚ ਗਏ। ਡਾਕਟਰ ਹਾਲੇ ਪਹੁੰਚੀ ਨਹੀਂ ਸੀ। ਰਾਕੇਸ਼ ਨੇ ਸੋਫੇ ਤੇ ਬੈਠ ਕੇ ਇੱਕ ਮੈਗਜ਼ੀਨ ਪੜ੍ਹਨਾ ਸ਼ੁਰੂ ਕਰ ਦਿੱਤਾ, ਪਰ ਮੈਨੂੰ ਬੇਚੈਨੀ ਜੀ ਹੋ ਰਹੀ ਸੀ। ਜਲਦੀ ਮੈਨੂੰ ਮੈਮੋਗ੍ਰਾਮ ਲਈ ਬੁਲਾਇਆ ਗਿਆ, ਜਿਹਦੀ ਮੈਨੂੰ ਕੁਝ ਆਦਤ ਹੋ ਚੁੱਕੀ ਸੀ। ਰਾਕੇਸ਼ ਨੇ ਫਿਕਰ ਨਾ ਕਰਦੇ ਅੰਦਾਜ਼ 'ਚ ਮੁਸਕਰਾ ਕੇ ਮੈਨੂੰ ਜਾਣ ਲਈ ਕਿਹਾ ਤੇ ਮੈਨੂੰ ਬੁਲਾਉਣ ਆਈ ਲੜਕੀ ਦੇ ਪਿੱਛੇ ਪਿੱਛੇ ਤੁਰ ਪਈ। ਟੈਸਟ ਤਾਂ ਪਹਿਲਾਂ ਦੀ ਤਰ੍ਹਾਂ ਹੀ ਦਰਦ ਦੇਣ ਵਾਲਾ ਸੀ, ਪਰ ਦਰਦ ਦੀ ਮਾਤਰਾ ਤੇ ਕਿਸਮ ਦਾ ਪਹਿਲਾਂ ਹੀ ਪਤਾ ਹੋਣ ਕਾਰਨ ਕੁਝ ਠੀਕ ਹੀ ਰਿਹਾ। ਵਾਪਸ ਆਉਣ ਤੇ ਮੈਂ ਥੋੜੀ ਜਿਹੀ ਜਗ੍ਹਾ 'ਚ ਸੁੰਗੜ ਕੇ ਬੈਠ ਗਈ। ਕਲੀਨਿਕ ਪਰੇਸ਼ਾਨ ਦਿਸਦੇ ਲੋਕਾਂ ਨਾਲ ਭਰਿਆ ਪਿਆ ਸੀ। ਭਾਵੇਂ ਹਾਲੇ ਥੋੜਾ ਹੀ ਸਮਾਂ ਹੋਇਆ ਸੀ, ਪਰ ਸਾਨੂੰ ਬੇਚੈਨੀ ਸੀ ਕਿ ਡਾਕਟਰ ਖੁਦ ਆ ਕੇ ਸਾਨੂੰ ਵਿਹਲੇ ਕਰ ਦੇਵੇ। ਜਦੋਂ ਜ਼ਿਆਦਾ ਸਮਾਂ ਗੁਜ਼ਰਦਾ ਗਿਆ ਤਾਂ ਸਾਨੂੰ ਟੈਸਟ ਦੇ ਨਤੀਜੇ ਬਾਰੇ ਫਿਕਰ ਜਿਹਾ ਹੋਣ ਲੱਗਾ। ਰਾਕੇਸ਼ ਵੀ ਮੈਗਜ਼ੀਨ ਪੜ੍ਹਨ ਦੀ ਕੋਸ਼ਿਸ਼ ਕਰਦੇ ਰਹੇ। ਅੱਧੇ ਘੰਟੇ ਬਾਅਦ ਡਾਕਟਰ ਆਈ ਤੇ ਮੈਨੂੰ ਅੰਦਰ ਬੁਲਾਇਆ ਗਿਆ। ਮੈਂ ਆਪਣੇ ਬੂਟ ਉਤਾਰ ਕੇ ਅੰਦਰ ਗਈ। ਹੈਲੋ, ਕੀ ਹਾਲ ਹੈ? ਮੈਂ ਵੀ ਮੁਆਇਨੇ ਵਾਲੀ ਮੇਜ਼ ਤੇ ਲੇਟਦੇ ਹੋਏ ਕਿਹਾ। ਠੀਕ ਹੈ। ਤੁਸੀਂ ਪਿਛਲੀ ਵਾਰੀ ਮੈਮੋਗ੍ਰਾਮ ਕਦੋਂ ਕਰਵਾਇਆ ਸੀ? ਮੇਰੇ ਖਿਆਲ 'ਚ 2 ਸਾਲ ਹੋ ਗਏ। ਤੁਸੀਂ ਕਿਹਾ ਸੀ ਕਿ 40 ਦੇ ਹੋਣ ਤੋਂ ਬਾਅਦ ਕਰਾਉਣਾ ਹੈ, ਪਰ ਮੈਂ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਆ ਕੇ ਗਲਤੀ ਕੀਤੀ ਹੈ। ਉਹਨੇ ਮੇਰੀਆਂ ਛਾਤੀਆਂ ਤੇ ਜਲ ਲਗਾਉਂਦੇ ਕਿਹਾ। ਮੈਨੂੰ ਉਹਦੇ ਖਰਵੇ ਜਿਹੇ ਜਵਾਬ ਤੇ ਥੋੜੀ ਹੈਰਾਨੀ ਹੋਈ। ਮੈਨੂੰ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਸਭ ਕੁਝ ਠੀਕ ਹੈ ਤੇ ਹਰ ਸਾਲ ਆਉਣ ਦੀ ਲੋੜ ਨਹੀਂ। 40 ਸਾਲ ਦੀ ਹੋਣ ਤੋਂ ਬਾਅਦ ਹੀ ਹਰ ਸਾਲ ਕਰਵਾਉਣਾ ਹੈ। ਨਹੀਂ, ਅਸੀਂ ਕਦੇ ਵੀ ਮਰੀਜ਼ ਨੂੰ ਇਹ ਸਲਾਹ ਨਹੀਂ ਦਿੰਦੇ। ਮੈਂ ਰਿਪੋਰਟ 'ਚ ਵੀ ਜ਼ਰੂਰ ਲਿਖਿਆ ਹੋਏਗਾ ਕਿ ਮੈਮੋਗ੍ਰਾਮ ਹਰ ਸਾਲ ਕਰਵਾਉਣਾ ਹੈ। ਮੈਨੂੰ ਲੱਗਦਾ ਰਿਹਾ ਸੀ ਕਿ ਕਿਹਾ ਸੀ, ਪਰ ਮੈਂ ਚੁੱਪ ਕਰ ਗਈ। ਉਹਨੇ ਛੇਤੀ ਮੈਨੂੰ ਉੱਠਣ ਲਈ ਕਿਹਾ। ਕੀ ਸਭ ਕੁਝ ਠੀਕ ਹੈ? ਇਹ ਸਵਾਲ ਹਰ ਵਾਰੀ ਦੇ ਟੈਸਟ ਤੋਂ ਬਾਅਦ ਮੈਨੂੰ ਪੁੱਛਣ ਦੀ ਆਦਤ ਜੀ ਹੋ ਗਈ ਸੀ। ਨਹੀਂ, ਸੱਜੀ ਛਾਤੀ 'ਚ ਥੋੜੀ ਕੈਲਸੀਫਿਕੇਸ਼ਨ ਹੈ। ਹੁਣ ਮੇਰੀ ਜਾਣੇ ਬੁਲਾ ਕੇ ਕੈਲਸੀਫਿਕੇਸ਼ਨ ਕੀ ਹੁੰਦੀ ਹੈ। ਅੱਗੇ ਤਾਂ ਇਹ ਸ਼ਬਦ ਕਦੇ ਨਹੀਂ ਬੋਲਿਆ ਗਿਆ। ਮੈਨੂੰ ਕੁਝ ਵੀ ਸਮਝ ਨਹੀਂ ਆਈ। ਮੈਮੋਗ੍ਰਾਮ ਸਹੀ ਨਹੀਂ ਹੈ। ਤੁਹਾਡੇ ਪਤੀ ਕਿੱਥੇ ਹੈ? ਬਾਹਰ। ਅੰਦਰ ਬੁਲਾਓ। ਇਹ ਕੀ ਹੋ ਰਿਹਾ ਹੈ? ਇਹ ਰਾਕੇਸ਼ ਨੂੰ ਕਿਉਂ ਬੁਲਾ ਰਹੀ ਹੈ? ਤੇ ਫਿਰ ਸਹੀ ਤੇ ਗਲਤ ਮੈਮੋਗ੍ਰਾਮ ਕੀ ਹੁੰਦਾ ਹੈ? ਮੈਂ ਕੈਬਿਨ ਦਾ ਦਰਵਾਜ਼ਾ ਖੋਲ੍ਹਿਆ। ਰਾਕੇਸ਼ ਮੁਸਕਰਾਉਂਦੇ ਹੋਏ ਬਾਹਰ ਖੜੇ ਸੀ। ਉਹ ਕੈਬਿਨ ਚਲੇ ਗਏ ਤੇ ਮੈਂ ਰਾਹਦਾਰੀ 'ਚ ਬਾਹਰ ਖੜੀ ਸੀ। ਬਹੁਤ ਜ਼ਿਆਦਾ ਸੰਦੇਹ ਵਾਲਾ ਮੈਮੋਗ੍ਰਾਮ ਹੈ। ਮੈਨੂੰ ਬਹੁਤ ਜ਼ਿਆਦਾ ਕੈਲਸੀਫਿਕੇਸ਼ਨ ਦਿਸ ਰਹੀ ਹੈ। ਤੁਹਾਨੂੰ ਛਾਤੀ ਦੇ ਮਾਹਰ ਕੋਲ ਜਾ ਕੇ FNAC ਕਰਾਉਣਾ ਪਏਗਾ। ਮੈਨੂੰ ਡਾਕਟਰ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਰਾਕੇਸ਼ ਹੌਲੀ-ਹੌਲੀ ਠੀਕ ਹੈ ਕਹਿੰਦੇ ਹੋਏ ਬਾਹਰ ਆ ਗਏ। ਕੀ ਹੋਇਆ? ਮੇਰੀ ਆਵਾਜ਼ 'ਚ ਡਰ ਸੀ। ਕੁਝ ਵੀ ਨਹੀਂ, ਸਿਰਫ ਛਾਤੀ ਦੇ ਮਾਹਰ ਕੋਲ ਜਾ ਕੇ ਇੱਕ ਹੋਰ ਟੈਸਟ ਕਰਵਾਉਣਾ ਹੈ। ਉਹਨੇ ਲਾਪਰਵਾਹੀ ਦੇ ਅੰਦਾਜ਼ 'ਚ ਕਿਹਾ, ਪਰ ਹੁਣ ਮਨ 'ਚ ਗੜਬੜੀ ਦਾ ਸੰਦੇਹ ਪੈਦਾ ਹੋ ਰਿਹਾ ਸੀ। ਕੀ ਇਹ ਉਹ ਤਾਂ ਨਹੀਂ? ਪਰ ਨਹੀਂ, ਉਹ ਨਹੀਂ ਹੋ ਸਕਦਾ। ਅਸੀਂ ਤਾਂ ਕਿਸੇ ਛਾਤੀ ਦੇ ਮਾਹਰ ਨੂੰ ਵੀ ਨਹੀਂ ਜਾਣਦੇ ਸੀ। ਡਾਕਟਰ ਰਿਪੋਰਟ ਲੈ ਕੇ ਬਾਹਰ ਆਈ ਤੇ ਕਿਹਾ, ਜੇ FNAC ਟੈਸਟ 'ਚ ਕੁਝ ਨਾ ਵੀ ਆਵੇ ਤਾਂ ਵੀ ਡਾਕਟਰ ਨੂੰ ਇਹ ਰਿਪੋਰਟ ਜ਼ਰੂਰ ਦਿਖਾ ਦੇਣੀ। ਰਿਪੋਰਟ ਫੜਾ ਕੇ ਉਹ ਆਪਣੇ ਕੈਬਿਨ 'ਚ ਚਲੀ ਗਈ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਕੁਝ ਜ਼ਿਆਦਾ ਹੀ ਗੜਬੜ ਹੈ। ਮੇਰੀਆਂ ਹੱਡੀਆਂ ਜਿਵੇਂ ਪੰਘਰਦੀਆਂ ਜਾ ਰਹੀਆਂ ਸਨ। ਉਹਨੂੰ ਕਹੋ ਕਿ ਕਿਸੇ ਛਾਤੀ ਦੇ ਮਾਹਰ ਬਾਰੇ ਦੱਸ ਦੇਵੇ। ਰਿਪੋਰਟ ਪੜ੍ਹ ਰਹੇ ਰਾਕੇਸ਼ ਨੂੰ ਮੈਂ ਕਿਹਾ। ਮੈਂ ਖੁਦ ਰਿਪੋਰਟ ਬਿਲਕੁਲ ਵੀ ਪੜ੍ਹਨਾ ਨਹੀਂ ਚਾਹੁੰਦੀ ਸੀ। ਫਿਕਰ ਨਾ ਕਰੋ, ਅਸੀਂ ਡਾਕਟਰ ਕੋਲ ਜਾਵਾਂਗੇ। ਅਸੀਂ ਡਾਕਟਰ ਵਿਜੇ ਲక్ష్ਮੀ ਪੰਡਤ ਨਾਲ ਗੱਲ ਕਰਕੇ FNAC ਲਈ ਚੱਲਾਂਗੇ। ਰਾਕੇਸ਼ ਹਾਲੇ ਰਿਪੋਰਟ ਹੀ ਪੜ੍ਹੀ ਜਾ ਰਹੇ ਸੀ। ਅਸੀਂ ਕਿਸੇ ਛਾਤੀਆਂ ਦੇ ਮਾਹਰ ਨੂੰ ਨਹੀਂ ਜਾਣਦੇ ਸੀ। ਮੈਂ ਤਾਂ ਉਹਨਾਂ ਦੇ ਬਾਰੇ ਸੁਣਿਆ ਵੀ ਨਹੀਂ ਸੀ। ਰਾਕੇਸ਼ ਫਿਰ ਕੈਬਿਨ 'ਚ ਚਲੇ ਗਏ। ਮੇਰੇ ਅੰਦਰ ਬਹੁਤ ਘਬਰਾਹਟ ਸੀ। ਕਿ ਮੈਨੂੰ ਸੱਚਮੁੱਚ ਇਹ ਨਾਮੁਰਾਦ ਬਿਮਾਰੀ ਹੋ ਗਈ ਹੈ? ਕਿ ਮੇਰਾ ਆਖਰੀ ਸਮਾਂ ਆ ਗਿਆ? ਰਾਕੇਸ਼ ਬਾਹਰ ਆਏ ਤਾਂ ਕਾਫੀ ਗੰਭੀਰ ਸੀ। ਡਾਕਟਰ ਨੇ ਕਿਹਾ ਸੀ ਕਿ ਅਸੀਂ PGI ਵਿੱਚ ਕਿਸੇ ਸਰਜਨ ਨਾਲ ਗੱਲ ਕਰ ਸਕਦੇ ਹਾਂ। ਰਾਕੇਸ਼ ਨੇ ਆਪਣਾ ਫੋਨ ਕੱਢਿਆ ਤੇ ਕਿਹਾ, ਆਓ ਚੱਲੀਏ, ਮੈਂ ਡਾਕਟਰ ਵਿਜੇ ਲక్ష్ਮੀ ਨੂੰ ਫੋਨ ਕਰਦਾ।
ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਮੇਰੀਆਂ ਲੱਤਾਂ ਤਾਂ ਜਿਵੇਂ ਬੇਜਾਨ ਤੇ ਬਹੁਤ ਭਾਰੀ ਹੋ ਗਈਆਂ ਸੀ। ਮੇਰਾ ਸਰੀਰ ਤਾਂ ਜਿਵੇਂ ਕਾਬੂ ਵਿੱਚ ਹੀ ਨਹੀਂ ਸੀ। ਮੈਂ ਹੌਲੀ-ਹੌਲੀ ਤੁਰ ਕੇ ਕਲੀਨਿਕ ਤੋਂ ਬਾਹਰ ਆਈ। ਰਾਕੇਸ਼ ਨੇ ਕਿਹਾ, ਆਓ ਕਿਧਰੇ ਬੈਠਦੇ ਹਾਂ, ਪਰ ਆਸੇ-ਪਾਸੇ ਦੁਕਾਨਾਂ ਹੋਣ ਕਾਰਨ ਬੈਠਣ ਦੀ ਕੋਈ ਥਾਂ ਹੀ ਨਹੀਂ ਸੀ। ਮੇਰਾ ਦਿਮਾਗ ਜਿਵੇਂ ਸੁੰਨ ਹੋ ਰਿਹਾ ਸੀ। ਮੈਂ ਲੋਕਾਂ ਤੋਂ ਦੂਰ ਚਲੀ ਜਾਣਾ ਚਾਹੁੰਦੀ ਸੀ। ਰਾਕੇਸ਼ ਕਹੀ ਜਾ ਰਹੀ ਸੀ, ਤੂੰ ਇੰਨੀ ਪਰੇਸ਼ਾਨ ਕਿਉਂ ਹੋ ਰਹੀ ਹੈ? ਡਾਕਟਰ ਨੇ ਤਾਂ ਸਿਰਫ ਟੈਸਟ ਕਰਵਾਉਣ ਲਈ ਕਿਹਾ ਹੈ, ਹੋਰ ਕੁਝ ਵੀ ਨਹੀਂ। ਅਸੀਂ ਟੈਸਟ ਕਰਵਾਵਾਂਗੇ, ਡਾਕਟਰ ਦੀ ਗੱਲ ਤੇ ਵਿਸ਼ਵਾਸ ਕਰ, ਐਵੇਂ ਆਪਣੇ ਮਤਲਬ ਨਾ ਕੱਢੀ ਜਾ। ਪਰ ਮੈਨੂੰ ਪਤਾ ਸੀ ਕਿ ਉਹ ਇਹ ਸਾਰੀਆਂ ਗੱਲਾਂ ਮੇਰਾ ਮਨ ਰੱਖਣ ਲਈ ਕਹਿ ਰਹੇ ਹਨ। ਮੈਨੂੰ ਬਿਮਾਰੀ ਹੋ ਗਈ ਹੈ ਤੇ ਇਹਦਾ ਕੋਈ ਹੱਲ ਨਹੀਂ। ਮੈਂ ਸੜਕ ਦੇ ਇੱਕ ਪਾਸੇ ਚਬੂਤਰੇ ਜਿਹੇ ਤੇ ਆਪਣਾ ਸਿਰ ਫੜ ਕੇ ਬੈਠ ਗਈ। ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜ਼ਿੰਦਗੀ ਦੇ ਦਰਵਾਜ਼ੇ ਬੰਦ ਹੋ ਗਏ ਜਾਪਦੇ ਸੀ। ਰਾਕੇਸ਼ ਬਹੁਤ ਕਾਹਲ ਨਾਲ ਡਾਕਟਰ ਵਿਜੇ ਲక్ష్ਮੀ ਨੂੰ ਫੋਨ ਮਿਲਾ ਰਹੇ ਸਨ। ਮੈਨੂੰ ਜਿਵੇਂ ਬਹੁਤ ਦੂਰੋਂ ਉਹਨਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਪਰ ਹੁਣ ਜਿਵੇਂ ਮੈਨੂੰ ਕੋਈ ਫਰਕ ਨਹੀਂ ਸੀ ਪੈਣਾ। ਮੈਂ ਤਾਂ ਜਿਵੇਂ ਆਪਣੇ ਅੰਤ ਨੂੰ ਸਵੀਕਾਰ ਕਰ ਹੀ ਲਿਆ। ਦਿਮਾਗ ਦਾ ਇੱਕ ਨਿੱਕਾ ਜਿਹਾ ਹਿੱਸਾ ਵੀ ਇਹ ਨਹੀਂ ਸੀ ਕਹਿ ਰਿਹਾ ਕਿ ਕਿਧਰੇ ਗਲਤੀ ਲੱਗੀ ਹੋ ਸਕਦੀ ਹੈ। ਮੈਨੂੰ ਕੁਝ ਵੀ ਪਤਾ ਨਹੀਂ ਕਿ ਮੈਂ ਕਿੰਨੀ ਦੇਰ ਉਸ ਥੜੀ ਜਿਹੀ ਤੇ ਬੈਠੀ ਰਹੀ। ਆਪਣੇ ਆਸ-ਪਾਸ ਦੇ ਲੋਕ, ਗੱਡੀਆਂ, ਸੜਕ ਤੋਂ ਬੇਖਬਰ ਮੈਂ ਕਿਧਰੇ ਜਾਣ ਲਈ ਤਿਆਰ ਨਹੀਂ ਸੀ। ਰਾਕੇਸ਼ ਵੀ ਮੇਰੇ ਨਾਲ ਹੀ ਥੜੀ ਤੇ ਬੈਠ ਗਏ। ਉਹ ਕਹਿ ਰਹੇ ਸਨ, ਡਾਕਟਰ ਵਿਜੇ ਲక్ష్ਮੀ 1:30 ਵਜੇ ਆ ਜਾਣਗੇ। ਇੰਨਾ ਸਮਾਂ ਅਸੀਂ ਕੁਝ ਖਾ ਪੀ ਲਈਏ, ਉਹਨਾਂ ਨੂੰ ਮਿਲਣ ਜ਼ਰੂਰ ਜਾਣਾ ਹੈ। ਪਰ ਭੋਜਨ ਦਾ ਮੈਨੂੰ ਹੁਣ ਕੀ ਫਾਇਦਾ? ਪਰ ਉਹ ਕਹਿ ਰਹੇ ਸਨ, ਇਸੇ ਤਰ੍ਹਾਂ ਥੋੜੀ ਬੈਠੇ ਰਹਾਂਗੇ, ਚਲੋ ਚੱਲੀਏ। ਪਤਾ ਨਹੀਂ ਕਿਵੇਂ ਮੈਨੂੰ ਵੀ ਇਹ ਗੱਲ ਸਮਝ ਆ ਗਈ। ਡਿੱਗਦੀ ਢਹਿੰਦੀ ਮੈਂ ਖੜੀ ਹੋ ਗਈ। ਅਸੀਂ ਜਿਪਸੀ 'ਚ ਚੁੱਪਚਾਪ ਬੈਠ ਗਏ। ਰਾਕੇਸ਼ ਨੇ 2 ਵਾਰੀ ਮੇਰਾ ਹੱਥ ਵੀ ਜ਼ੋਰ ਦੀ ਫੜਿਆ, ਪਰ ਮੇਰੇ ਅੰਦਰ ਤਾਂ ਜਿਵੇਂ ਭਾਵਨਾ ਹੀ ਖਤਮ ਹੋ ਗਈ ਸੀ। ਡਰਾਈਵਰ ਹੋਣ ਕਾਰਨ ਮੈਂ ਰੋ ਵੀ ਨਹੀਂ ਸੀ ਸਕਦੀ। ਡਾਕਟਰ ਵਿਜੇ ਲక్ష్ਮੀ ਦੇ ਆਉਣ ਤੋਂ 1 ਘੰਟਾ ਪਹਿਲਾਂ ਅਸੀਂ ਸੈਕਟਰ 17 ਪਹੁੰਚ ਗਏ। ਅਸੀਂ ਇੱਕ ਦਰਖਤ ਹੇਠਾਂ ਬੈਠ ਗਏ। ਮੇਰੀਆਂ ਅੱਖਾਂ ਤੋਂ ਹੰਝੂਆਂ ਦੀ ਨਦੀ ਵਗ ਰਹੀ ਸੀ। ਮੇਰੀ ਜ਼ਿੰਦਗੀ ਇੱਕ ਫਿਲਮ ਦੀ ਤਰ੍ਹਾਂ ਮੇਰੀਆਂ ਅੱਖਾਂ ਅੱਗੋਂ ਲੰਘ ਰਹੀ ਸੀ। ਛੋਟੇ ਹੁੰਦੇ ਮੈਂ ਕੇਲੇ ਦੇ ਛਿਲਕੇ ਤੋਂ ਤਿਲਕ ਪਈ ਸੀ। ਮੇਰੀ ਪਿੱਠ ਤੇ ਛਿਪਕਲੀ ਚੜ ਗਈ ਸੀ। ਇਸ ਤਰ੍ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਕਈ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮ ਰਹੇ ਸਨ। ਨਾਈਜੀਰੀਆ, ਮੇਰੇ ਦੋਸਤ, ਮਾਤਾ ਪਿਤਾ, ਭੈਣ ਭਰਾ, ਮੇਰੇ ਸੁਪਨੇ, ਮੇਰੀਆਂ ਕਿਤਾਬਾਂ, ਸਭ ਕੁਝ ਇੱਕ ਇੱਕ ਕਰਕੇ ਸ਼ੀਸ਼ੇ ਦੀ ਤਰ੍ਹਾਂ ਸਾਫ਼। ਰਾਕੇਸ਼ ਵੀ ਮੇਰੇ ਵਤੀਰੇ ਤੇ ਹੱਕੇ ਬੱਕੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਬਿਨਾਂ ਮਤਲਬ ਮਾੜਾ ਨਤੀਜਾ ਕੱਢ ਕੇ ਬੈਠ ਗਈ ਹਾਂ, ਪਰ ਉਹਨਾਂ ਨੇ ਮੇਰੇ ਸਦਮੇ ਨੂੰ ਮਹਿਸੂਸ ਕਰ ਲਿਆ ਸੀ। ਕੁਝ ਦੇਰ ਸਮਝਾਉਣ ਦੀ ਕੋਸ਼ਿਸ਼ ਤੋਂ ਬਾਅਦ ਉਹ ਚੁੱਪ ਕਰਕੇ ਮੇਰੇ ਨਾਲ ਬੈਂਚ ਤੇ ਬੈਠ ਗਏ। ਹੁਣ 1 ਵੱਜ ਗਿਆ। FNAC ਲਈ ਚੁਟਾਨੀ ਮੈਡੀਕਲ ਸੈਂਟਰ ਜਾਣਾ ਸੀ। ਇੱਕ ਵਾਰੀ ਫਿਰ ਮੈਂ ਅੱਖਾਂ ਪੂੰਝੀਆਂ ਤੇ ਜਿਵੇਂ ਕਿਸੇ ਹੋਰ ਦੀਆਂ ਲੱਤਾਂ ਨਾਲ ਰਾਕੇਸ਼ ਦੇ ਪਿੱਛੇ ਪਿੱਛੇ ਤੁਰ ਪਈ। ਜਦੋਂ ਅਸੀਂ ਪੌੜੀਆਂ ਚੜ੍ਹ ਕੇ ਵੇਖਿਆ ਕਿ ਇੱਕ ਵਾਰੀ ਜਦੋਂ ਮੈਂ ਕਿਸੇ ਨੂੰ ਮਿਲਣ ਇੱਥੇ ਆਈ ਸੀ, ਉਸ ਨਾਲੋਂ ਸਾਰਾ ਢਾਂਚਾ ਹੀ ਬਦਲਿਆ ਹੋਇਆ। ਰਾਕੇਸ਼ ਨੇ ਮੈਨੂੰ ਇੱਕ ਪਲਾਸਟਿਕ ਦੀ ਕੁਰਸੀ ਤੇ ਬਿਠਾ ਦਿੱਤਾ। ਡਾਕਟਰ ਵਿਜੇ ਲక్ష్ਮੀ ਹਾਲੇ ਆਏ ਨਹੀਂ ਸੀ। ਉਹਨਾਂ ਨੇ ਸਮਾਂ ਹੀ 1:30 ਵਜੇ ਦਾ ਦਿੱਤਾ ਸੀ, ਪਰ ਮੈਨੂੰ ਜਿਵੇਂ ਮੁੱਦਤਾਂ ਗੁਜ਼ਰ ਚੁੱਕੀਆਂ ਜਾਪਦੀਆਂ ਸੀ। ਅਸੀਂ ਚੁੱਪਚਾਪ ਬੈਠ ਗਏ। ਮੈਂ ਫਿਰ ਆਪਣੀ ਗੁਜ਼ਰ ਚੁੱਕੀ ਜ਼ਿੰਦਗੀ ਦੀ ਫਿਲਮ ਦੇਖਣੀ ਸ਼ੁਰੂ ਕਰ ਦਿੱਤੀ। 1:30 ਵਜੇ ਰਾਕੇਸ਼ ਨੇ ਉਹਨੂੰ ਫੋਨ ਕੀਤਾ ਤਾਂ ਉਹਨੇ ਕਿਹਾ, ਹੋਏਗਾ ਕਿ ਫਿਕਰ ਵਾਲੀ ਗੱਲ ਨਹੀਂ। ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ। ਰਾਕੇਸ਼ ਨੇ ਫੋਨ ਮੈਨੂੰ ਦੇ ਦਿੱਤਾ। ਮੈਨੂੰ ਸਮਝ ਨਾ ਆਵੇ ਮੈਂ ਕੀ ਬੋਲਾਂ। ਡਾਕਟਰ ਕਹਿ ਰਹੀ ਸੀ ਕਿ ਬਿਨਾਂ ਕਿਸੇ ਸਬੂਤ ਦੇ ਮੇਰਾ ਗਲਤ ਪਾਸੇ ਸੋਚਣਾ ਮੂਰਖਤਾਪੂਰਨ ਹੈ। ਮੈਨੂੰ ਇਸ ਮੂਡ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ, ਫਿਕਰ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਉਹਦੇ ਬੋਲਣ ਦਾ ਫਰਕ ਹੀ ਨਹੀਂ ਸੀ ਪੈ ਰਿਹਾ। ਮੈਂ ਤਾਂ ਜਿਵੇਂ ਪੂਰੀ ਤਰ੍ਹਾਂ ਸੁੰਨ ਹੋ ਗਈ ਸੀ। ਮੈਂ ਫੋਨ ਰਾਕੇਸ਼ ਨੂੰ ਵਾਪਸ ਦੇ ਦਿੱਤਾ। ਜਦੋਂ ਡਾਕਟਰ ਆਪਣੀ ਨੂੰਹ ਨਾਲ ਕਲੀਨਿਕ ਤੇ ਆਈ ਤਾਂ ਉਹਨੇ ਮੈਨੂੰ ਜੱਫੀ ਪਾ ਕੇ ਕਿਹਾ, ਰੋ ਕਿਉਂ ਰਹੀ ਹੈ? ਰੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ। ਅਸੀਂ ਉਹਦੇ ਪਿੱਛੇ ਪਿੱਛੇ ਅੰਦਰ ਚਲੇ ਗਏ। ਰਿਪੋਰਟ ਵੇਖ ਕੇ ਉਹਨੇ ਪਹਿਲਾਂ ਮੈਨੂੰ ਚੈੱਕ ਕਰਨ ਦਾ ਫੈਸਲਾ ਕੀਤਾ। ਇਸ ਵਾਰੀ ਮੈਨੂੰ ਛਾਤੀਆਂ ਨੰਗੀਆਂ ਕਰਨ ਨਾਲ ਜਿਵੇਂ ਕੋਈ ਫਰਕ ਹੀ ਨਹੀਂ ਪੈ ਰਿਹਾ ਸੀ। ਮੁਆਇਨਾ ਕਰਦੇ ਹੋਏ ਸਿਰ ਹਿਲਾ ਕੇ ਕਹਿੰਦੀ ਰਹੀ, ਕੁਝ ਵੀ ਨਹੀਂ, ਮੈਂ ਡਾਕਟਰ ਬਲਜੀਤ ਨਾਲ ਗੱਲ ਕਰਾਂਗੀ। ਕੈਬਿਨ 'ਚ ਵਾਪਸ ਆ ਕੇ ਉਹਨੇ ਕੁਝ ਦੇਰ ਗੱਲ ਕੀਤੀ। ਮੈਨੂੰ ਹੁਣ ਇਹ ਵੀ ਤਾਂਗ ਨਹੀਂ ਸੀ ਕਿ ਡਾਕਟਰ ਬਲਜੀਤ ਨੇ ਕੀ ਕਿਹਾ। ਮੈਨੂੰ ਤਾਂ ਹੁਣ ਕਿਸੇ ਵੀ ਚੀਜ਼ ਦਾ ਫਰਕ ਨਹੀਂ ਪੈ ਰਿਹਾ ਸੀ। ਹੁਣ ਉਹਨੇ FNAC ਟੈਸਟ ਕਰਨਾ ਸੀ, ਪਰ ਕੈਬਿਨ 'ਚ ਲੱਕੜ ਦਾ ਕੰਮ ਚੱਲਦਾ ਹੋਣ ਕਾਰਨ ਕੋਈ ਮੇਜ਼ ਖਾਲੀ ਨਹੀਂ ਸੀ। ਇਸ ਲਈ ਉਹ ਮੈਨੂੰ ਦੂਜੇ ਸਰਜਨ ਦੇ ਕਮਰੇ 'ਚ ਲੈ ਗਈ। ਇਹ ਸੂਈ ਵਾਲਾ ਟੈਸਟ ਅੱਜ ਦੁਬਾਰਾ ਕੀਤਾ ਜਾ ਰਿਹਾ ਸੀ। ਆਮ ਤੌਰ ਤੇ ਮੈਨੂੰ ਦਰਦ ਤੋਂ ਬਹੁਤ ਡਰ ਲੱਗਦਾ ਹੈ, ਪਰ ਅੱਜ ਤਾਂ ਜਿਵੇਂ ਸਾਰੀਆਂ ਆਵਾਜ਼ਾਂ ਹੀ ਦੂਰੋਂ ਆਉਂਦੀਆਂ ਜਾਪ ਰਹੀਆਂ ਸਨ। ਉਹਨੇ ਬਹੁਤ ਹੀ ਪਿਆਰ ਭਰੀ ਆਵਾਜ਼ 'ਚ ਕਿਹਾ ਕਿ
ਉਹ ਹੁਣ ਮੇਰੀ ਛਾਤੀ 'ਚ ਸੂਈ ਖੁਬੋਏਗੀ, ਪਰ ਮੈਨੂੰ ਸਭ ਕੁਝ ਓਪਰਾ ਜਿਹਾ ਹੀ ਲੱਗ ਰਿਹਾ ਸੀ। ਦਰਦ ਦੀ ਤਾਂ ਜਿਵੇਂ ਪਰਵਾਹ ਹੀ ਨਹੀਂ ਸੀ। ਮੈਂ ਫਿਰ ਆਪਣੀ ਜ਼ਿੰਦਗੀ ਦੇ ਦ੍ਰਿਸ਼ ਵੇਖਣੇ ਸ਼ੁਰੂ ਕਰ ਦਿੱਤੇ। ਪਤਾ ਨਹੀਂ ਮੈਂ ਕਿੰਨੀ ਦੇਰ ਉੱਥੇ ਪਈ ਰਹੀ। ਮੈਨੂੰ ਤਾਂ ਸੂਈ ਖੁਬਾਉਣ ਦਾ ਅਹਿਸਾਸ ਵੀ ਨਹੀਂ ਹੋਇਆ। ਕੁਝ ਦੇਰ ਬਾਅਦ ਮੈਨੂੰ ਉੱਠਣ ਲਈ ਕਿਹਾ ਗਿਆ। ਮੈਂ ਆਪਣੀ ਕਮੀਜ਼ ਦੇ ਬਟਨ ਬੰਦ ਕੀਤੇ, ਉਹਦੇ ਪਿੱਛੇ ਪਿੱਛੇ ਉਹਦੇ ਕਮਰੇ 'ਚ ਚਲੀ ਗਈ। ਰਾਕੇਸ਼ ਨੇ ਅੰਦਰ ਆ ਕੇ ਰਿਪੋਰਟ ਬਾਰੇ ਪੁੱਛਿਆ ਤਾਂ ਉਹਨੇ ਉਸੇ ਸਮੇਂ ਮਾਈਕਰੋਸਕੋਪ 'ਚ ਸਲਾਈਡ ਦੇਖਣ ਦੀ ਗੱਲ ਕੀਤੀ। ਉਹਨੇ ਮੈਨੂੰ ਵੀ ਨਾਲ ਪਏ ਸਟੂਲ ਤੇ ਬਿਠਾ ਲਿਆ ਤੇ ਖੁਦ ਸਲਾਈਡ ਦੇਖਣ ਲੱਗ ਪਈ। ਜਦੋਂ ਉਹਨੇ ਨਿਗਾਹ ਉੱਪਰ ਚੁੱਕੀ ਤਾਂ ਬੜੇ ਸਧਾਰਨ ਲਹਿਜੇ 'ਚ ਕਿਹਾ, ਤੁਹਾਡੇ ਸੈੱਲ ਠੀਕ ਨਹੀਂ ਹਨ, ਤੁਹਾਨੂੰ ਆਪਰੇਸ਼ਨ ਕਰਵਾਉਣਾ ਪਏਗਾ। ਮੈਂ ਹੈਰਾਨ ਹੋ ਕੇ ਉਹਦੇ ਸ਼ਬਦਾਂ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਲੱਗਿਆ ਜਿਵੇਂ ਮੈਂ ਦਲਦਲ 'ਚ ਥੱਲੇ ਤੇ ਹੋਰ ਥੱਲੇ ਧੱਸਦੀ ਜਾ ਰਹੀ ਹਾਂ। ਜਦੋਂ ਉਹਨੇ ਮੈਨੂੰ ਇਹ ਗੱਲ ਕਹੀ, ਉਸ ਸਮੇਂ ਰਾਕੇਸ਼ ਮੇਰੇ ਵੇਰਵੇ ਲਿਖਵਾਉਣ ਕਾਊਂਟਰ ਤੇ ਚਲੇ ਗਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਇੱਕੋ ਗੱਲ ਪੁੱਛੀ, ਮੇਰੀ ਇਹ ਸਮੱਸਿਆ ਕਿੰਨੀ ਦੇਰ ਦੀ ਹੈ? ਕਹਿ ਨਹੀਂ ਸਕਦੀ, ਹੋ ਸਕਦਾ ਹੈ 6 ਮਹੀਨੇ 8 ਮਹੀਨੇ। ਰਾਕੇਸ਼ ਅੰਦਰ ਆਏ ਤਾਂ ਉਹਨਾਂ ਨੂੰ ਕਿਹਾ ਗਿਆ, ਕੋਈ ਚੰਗਾ ਛਾਤੀਆਂ ਦਾ ਸਰਜਨ ਲੱਭੋ। ਰਿਪੋਰਟ ਕੀ ਹੈ? ਕਾਰਸੀਨੋਮਾ। ਇਹ ਸ਼ਬਦ ਥੋੜਾ ਸੁਣਨ ਚੰਗਾ ਜਿਹਾ ਲੱਗਾ, ਪਰ ਫਿਰ ਮਨ 'ਚ ਉਹੀ ਪਰੇਸ਼ਾਨੀ ਕਿ ਮੈਂ ਉਸ ਬਿੰਦੂ ਤੇ ਪਹੁੰਚ ਰਹੀ ਹਾਂ ਜਿੱਥੋਂ ਕੋਈ ਮੁੜ ਕੇ ਨਹੀਂ ਆਉਂਦਾ। ਕਿ ਇਹ ਸੱਚਮੁੱਚ ਮੇਰੇ ਨਾਲ ਹੋ ਰਿਹਾ ਹੈ? ਅਚਾਨਕ ਮੈਨੂੰ ਧਿਆਨ ਆਇਆ ਕਿ ਉਹ ਮੇਰੇ ਬਾਰੇ ਹੀ ਗੱਲ ਕਰ ਰਹੇ ਸਨ। ਛਾਤੀ ਦੇ ਕੈਂਸਰ ਬਾਰੇ ਜ਼ਿਆਦਾ ਫਿਕਰ ਵਾਲੀ ਕੋਈ ਗੱਲ ਨਹੀਂ। ਆਪਰੇਸ਼ਨ ਤੋਂ ਬਾਅਦ ਮੈਂ ਠੀਕ ਹੋ ਜਾਵਾਂਗੀ। ਡਾਕਟਰ ਵਿਜੇ ਲక్ష్ਮੀ ਪੰਡਤ ਅਨੁਸਾਰ ਉਹਨੂੰ ਇਸ ਖੇਤਰ ਦੇ ਕਿਸੇ ਵਧੀਆ ਡਾਕਟਰ ਬਾਰੇ ਜਾਣਕਾਰੀ ਨਹੀਂ ਸੀ। ਉਹਨੇ PGI 'ਚ ਇੱਕ ਛਾਤੀਆਂ ਦੇ ਸਰਜਨ ਬਾਰੇ ਸੁਣਿਆ ਜ਼ਰੂਰ ਸੀ, ਕਿਉਂਕਿ ਉਹਦੀ ਇੱਕ ਸਹੇਲੀ ਦਾ ਉੱਥੇ ਆਪਰੇਸ਼ਨ ਹੋਇਆ ਸੀ, ਪਰ ਨਿੱਜੀ ਪੱਧਰ ਤੇ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਰ ਉਹਨੇ ਫੋਨ ਚੁੱਕਿਆ ਤੇ ਡਾਕਟਰ ਬਲਜੀਤ ਕੌਰ ਨਾਲ ਗੱਲ ਕੀਤੀ। ਉਹਨੂੰ ਦੱਸਿਆ ਕਿ ਮਰੀਜ਼ ਦੀ ਛਾਤੀ 'ਚ ਕਾਰਸੀਨੋਜੈਨਿਕ ਸੈੱਲ ਹਨ। ਇਹ ਸ਼ਬਦ ਫਿਰ ਮੈਨੂੰ ਥੋੜਾ ਸੁਣਨ 'ਚ ਚੰਗਾ ਲੱਗਿਆ। ਖਾਲੀ ਖੜੇ ਮੈਂ ਮਾਈਕਰੋਸਕੋਪ 'ਚ ਸਲਾਈਡ ਨੂੰ ਦੇਖਣ ਲੱਗ ਪਈ। ਤਾਂ ਇਹ ਹਨ ਮੇਰੇ ਸਰੀਰ 'ਚ ਨਿਕਲੇ ਕਾਰਸੀਨੋਜੈਨਿਕ ਸੈੱਲ। ਇੰਨੇ ਛੋਟੇ, ਇੰਨੇ ਖਤਰਨਾਕ ਕਿ ਇਹ ਗਿਣਤੀ 'ਚ ਵੱਧਦੇ ਜਾ ਰਹੇ ਹੈ? ਕਿ ਇਹਨਾਂ ਦੇ ਮੂੰਹ ਮੈਨੂੰ ਖਾ ਜਾਣ ਲਈ ਬਣੇ ਹੋਏ ਹੈ? ਨਹੀਂ ਤਾਂ ਇਹ ਮੈਨੂੰ ਕਿਵੇਂ ਮਾਰ ਸਕਦੇ ਹੈ? ਅਚਾਨਕ ਮੈਨੂੰ ਜਿਵੇਂ ਬਹੁਤ ਦੂਰ ਤੋਂ ਡਾਕਟਰ ਵਿਜੇ ਲక్ష్ਮੀ ਪੰਡਤ ਦੀ ਆਵਾਜ਼ ਸੁਣਾਈ ਦਿੱਤੀ, ਤੁਸੀਂ ਛਾਤੀਆਂ ਦੇ ਮਾਹਰ ਤੋਂ ਜਲਦੀ ਮਿਲਣ ਦਾ ਸਮਾਂ ਲਓ। ਕੰਬਦੀਆਂ ਲੱਤਾਂ ਨਾਲ ਮੈਂ ਖੜੀ ਹੋ ਗਈ। ਨਵੀਂ ਜਾਣਕਾਰੀ ਨਾਲ ਮੇਰੀ ਮਾਨਸਿਕ ਅਵਸਥਾ ਦੇ ਕੋਈ ਖਾਸ ਫਰਕ ਨਹੀਂ ਪਿਆ, ਪਰ ਮੈਨੂੰ ਲੱਗਿਆ ਕਿ ਹੁਣ ਰਾਕੇਸ਼ ਵੀ ਬਹੁਤ ਪਰੇਸ਼ਾਨ ਹੋ ਗਏ ਸੀ। ਡਾਕਟਰ ਵਿਜੇ ਲక్ష్ਮੀ ਨੇ ਮੈਨੂੰ ਇੱਕ ਉਦਾਸੀ ਵਾਲੀ ਮੁਸਕਾਨ ਨਾਲ ਵੇਖ ਕੇ ਫਿਕਰ ਨਾ ਕਰਨ ਲਈ ਕਿਹਾ। ਮੈਂ ਸਿਰ ਹਿਲਾਇਆ ਤੇ ਬਿਨਾਂ ਬੋਲੇ ਬਾਹਰ ਆ ਗਈ। ਜਦੋਂ ਅਸੀਂ ਤਪਦੀ ਧੁੱਪ 'ਚ ਆਪਣੀ ਗੱਡੀ ਵੱਲ ਜਾ ਰਹੇ ਸੀ ਤਾਂ ਰਾਕੇਸ਼ ਨੂੰ ਇੱਕਦਮ ਯਾਦ ਆਇਆ ਕਿ FNAC ਦੀ ਰਿਪੋਰਟ ਤਾਂ ਇੱਥੇ ਹੀ ਰਹਿ ਗਈ ਹੈ। ਮੈਨੂੰ 2 ਮਿੰਟ ਇੰਤਜ਼ਾਰ ਕਰਨ ਲਈ ਕਹਿ ਕੇ ਉਹ ਅੰਦਰ ਚਲੇ ਗਏ। ਜਦੋਂ ਲਗਭਗ ਦੌੜਦੇ ਹੋਏ ਅੰਦਰ ਗਏ ਤਾਂ ਮੈਨੂੰ ਇੱਕਦਮ ਲੱਗਿਆ ਕਿ ਮੈਨੂੰ ਇੱਥੋਂ ਭੱਜ ਜਾਣਾ ਚਾਹੀਦਾ ਹੈ। ਇਹ ਸਾਰੀ ਸਮੱਸਿਆ ਖਤਮ ਕਰਨ ਲਈ ਮਰ ਜਾਣਾ ਚਾਹੀਦਾ ਹੈ, ਪਰ ਜਾਣਾ ਕਿੱਥੇ ਹੈ? ਸੈਕਟਰ 17 'ਚ ਖੜੇ ਖੜੇ ਮੈਂ ਰੋਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਕਿੰਨਾ ਸਮਾਂ ਮੈਂ ਉੱਥੇ ਇਕੱਲੀ ਖੜੀ ਰਹੀ, ਪਰ ਜਦੋਂ ਮੈਂ ਰਾਕੇਸ਼ ਨੂੰ ਦੌੜ ਕੇ ਆਉਂਦੇ ਵੇਖਿਆ ਤਾਂ ਮੈਨੂੰ ਲੱਗਿਆ ਕਿ ਭਾਵਨਾਵਾਂ ਨੂੰ ਰੋਕਣ 'ਚ ਦੇਰੀ ਹੋ ਚੁੱਕੀ ਸੀ। ਉਹਨਾਂ ਨੇ ਮੈਨੂੰ ਜੱਫੀ 'ਚ ਲੈ ਲਿਆ ਤੇ ਫਿਕਰ ਨਾ ਕਰਨ ਲਈ ਕਿਹਾ, ਖਾਸ ਗੰਭੀਰ ਮਸਲਾ ਨਹੀਂ, ਬਹੁਤ ਨੂੰ ਹੋ ਜਾਂਦਾ ਹੈ, ਡਾਕਟਰ ਨਾਲ ਗੱਲ ਕਰ ਲਈ ਹੈ ਵਗੈਰਾ ਵਗੈਰਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਦਲੇ 'ਚ ਮੈਂ ਕੀ ਕਵਾਂ। ਅਸੀਂ ਜਿਪਸੀ 'ਚ ਚੁੱਪਚਾਪ ਬੈਠ ਕੇ PGI ਪਹੁੰਚ ਗਏ। ਰਾਕੇਸ਼ ਡਾਕਟਰ ਨੂੰ ਮਿਲਣ ਚਲੇ ਗਏ। ਮੇਰੇ ਵਿੱਚ ਨਾਲ ਜਾਣ ਦੀ ਇੱਛਾ ਤੇ ਊਰਜਾ ਦੋਵੇਂ ਖਤਮ ਸਨ। ਥੋੜੇ ਮਿੰਟਾਂ ਵਿੱਚ ਹੀ ਬਾਹਰ ਆ ਕੇ ਰਾਕੇਸ਼ ਨੇ ਦੱਸਿਆ ਕਿ ਮੰਗਲਵਾਰ ਦਾ ਦਿਨ ਨਿਸ਼ਚਿਤ ਕੀਤਾ ਗਿਆ। ਫਿਰ ਦੁਬਾਰਾ ਮੇਰਾ ਮਨ ਰੱਖਣ ਲਈ ਫਿਕਰ ਨਾ ਕਰਨ ਵਾਲੀਆਂ ਗੱਲਾਂ ਕਹੀਆਂ, ਪਰ ਪਹਿਲਾਂ ਟੈਸਟ ਕੀਤੇ ਜਾਣੇ ਸਨ। ਮੈਂ ਸਾਰੀਆਂ ਚੀਜ਼ਾਂ ਦਾ ਵੇਰਵਾ ਸੁਣਨ ਨੂੰ ਤਿਆਰ ਨਹੀਂ ਸੀ। ਪਹਿਲੀ ਗੱਲ ਤਾਂ ਕੋਈ ਫਰਕ ਨਹੀਂ ਪੈਣਾ ਸੀ, ਤੇ ਦੂਜੀ ਗੱਲ ਮੈਂ ਸਭ ਕੁਝ ਡਰਾਈਵਰ ਦੇ ਸਾਹਮਣੇ ਨਹੀਂ ਕਰਨਾ ਚਾਹੁੰਦੀ ਸੀ। ਅਸੀਂ ਸੋਲਣ ਲਈ ਤੁਰ ਪਏ। ਅੰਗ 5ਵਾਂ, ਪਿੱਛਲ ਝਾਤ। ਇਹ ਸਾਰਾ ਕੁਝ 9 ਸਾਲ ਪਹਿਲਾਂ ਹੋਇਆ, ਜਦੋਂ ਨਿਰਮੰਡ ਤੋਂ ਮੇਰੀ ਇੱਕ ਪਹਾੜਨ ਦੋਸਤ, ਜਿਹੜੀ ਹੁਣ ਪੂਰੀ ਤਰ੍ਹਾਂ ਆਧੁਨਿਕ ਅਮਰੀਕਨ ਬਣ ਚੁੱਕੀ ਹੈ, ਸ਼ਿਮਲਾ ਆਈ ਤੇ ਉਹਨੇ ਕਿਹਾ ਕਿ ਅਮਰੀਕਾ ਵਿੱਚ ਹਰ ਔਰਤ 30 ਵਰ੍ਹਿਆਂ ਦੀ ਹੋਣ ਮਗਰੋਂ ਛਾਤੀ ਤੇ ਬੱਚੇਦਾਨੀ ਦਾ ਐਕਸਰੇ ਜ਼ਰੂਰ ਕਰਵਾਉਂਦੀ ਹੈ, ਤਾਂ ਕਿ ਕਿਸੇ ਬਿਮਾਰੀ ਦਾ ਪਹਿਲਾਂ ਹੀ ਪਤਾ ਲੱਗ ਸਕੇ। ਉਹਨੇ ਇਹ ਵੀ ਕਿਹਾ ਕਿ ਅਮਰੀਕਾ 'ਚ ਹਰ 5ਵੀਂ ਔਰਤ ਨੂੰ ਛਾਤੀ ਦੇ ਕੈਂਸਰ ਦੀ ਸਮੱਸਿਆ ਹੈ। ਪਰ ਮੈਂ ਭਾਰਤ ਵਿੱਚ ਘੱਟੋ ਘੱਟ ਇਸ ਹੱਦ ਤੱਕ ਤਾਂ ਕਦੀ ਨਹੀਂ ਸੁਣਿਆ। ਹੋ ਸਕਦਾ ਉਹਨਾਂ ਨੇ ਆਪਣੀਆਂ ਫਸਲਾਂ 'ਚ ਜਿਹੜੇ ਬੀਜਾਂ 'ਚ ਸੁਧਾਰ ਕੀਤੇ ਉਸ ਕਰਕੇ ਸਿਹਤ ਖਰਾਬ ਹੋ ਰਹੀ ਹੋਵੇ। ਹੋ ਸਕਦਾ ਉੱਥੇ ਪ੍ਰਦੂਸ਼ਣ ਕਾਰਨ ਅਜਿਹਾ ਹੋ ਰਿਹਾ ਹੋਵੇ। ਮੈਂ ਉਹਦੀ ਗੱਲ 'ਚ ਹਾਮੀ ਭਰਨ ਨੂੰ ਤਿਆਰ ਨਹੀਂ ਸੀ।
ਅਜਿਹੀ ਗੱਲ ਨਹੀਂ, ਤੁਸੀਂ ਲੋਕ ਅਣਜਾਣ ਹੋ, ਤੂੰ ਪੜ੍ਹੀ ਲਿਖੀ ਹੋ ਕੇ ਅਜਿਹੀਆਂ ਗੱਲਾਂ ਕਰ ਰਹੀ ਹੈ। ਸਾਲ 'ਚ ਇੱਕ ਵਾਰੀ ਖੁਦ ਨੂੰ ਚੈੱਕ ਕਰਾਉਣ 'ਚ ਹਰਜੀ ਕੀ ਹੈ? ਉਹਨੇ ਗੁੱਸੇ ਨਾਲ ਕਿਹਾ। ਖੈਰ ਮੈਨੂੰ ਦੂਜਿਆਂ ਦੀ ਪਰਵਾਹ ਨਹੀਂ, ਪਰ ਤੂੰ ਕੱਲ ਡਾਕਟਰ ਕੋਲ ਜ਼ਰੂਰ ਜਾਣਾ। ਫਿਰ ਉਹ ਜਿੰਨੇ ਦਿਨ ਰਹੀ ਚੈੱਕਅਪ ਲਈ ਮੇਰਾ ਸਿਰ ਖਾਂਦੀ ਰਹੀ। ਆਖਿਰਕਾਰ ਮੈਂ ਉਸ ਨਾਲ ਇਹ ਕੰਮ ਕਰਨ ਦਾ ਵਾਅਦਾ ਕਰ ਲਿਆ। ਮਹੀਨੇ ਬਾਅਦ ਉਹਦਾ ਅਮਰੀਕਾ ਤੋਂ ਫੋਨ ਆਇਆ ਤਾਂ ਉਹ ਗੁੱਸੇ ਹੋਈ ਕਿ ਮੈਂ ਉਹਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਹੁਣ ਨਾ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੈਂ ਸਾਰੇ ਡਾਕਟਰਾਂ ਦੀ ਲਿਸਟ ਦੇਖਦੇ ਹੋਏ ਇੱਕ ਨਾ ਜਾਣਨ ਵਾਲੇ ਮਸ਼ਹੂਰ ਡਾਕਟਰ ਵਾਲਾ ਹਸਪਤਾਲ ਲੱਭ ਲਿਆ। ਮੈਨੂੰ ਲੱਗਦਾ ਸੀ ਕਿ ਗੈਰ ਵਾਕਫੀ ਵਾਲੀ ਡਾਕਟਰ ਨਾਲ ਛਾਤੀ ਦੀ ਗੱਲ ਕਰਦਿਆਂ ਘੱਟ ਸ਼ਰਮ ਆਏਗੀ। ਮੈਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਕਿਸੇ ਨੂੰ ਨਾਲ ਚੱਲਣ ਲਈ ਵੀ ਨਹੀਂ ਕਿਹਾ। ਛਾਤੀ ਸ਼ਬਦ ਕਹਿਣਾ ਹੀ ਸਾਡੇ ਸ਼ਰਮ ਵਾਲੀ ਗੱਲ ਲੱਗਦੀ ਹੈ ਤੇ ਇਹਦੇ ਬਾਰੇ ਖੁੱਲ੍ਹ ਕੇ ਗੱਲ ਕਿਵੇਂ ਹੋ ਸਕਦੀ ਸੀ, ਇਸ ਲਈ ਮੈਂ ਇਕੱਲੀ ਚਲੀ ਗਈ। ਬਦਕਿਸਮਤੀ ਨਾਲ ਉੱਥੇ ਲੇਡੀ ਡਾਕਟਰ ਦੀ ਥਾਂ ਇੱਕ ਮਰਦ ਡਾਕਟਰ ਬੈਠਾ ਸੀ। ਹੁਣ ਕੀ ਕਰਾਂ? ਮੈਂ ਤਾਂ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਹਿੰਮਤ ਜੁਟਾ ਕੇ ਆਈ ਸੀ। ਜੇਕਰ ਮੈਂ ਬਿਨਾਂ ਚੈੱਕਅਪ ਦੇ ਵਾਪਸ ਚਲੀ ਗਈ ਤਾਂ ਫਜ਼ੂਲ ਜੇ ਕੰਮ ਲਈ ਦੂਜੀ ਵਾਰ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਆਖਰ ਮਰਦ ਜਾਂ ਔਰਤ ਡਾਕਟਰ 'ਚ ਕੀ ਫਰਕ ਪੈਂਦਾ ਹੈ ਤਾਂ ਉਹ ਡਾਕਟਰ ਹੀ। ਪਰ ਅੰਦਰੋਂ ਮੈਨੂੰ ਥੋੜ੍ਹਾ ਡਰ ਵੀ ਲੱਗ ਰਿਹਾ ਸੀ ਕਿ ਜੇ ਉਹਨੇ ਚੁਸਤੀ ਵਰਤੀ, ਮੇਰੇ ਨਾਲ ਬਦਤਮੀਜ਼ੀ ਕੀਤੀ। ਪਰ ਨਹੀਂ, ਸਨੇਹ ਨੇ ਕਿਹਾ ਸੀ ਡਾਕਟਰ ਤਾਂ ਡਾਕਟਰ ਹੈ, ਭਾਵੇਂ ਮਰਦ ਭਾਵੇਂ ਔਰਤ। ਅਨਪੜ੍ਹਾਂ ਦੀ ਤਰ੍ਹਾਂ ਨਾ ਸੋਚ। ਮੈਂ ਅੱਗੇ ਤੁਰਨ ਦਾ ਫੈਸਲਾ ਕਰ ਲਿਆ। ਮੈਨੂੰ ਹੋਰ ਸ਼ਰਮ ਆਈ ਜਦੋਂ ਡਾਕਟਰ ਮੇਰੀ ਇੱਛਾ ਅਨੁਸਾਰ ਬਹੁਤੀ ਉਮਰ ਦਾ ਨਾ ਹੋ ਕੇ 40-45 ਵਰ੍ਹਿਆਂ ਦਾ ਹੀ ਸੀ। ਸਾਰਾ ਕਲੀਨਿਕ ਖਾਲੀ ਪਿਆ ਸੀ। ਮੇਰੇ ਢਿੱਡ 'ਚ ਵੱਟ ਜਿਹਾ ਉੱਠ ਰਿਹਾ ਸੀ ਕਿ ਫਜ਼ੂਲ 'ਚ ਕਿਹੋ ਜਿਹੀ ਮੂਰਖਤਾ ਕਰ ਰਹੀ ਹਾਂ। ਹਾਂ ਦੱਸੋ ਕੀ ਸਮੱਸਿਆ ਹੈ? ਡਾਕਟਰ ਨੇ ਪੁੱਛਿਆ। ਥਿੜਕਦੀ ਆਵਾਜ਼ ਤੇ ਪੂਰੀ ਤਰ੍ਹਾਂ ਸ਼ਰਮ ਨਾਲ ਲਾਲ ਹੁੰਦੇ ਮੈਂ ਉਹਨੂੰ ਦੱਸਿਆ ਕਿ ਸਧਾਰਨ ਚੈੱਕਅਪ ਦੇ ਉਦੇਸ਼ ਨਾਲ ਆਪਣੀਆਂ ਛਾਤੀਆਂ ਦਾ ਮੁਆਇਨਾ ਕਰਵਾਉਣ ਆਈ ਹਾਂ। ਆਖਿਰਕਾਰ ਮੈਂ ਬ੍ਰੈਸਟ ਸ਼ਬਦ ਬੋਲ ਹੀ ਦਿੱਤਾ। ਸ਼ਾਇਦ ਜ਼ਿੰਦਗੀ 'ਚ ਕਿਸੇ ਅਜਨਬੀ ਅੱਗੇ ਮੈਂ ਪਹਿਲੀ ਵਾਰ ਇਹ ਸ਼ਬਦ ਬੋਲਿਆ ਸੀ। ਜਦੋਂ ਮੈਂ ਡਾਕਟਰ ਦੇ ਚਿਹਰੇ ਤੇ ਹੈਰਾਨ ਦਾ ਭਾਵ ਵੇਖਿਆ ਤਾਂ ਮੈਂ ਸਨੇਹ ਨੂੰ ਦਿਲੋਂ ਗਾਲਾਂ ਕੱਢੀਆਂ। ਦਫਾ ਹੋਵੇ, ਰੂਟੀਨ ਚੈੱਕਅਪ ਕਿੱਥੇ ਫਸਾ ਕੇ ਰੱਖ ਦਿੱਤਾ। ਮੈਂ ਵੀ ਕਿਉਂ ਉਸ ਬੇਵਕੂਫ ਦੀਆਂ ਗੱਲਾਂ 'ਚ ਆ ਗਈ। ਡਾਕਟਰ ਵੀ ਕੁਝ ਦੇਰ ਪੇਪਰ ਵੇਟ ਨਾਲ ਉਲਝਿਆ ਰਿਹਾ, ਜਿਹੜਾ 2 ਵਾਰੀ ਉਹਦੇ ਹੱਥਾਂ ਤੋਂ ਡਿੱਗ ਵੀ ਗਿਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹਦੇ ਕੋਲ ਅੱਜ ਤੱਕ ਕੋਈ ਮਰੀਜ਼ ਇਸ ਉਦੇਸ਼ ਨਾਲ ਨਹੀਂ ਆਈ ਹੋਏਗੀ। ਤੁਹਾਨੂੰ ਸਮੱਸਿਆ ਕੋਈ ਨਹੀਂ, ਫਿਰ ਵੀ ਤੁਸੀਂ ਚੈੱਕ ਕਰਵਾਉਣਾ ਚਾਹੁੰਦੇ ਹੋ? ਉਹਨੂੰ ਮੇਰੇ ਕਈ ਸ਼ਬਦਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਵੀ ਇਹ ਸੋਚ ਕੇ ਕਿ ਚਲੋ ਜਿੰਨੀ ਛੇਤੀ ਮੁਸੀਬਤ ਖਤਮ ਹੋਵੇ ਚੰਗਾ, ਜ਼ੋਰ ਦੀ ਹਾਂ ਸਿਰ ਹਿਲਾਇਆ। ਉਹ ਕਮਰੇ ਤੋਂ ਬਾਹਰ ਆ ਗਿਆ। ਦਬੀ ਜੀ ਆਵਾਜ਼ 'ਚ ਕਿਸੇ ਨਾਲ ਗੱਲ ਕੀਤੀ। ਮੈਨੂੰ ਖੁਦ ਤੇ ਬਹੁਤ ਸ਼ਰਮ ਆ ਰਹੀ ਸੀ। ਉਹਨੇ ਅੰਦਰ ਆ ਕੇ ਕਿਹਾ, ਸਾਡੇ ਕੋਲ ਔਰਤ ਨਰਸ ਹੁਣ ਨਹੀਂ ਹੈ, ਛੁੱਟੀ ਤੇ ਗਈ ਹੈ। ਜੇਕਰ ਤੁਸੀਂ ਦੁਬਾਰਾ ਕਿਸੇ ਦਿਨ ਆ ਜਾਓ। ਉਹਨੇ ਵਾਕ ਅੱਧਾ ਹੀ ਛੱਡ ਦਿੱਤਾ ਤੇ ਮੈਂ ਹੁਣ ਬੜੇ ਮਜ਼ੇ ਨਾਲ ਉਹਦੇ ਚਿਹਰੇ ਤੇ ਗਰਦਨ ਤੇ ਆਉਂਦੇ ਜਾਂਦੇ ਰੰਗਾਂ ਨੂੰ ਦੇਖ ਰਹੀ ਸੀ। ਵਿਚਾਰਾ ਉਹ ਵੀ ਸ਼ਰਮਸਾਰ ਹੋ ਰਿਹਾ ਸੀ। ਸ਼ਰਮਸਾਰ ਤਾਂ ਮੈਂ ਵੀ ਸੀ, ਪਰ ਉਹਦਾ ਹਾਲ ਵੇਖ ਕੇ ਮੇਰਾ ਆਤਮ ਵਿਸ਼ਵਾਸ ਵੱਧ ਗਿਆ। ਕੋਈ ਗੱਲ ਨਹੀਂ, ਜੇਕਰ ਤੁਸੀਂ ਚੈੱਕ ਕਰਦੇ ਹੋ ਤਾਂ ਵੀ ਠੀਕ ਹੈ। ਅੱਛਾ, ਡਾਕਟਰ ਦੀ ਪਰੇਸ਼ਾਨੀ ਕਾਇਮ ਸੀ, ਪਰ ਮੇਰੇ ਕੋਲ ਵੀ ਕੋਈ ਹੋਰ ਚਾਰਾ ਨਹੀਂ ਸੀ। ਮੈਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਅਜੇ ਪਰੇਸ਼ਾਨ ਕਰਨ ਵਾਲੇ ਚੈੱਕਅਪ ਲਈ ਦੁਬਾਰਾ ਨਹੀਂ ਆਉਣਾ। ਇੱਥੋਂ ਵਾਪਸ ਜਾ ਕੇ ਦੁਬਾਰਾ ਕਿਸੇ ਹੋਰ ਨਵੇਂ ਵਿਅਕਤੀ ਕੋਲ ਜਾ ਕੇ ਉਹੀ ਕਹਾਣੀ ਪਾਓ, ਨਹੀਂ। ਇੱਕ ਵਾਰੀ ਕਾਫੀ ਹੈ। ਫਿਰ ਇਹ ਬੰਦਾ ਕਿਸੇ ਤਰ੍ਹਾਂ ਗਲਤ ਨਜ਼ਰ ਵੀ ਨਹੀਂ ਆ ਰਿਹਾ ਸੀ। ਉਹਦੇ ਵਿੱਚ ਮੈਨੂੰ ਚੈੱਕ ਕਰਨ ਬਾਰੇ ਕੋਈ ਖਾਸ ਉਤਸ਼ਾਹ ਵੀ ਨਹੀਂ ਸੀ, ਬਲਕਿ ਉਹ ਕੁਝ ਪਰੇਸ਼ਾਨੀ ਮਹਿਸੂਸ ਕਰ ਰਿਹਾ ਸੀ। ਇਸ ਲਈ ਹੁਣ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਕੰਮ ਕਰਵਾ ਕੇ ਫਾਰਗ ਹੋਵਾਂ। ਉਹਨੇ ਮੈਨੂੰ ਸਰਜਰੀ ਵਾਲੇ ਕਮਰੇ 'ਚ ਆਉਣ ਲਈ ਕਿਹਾ। ਮੈਨੂੰ ਇੱਕ ਗਾਊਨ ਦੇ ਕੇ ਮੇਰੇ ਵੱਲ ਵੇਖੇ ਬਿਨਾਂ ਮੈਨੂੰ ਇਹ ਪਹਿਨਣ ਲਈ ਕਿਹਾ। ਬੜਾ ਅਜੀਬ ਲੱਗ ਰਿਹਾ ਸੀ, ਪਹਿਲੀ ਵਾਰੀ ਕਿਸੇ ਅਣਜਾਣ ਵਿਅਕਤੀ ਸਾਹਮਣੇ ਖੁਦ ਨੂੰ ਨੰਗਾ ਕਰਨਾ ਸੀ। ਪਰ ਸ਼ੁਕਰ ਹੈ ਡਾਕਟਰ ਸਿਰਫ ਇਨਸਾਨ ਸੀ। ਉਹਨੇ ਮੇਰੀ ਛਾਤੀ ਵੱਲ ਦੇਖੇ ਬਿਨਾਂ ਮੈਨੂੰ ਗਾਊਨ ਖੋਲ੍ਹਣ ਲਈ ਕਿਹਾ। ਉਹਦੇ 'ਚ ਕਮੀ ਇਹੀ ਸੀ ਕਿ ਉਹਦੇ ਇੱਧਰ ਉੱਧਰ ਦੇਖਣ ਨਾਲ ਮੈਨੂੰ ਖੁਦ ਨੂੰ ਕੁਝ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਉਹਦੀ ਛੋਹ ਵੀ ਪੂਰੀ ਤਰ੍ਹਾਂ ਉਪਰੇਪਣ ਵਾਲੀ ਸੀ। ਪਰ ਮੈਂ ਇੱਕਦਮ ਹੱਕੀ ਬੱਕੀ ਰਹਿ ਗਈ ਜਦੋਂ ਉਹਨੇ ਪੁੱਛਿਆ, ਇਹ ਗੰਢਾਂ ਜੀਆਂ ਤੁਹਾਡੇ ਕਦੋਂ ਤੋਂ ਹਨ? ਗੰਢਾਂ? ਮੈਨੂੰ ਤਾਂ ਪਤਾ ਵੀ ਨਹੀਂ ਕਿ ਮੇਰੇ ਗੰਢਾਂ ਹਨ। ਮੇਰਾ ਮਤਲਬ ਮੈਂ ਇਹਨਾਂ ਨੂੰ ਛਾਤੀਆਂ ਕਹਿੰਦੇ ਹੀ ਸੁਣਿਆ ਸੀ, ਪਰ ਗੰਢਾਂ ਤਾਂ ਕਿਸੇ ਨੇ ਵੀ ਨਹੀਂ ਕਿਹਾ। ਮੈਂ ਤੁਹਾਡਾ ਮਤਲਬ ਨਹੀਂ ਸਮਝੀ, ਮੈਂ ਕਿਹਾ। ਉਹਨੇ ਦੋਹਾਂ ਗੰਢਾਂ ਨੂੰ ਜ਼ੋਰ ਦੀ ਦੱਬਿਆ ਤੇ ਮੇਰੇ ਬਹੁਤ ਦਰਦ ਹੋਇਆ। ਇਹ ਕੀ ਤੁਸੀਂ ਇਹਨਾਂ ਨੂੰ ਪਹਿਲਾਂ ਕਦੀ ਮਹਿਸੂਸ ਕੀਤਾ? ਮੈਂ ਨਾਂ 'ਚ ਸਿਰ ਹਿਲਾਇਆ। ਮੈਂ ਅੰਦਰ ਤੱਕ ਹਿੱਲ ਗਈ ਸੀ। ਮੇਰੇ ਗੰਢਾਂ ਕਿਵੇਂ ਹੋ ਸਕਦੀਆਂ? ਇਹ ਕਦੋਂ ਹੋ ਗਈਆਂ? ਮੈਂ ਆਪਣੀਆਂ ਧੁੰਦਲੀਆਂ ਯਾਦਾਂ 'ਚੋਂ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਦੋਹਾਂ 'ਚੋਂ ਇੱਕ ਵੀ ਪਹਿਲਾਂ ਕਦੀ ਨਹੀਂ ਵੇਖੀ। ਡਾਕਟਰ ਦੇ ਚਿਹਰੇ ਤੇ ਵੀ ਹੁਣ ਕੁਝ ਪਰੇਸ਼ਾਨੀ ਦੇਖ ਕੇ ਮੈਂ ਹੋਰ ਵੀ ਡਰ ਗਈ।
ਤੁਸੀਂ ਅਜਿਹਾ ਚੈੱਕਅਪ ਪਹਿਲਾਂ ਕਦੀ ਕਿਉਂ ਨਹੀਂ ਕਰਵਾਇਆ? ਮੈਂ ਤਾਂ ਪੂਰੀ ਰੋਣ ਹੱਕੀ ਹੋਈ ਪਈ ਸੀ। ਹਾਏ ਰੱਬਾ ਸਨੇਹ, ਤੂੰ ਮੈਨੂੰ ਕਿਉਂ ਜਿਹੀਆਂ ਘੁੰਮਣ ਘੇਰੀਆਂ 'ਚ ਪਾਤਾ। ਮੇਰੀਆਂ ਲੱਤਾਂ ਵਿੱਚ ਤਾਂ ਜਾਨ ਹੀ ਨਹੀਂ ਸੀ। ਮੈਨੂੰ ਲੱਗਿਆ ਕਿ ਜੇਕਰ ਮੈਂ ਹੋਰ ਥੋੜ੍ਹੀ ਦੇਰ ਖੜੀ ਰਹੀ ਤਾਂ ਡਿੱਗ ਪਵਾਂਗੀ। ਸ਼ਾਇਦ ਡਾਕਟਰ ਵੀ ਮੇਰੀ ਹਾਲਤ ਨੂੰ ਸਮਝ ਗਿਆ। ਉਹਨੇ ਮੈਨੂੰ ਅੰਦਰ ਜਾ ਕੇ ਕੱਪੜੇ ਬਦਲ ਕੇ ਆਉਣ ਲਈ ਕਿਹਾ। ਕੰਬਦੀਆਂ ਉਂਗਲਾਂ ਤੇ ਸੁੰਨ ਹੋਏ ਦਿਮਾਗ ਨਾਲ ਮੈਂ ਉਹਦੇ ਕਹੇ ਅਨੁਸਾਰ ਕੱਪੜੇ ਬਦਲੇ ਤੇ ਉਹਦੇ ਨਿੱਕੇ ਜਿਹੇ ਕਮਰੇ 'ਚ ਪਹੁੰਚ ਗਈ। ਉਹ ਆਪਣੀ ਡਾਕਟਰਾਂ ਵਾਲੀ ਪਰਚੀ ਤੇ ਕੁਝ ਲਿਖ ਰਿਹਾ ਸੀ। ਹੁਣ ਉਹ ਇੱਕ ਅਣਜਾਣ ਅਜਨਬੀ ਵਿਅਕਤੀ ਦੀ ਥਾਂ ਇੱਕ ਡਾਕਟਰ ਦੇ ਰੂਪ 'ਚ ਮੇਰੇ ਸਾਹਮਣੇ ਸੀ। ਮੈਂ ਹੁਣ ਵਿਚਾਰੀ ਜੀ ਬਣੀ ਖੜੀ ਸੀ। ਉਹਨੇ ਉੱਪਰ ਦੇਖਿਆ ਤੇ ਬੜੀ ਆਪਣਾਪਨ ਨਾਲ ਮੁਸਕਰਾ ਕੇ ਕਿਹਾ, ਤੁਹਾਡੀਆਂ ਦੋਵੇਂ ਛਾਤੀਆਂ ਵਿੱਚ ਗੰਢਾਂ ਹਨ, ਤੁਹਾਨੂੰ ਹੋਰ ਟੈਸਟ ਕਰਾਉਣੇ ਪੈਣਗੇ। ਪਰ ਮੇਰੀਆਂ ਛਾਤੀਆਂ ਤਾਂ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਹਨ। ਹੋ ਸਕਦਾ ਫਿਰ ਵੀ ਹਰ ਤਰ੍ਹਾਂ ਦਾ ਵਹਿਮ ਦੂਰ ਕਰਨ ਲਈ ਮੈਮੋਗ੍ਰਾਫੀ ਤੇ ਬਾਇਪਸੀ ਕਰਵਾਉਣ ਦੀ ਲੋੜ ਹੈ। ਇਹ ਕਹਿੰਦੇ ਹੋਏ ਉਹਨੇ ਡਾਕਟਰਾਂ ਦੇ ਆਦੇਸ਼ ਵਾਲੀ ਪਰਚੀ ਮੈਨੂੰ ਫੜਾ ਦਿੱਤੀ। ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਹੌਲੀ ਜਿਹੀ ਧੰਨਵਾਦ ਕੀਤਾ ਤੇ ਜਲਦੀ ਕਰਕੇ ਬਾਹਰ ਨਿਕਲ ਆਈ। ਮੈਨੂੰ ਡਰ ਸੀ ਕਿ ਮੇਰਾ ਇੱਥੇ ਹੀ ਰੋਣ ਨਾ ਨਿਕਲ ਪਵੇ। ਡਿੱਗਦੀ ਢਹਿੰਦੀ ਬਾਹਰ ਆਈ ਤੇ ਘਰ ਪਹੁੰਚਣ ਲਈ ਮੈਨੂੰ 9 ਕਿਲੋਮੀਟਰ ਤੁਰਨਾ ਪਿਆ। ਮੈਂ ਮਨ ਹੀ ਮਨ ਕਹਿੰਦੀ ਆ ਰਹੀ ਸੀ ਕਿ ਰਾਕੇਸ਼ ਨੂੰ ਦੱਸਣਾ ਹੈ। ਜਦੋਂ ਰਾਕੇਸ਼ ਘਰ ਆਏ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਜ਼ੋਰ-ਜ਼ੋਰ ਦੀ ਹੁਬਕੀਆਂ ਲੈਂਦੇ ਹੋਏ ਛੇਤੀ ਨਾ ਸਮਝ ਆਉਣ ਵਾਲੇ ਬੋਲਾਂ ਨਾਲ ਮੈਂ ਸਾਰਾ ਕੁਝ ਦੱਸ ਦਿੱਤਾ। ਰਾਕੇਸ਼ ਨੂੰ ਵੀ ਫਿਕਰ ਹੋ ਗਿਆ, ਪਰ ਉਹਨਾਂ ਨੇ ਮੈਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਡਾਕਟਰ ਨਾਲ ਗੱਲ ਕਰਨਗੇ। ਰਾਕੇਸ਼ ਦੇ ਕਈ ਦੋਸਤ ਡਾਕਟਰ ਸਨ ਤੇ ਇੰਦਰਾ ਗਾਂਧੀ ਮੈਡੀਕਲ ਕਾਲਜ ਵੀ ਕਈ ਡਾਕਟਰਾਂ ਨਾਲ ਚੰਗੀ ਜਾਣ ਪਛਾਣ ਸੀ। ਪਰ ਮੇਰੀ ਜ਼ਿੱਦ ਸੀ ਕਿ ਸਾਰਿਆਂ ਨੂੰ ਇਹਦਾ ਪਤਾ ਨਹੀਂ ਲੱਗਣਾ ਚਾਹੀਦਾ। ਬਿਮਾਰੀ ਤੋਂ ਵੀ ਜ਼ਿਆਦਾ ਮੈਨੂੰ ਇਸ ਗੱਲ ਦਾ ਖੌਫ ਸੀ ਕਿ ਸਾਰੇ ਲੋਕ ਮੇਰੀਆਂ ਛਾਤੀਆਂ ਦੀਆਂ ਗੱਲਾਂ ਕਰਨ ਲੱਗ ਪੈਣਗੇ। ਰਾਕੇਸ਼ ਦਾ ਕਹਿਣਾ ਸੀ ਕਿ ਡਾਕਟਰ ਪੇਸ਼ਾਵਰ ਲੋਕ ਹੁੰਦੇ ਹਨ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਜਿਹਾ ਕੰਮ ਕਿਵੇਂ ਕਰਨਾ ਹੈ। ਪਰ ਮੈਂ ਬੁਰੀ ਤਰ੍ਹਾਂ ਅੜ ਗਈ ਕਿ ਸ਼ਿਮਲੇ 'ਚ ਕਿਸੇ ਵੀ ਡਾਕਟਰ ਨੂੰ ਇਹਦੇ ਬਾਰੇ ਪਤਾ ਨਹੀਂ ਹੋਣਾ ਚਾਹੀਦਾ। ਇਸ ਲਈ ਹੋਰ ਥਾਵਾਂ ਤੇ ਡਾਕਟਰਾਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ। ਬਾਹਰ ਅਸੀਂ ਸਿਰਫ ਇੱਕ ਡਾਕਟਰ ਰੇਨੂ ਮਲਨ ਨੂੰ ਜਾਣਦੇ ਸੀ। ਉਹਨਾਂ ਨੇ ਸੋਲਨ 'ਚ ਔਰਤਾਂ ਦੇ ਮਾਹਰ ਦੇ ਤੌਰ ਤੇ ਪ੍ਰੈਕਟਿਸ ਸ਼ੁਰੂ ਕੀਤੀ ਸੀ। ਹੁਣ ਡਾਕਟਰ ਕੋਲ ਜਾਣ ਦਾ ਕੰਮ ਬਿਲਕੁਲ ਚੁੱਪ-ਚਪੀਤੇ ਹੋਣਾ ਜ਼ਰੂਰੀ ਸੀ। ਮੰਮੀ ਡੈਡੀ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ। ਮੈਨੂੰ ਤਾਂ ਮੰਮੀ ਨਾਲ ਵੀ ਇਸ ਵਿਸ਼ੇ ਤੇ ਗੱਲ ਕਰਦੇ ਸ਼ਰਮ ਆ ਰਹੀ ਸੀ। ਫਿਰ ਡੈਡੀ ਕੋਲ ਤਾਂ ਇਸ ਬਾਰੇ ਕਿਵੇਂ ਗੱਲ ਕੀਤੀ ਜਾ ਸਕਦੀ ਸੀ। ਮੈਂ ਤਾਂ ਅੱਜ ਤੱਕ ਆਪਣੇ ਅੰਦਰਲੇ ਕੱਪੜਿਆਂ ਬਾਰੇ ਵੀ ਮੰਮੀ ਨਾਲ ਘੱਟ ਹੀ ਗੱਲ ਕੀਤੀ ਸੀ, ਤਾਂ ਫਿਰ ਉਹਨਾਂ ਨੂੰ ਕਿਵੇਂ ਕਿਹਾ ਜਾਏ ਕਿ ਮੇਰੀਆਂ ਛਾਤੀਆਂ 'ਚ ਗੰਢਾਂ ਹਨ। 30 ਸਾਲ ਦੀ ਉਮਰ 'ਚ ਕਿਸੇ ਔਰਤਾਂ ਦੇ ਡਾਕਟਰ ਕੋਲ ਮੇਰਾ ਇਹ ਪਹਿਲਾ ਗੇੜਾ ਸੀ। ਸਨੇਹ ਤਾਂ ਕਹਿੰਦੀ ਸੀ ਕਿ ਉੱਥੇ 30 ਤੋਂ ਉੱਪਰ ਦੀਆਂ ਔਰਤਾਂ ਸਧਾਰਨ ਤੌਰ ਤੇ ਆਪਣੇ ਚੈੱਕਅਪ ਲਈ ਜਾਂਦੀਆਂ ਤੇ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਮੈਂ 15 ਵਰ੍ਹਿਆਂ ਦੀ ਹੋਵਾਂ। ਭਾਵੇਂ ਮੇਰੇ ਵਿਆਹ ਨੂੰ 6 ਸਾਲ ਹੋ ਚੁੱਕੇ ਸਨ, ਪਰ ਲੋਕੀ ਮੈਨੂੰ 18 ਕੁ ਸਾਲਾਂ ਦੀ ਹੀ ਸਮਝਦੇ ਸਨ। ਮੈਂ ਡਾਕਟਰ ਮਲਨ ਦੇ ਚਿਹਰੇ ਤੇ ਵੀ ਸ਼ਿਮਲਾ ਵਾਲੇ ਡਾਕਟਰ ਵਾਲੀ ਪਰੇਸ਼ਾਨੀ ਵੇਖੀ। ਉਹਨੇ ਬਾਰ-ਬਾਰ ਮੇਰੀਆਂ ਦੋਵੇਂ ਛਾਤੀਆਂ ਦੀਆਂ ਗੰਢਾਂ ਨੂੰ ਚੈੱਕ ਕਰਕੇ ਦੇਖਿਆ। ਜਦੋਂ ਵੀ ਜ਼ੋਰ ਲਾ ਕੇ ਵੇਖਦੇ ਮੇਰੇ ਬਹੁਤ ਦਰਦ ਹੁੰਦਾ। ਮਾਨਸਿਕ ਪਰੇਸ਼ਾਨੀ ਦੇ ਨਾਲ-ਨਾਲ ਮੈਨੂੰ ਦਰਦ ਵੀ ਬਹੁਤ ਜ਼ਿਆਦਾ ਹੋ ਰਿਹਾ ਸੀ। ਡਾਕਟਰ ਮਲਨ ਨੇ ਬੜੀ ਗੰਭੀਰਤਾ ਨਾਲ ਕਿਹਾ, ਤੁਸੀਂ ਪਹਿਲਾਂ ਚੈੱਕਅਪ ਕਿਉਂ ਨਹੀਂ ਕਰਵਾਇਆ? ਮੈਨੂੰ ਕੁਝ ਪਤਾ ਹੀ ਨਹੀਂ ਸੀ, ਮੈਂ ਹੌਲੀ ਜਿਹੀ ਬੁਕਿਆ। ਫਿਰ ਤੁਹਾਨੂੰ ਹੁਣ ਕਿਵੇਂ ਪਤਾ ਲੱਗਾ? ਨਿੱਪਲ ਤੋਂ ਕੋਈ ਤਰਲ ਵਗੈਰਾ ਨਿਕਲਿਆ ਜਾਂ ਦਰਦ ਮਹਿਸੂਸ ਹੋਇਆ? ਆਖਿਰਕਾਰ ਮੈਂ ਆਪਣੀ ਪਹਾੜਨ ਸਹੇਲੀ ਦੀ ਗੱਲ ਦੱਸ ਹੀ ਦਿੱਤੀ, ਜਿਹਨੇ ਕਿਹਾ ਸੀ ਕਿ 30 ਵਰ੍ਹਿਆਂ ਤੋਂ ਉੱਤੇ ਵਾਲੀਆਂ ਔਰਤਾਂ ਨੂੰ ਅਕਸਰ ਚੈੱਕਅਪ ਕਰਵਾਉਣਾ ਚਾਹੀਦਾ ਹੈ। ਉਹ ਕਮਰੇ 'ਚ ਵਾਪਸ ਚਲਾ ਗਿਆ। ਇੱਕ ਨਰਸ ਨੇ ਆ ਕੇ ਮੁੜ ਮੁਆਇਨਾ ਕਰਨ ਦੀ ਗੱਲ ਕੀਤੀ। ਮੈਨੂੰ ਹੁਣ ਤਾਂ ਹੋਰ ਵੀ ਡਰ ਲੱਗ ਰਿਹਾ ਸੀ ਕਿ ਸੱਚਮੁੱਚ ਬਹੁਤ ਜ਼ਿਆਦਾ ਗੜਬੜ ਹੈ। ਉਹਨੇ ਜ਼ੋਰ ਲਗਾ ਕੇ ਦਬਾ ਕੇ ਤੇ ਗੇੜਾ ਜਿਹਾ ਦਿੰਦੇ ਕਿਹਾ, ਇੰਨੀਆਂ ਸਖਤ ਕਿਉਂ ਹਨ? ਮੈਂ ਡਰਦੇ ਇੱਕਦਮ ਪੁੱਛਿਆ, ਕਿਉਂ? ਬਾਕੀ ਔਰਤਾਂ ਦੇ ਇਸ ਤਰ੍ਹਾਂ ਨਹੀਂ ਹੁੰਦੀਆਂ? ਨਹੀਂ, ਗੰਢਾਂ ਦੀਆਂ ਬਣੀਆਂ ਹੋਈਆਂ। ਕਿੰਨੀ ਉਮਰ ਹੈ? 30 ਸਾਲ। ਬੱਚੇ ਕਿੰਨੇ? ਕੋਈ ਨਹੀਂ। ਫਿਰ ਤੂੰ ਡਾਕਟਰ ਨੂੰ ਕਿਉਂ ਨਹੀਂ ਦਿਖਾਇਆ? ਇਹ ਕਹਿੰਦੇ ਹੋਏ ਉਹਨੇ ਮੇਰੀ ਛਾਤੀ ਤੋਂ ਇਸ ਤਰ੍ਹਾਂ ਹੱਥ ਪਰੇ ਕਰ ਲਏ ਜਿਵੇਂ ਛਾਤੀਆਂ 'ਚ ਗੰਢਾਂ ਹੋਣੀਆਂ ਤਾਂ ਸਧਾਰਨ ਜੀ ਗੱਲ ਹੈ, ਪਰ ਬੱਚਾ ਨਾ ਹੋਣਾ ਅਸਾਧਾਰਨ ਤੇ ਜ਼ਿਆਦਾ ਮਹੱਤਵਪੂਰਨ। ਫਿਰ ਡਾਕਟਰ ਮਲਨ ਨੇ ਆਪਣੇ ਦਫ਼ਤਰ 'ਚ ਬੁਲਾ ਲਿਆ। ਉੱਥੇ ਰਾਕੇਸ਼ ਨੂੰ ਬਹੁਤ ਫਿਕਰ 'ਚ ਬੈਠੇ ਦੇਖ ਕੇ ਮੈਨੂੰ ਰੋਣ ਆ ਗਿਆ। ਰਾਕੇਸ਼ ਨੇ ਉੱਠ ਕੇ ਮੇਰੇ ਮੋਢੇ ਨੂੰ ਥਾਪੜਦਿਆਂ ਕਿਹਾ, ਤੂੰ ਮਾੜਾ ਹੀ ਕਿਉਂ ਸੋਚਦੀ ਹੈ? ਡਾਕਟਰ ਮਲਨ ਨੇ ਦੱਸਿਆ ਕਿ ਥੋੜੇ ਜਿਹੇ ਟੈਸਟ ਕਰਨੇ ਹਨ ਤੇ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ। ਇਹ ਫਾਈਬਰੋਡਿਨੋਸਿਸ ਹੀ ਹੈ। ਕਈ ਔਰਤਾਂ ਨੂੰ ਅਕਸਰ ਹੋ ਜਾਂਦਾ ਹੈ। ਇਹ ਡਾਕਟਰੀ ਭਾਸ਼ਾ ਦਾ ਸ਼ਬਦ ਮੈਂ ਪਹਿਲੀ ਵਾਰ ਸੁਣਿਆ ਸੀ। ਮੈਂ ਆਪਣੇ ਆਪ ਨੂੰ ਮੂਰਖ ਤੇ ਡਰੀ ਹੋਈ ਮਹਿਸੂਸ ਕਰ ਰਹੀ ਸੀ। ਮੈਂ ਉਹਨਾਂ ਦੀ ਗੱਲ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ। ਪੂਰੇ ਸ਼ੱਕ ਸੰਦੇਹ ਮਿਟਾਉਣ ਲਈ ਹੋਰ ਟੈਸਟ ਕਰਵਾਉਣੇ ਸੀ।
ਵੱਡੀ ਗੱਲ ਇਹ ਸੀ ਕਿ ਇਹ ਟੈਸਟ ਮੈਮੋਗ੍ਰਾਫ ਤੇ FNAC ਚੰਡੀਗੜ੍ਹ ਹੀ ਕਰਵਾਉਣੇ ਪੈਣੇ ਸੀ। ਅਸੀਂ ਦੋਵੇਂ ਬਹੁਤ ਭਾਰੀ ਮਨ ਨਾਲ ਤੇ ਡਰੇ ਹੋਏ ਕਲੀਨਿਕ ਤੋਂ ਬਾਹਰ ਆ ਗਏ। ਉਸ ਸਮੇਂ ਤੱਕ ਮੈਨੂੰ ਟੀਕਾ ਲਗਵਾਉਣ ਦਾ ਵੀ ਕੋਈ ਤਜਰਬਾ ਨਹੀਂ ਸੀ। ਪਰ ਇਸ ਤੋਂ ਬਾਅਦ ਜਲਦੀ ਦੋ ਚੀਜ਼ਾਂ ਵਾਪਰੀਆਂ। ਇੱਕ ਤਾਂ ਰਾਕੇਸ਼ ਦੀ ਬਦਲੀ ਭਰਮੌਰ ਨਾਂ ਦੀ ਥਾਂ ਹੋ ਗਈ, ਜੋ ਕਿ ਪ੍ਰਾਂਤ ਦਾ ਕਬਾਇਲੀ ਇਲਾਕਾ ਸੀ। ਦੂਜੀ ਗੱਲ ਸੀ ਕਿ ਮੰਮੀ ਨੂੰ ਬੱਚੇਦਾਨੀ ਕਢਾਉਣ ਦਾ ਆਪਰੇਸ਼ਨ ਕਰਾਉਣਾ ਪਿਆ। ਡਾਕਟਰ ਮਲਨ ਨੇ ਰਾਕੇਸ਼ ਨੂੰ ਕਹਿ ਦਿੱਤਾ ਸੀ ਕਿ ਮੇਰੇ ਮਾਮਲੇ 'ਚ ਕੋਈ ਕਾਹਲ ਵਾਲੀ ਗੱਲ ਨਹੀਂ, ਅਸੀਂ 1 ਮਹੀਨੇ ਬਾਅਦ ਵੀ ਟੈਸਟ ਕਰਵਾ ਸਕਦੇ ਹਾਂ। ਪਰ ਹਾਂ, ਮੰਮੀ ਦਾ ਆਪਰੇਸ਼ਨ ਐਮਰਜੈਂਸੀ ਵਾਲੀ ਗੱਲ ਸੀ, ਇਸ ਲਈ ਅਸੀਂ ਉਹਨਾਂ ਦੇ ਆਪਰੇਸ਼ਨ ਦੀ ਤਰੀਕ ਛੇਤੀ ਲੈ ਲਈ। ਮਾਤਾ ਪਿਤਾ ਨੂੰ ਆਪਣੀ ਸਮੱਸਿਆ ਦੇ ਬਾਰੇ ਪਤਾ ਵੀ ਨਾ ਲੱਗਣ ਦੇਣਾ ਬਹੁਤ ਔਖਾ ਕੰਮ ਸੀ। ਮੈਂ ਸਿਰਫ ਇਹ ਦਿਖਾਵਾ ਕਰਦੀ ਰਹੀ ਕਿ ਮੈਂ ਉਹਨਾਂ ਦੀ ਫਿਕਰ 'ਚ ਹੀ ਪਰੇਸ਼ਾਨ ਹਾਂ। ਇੱਕ ਤਰ੍ਹਾਂ ਨਾਲ ਇਸ ਕੋਸ਼ਿਸ਼ ਨੇ ਮੈਨੂੰ ਅੰਦਰੋਂ ਮਜ਼ਬੂਤੀ ਵੀ ਦਿੱਤੀ ਤੇ ਮੈਂ ਆਪਣੀ ਫਿਕਰ ਨੂੰ ਪਿਛਾਂਹ ਸੁੱਟਣ 'ਚ ਕਾਮਯਾਬ ਹੋ ਗਈ। ਪਰ ਇਹ ਮਹੀਨਾ ਬਹੁਤ ਔਖਾ ਨਿਕਲਿਆ। ਮੈਂ ਖਿਜੀ, ਡਰੀ ਹੋਈ, ਛੇਤੀ ਰੋ ਵੀ ਪੈਂਦੀ। ਇਸ ਸਮੇਂ ਡੈਡੀ ਤੇ ਮੇਰੀ ਬਿਲਕੁਲ ਵੀ ਨਹੀਂ ਨਿਭ ਰਹੀ ਸੀ। ਉਹਨਾਂ ਨੂੰ ਵੀ ਮੰਮੀ ਦਾ ਫਿਕਰ ਹੋਣ ਕਾਰਨ ਗੁੱਸਾ ਆਇਆ ਰਹਿੰਦਾ। ਉਹ ਮੈਨੂੰ ਵੀ ਬਾਰ-ਬਾਰ ਕਹਿੰਦੇ ਕਿ ਮੈਂ ਲੜਨ ਨੂੰ ਤਿਆਰ ਰਹਿੰਦੀ ਹਾਂ। ਕਾਰਨ ਪੁੱਛਣ ਤੇ ਮੈਂ ਸੱਚਾਈ ਛੁਪਾਉਣ ਲਈ ਮਜਬੂਰ ਸੀ। ਫਿਰ ਬੜੀ ਅਜੀਬ ਜਿਹੀ ਗੱਲ ਹੋਈ। ਭਾਵੇਂ ਸਾਰੀ ਨੈਤਿਕ ਸਿੱਖਿਆ ਤੇ ਵੇਦਾਂ ਨਾਲ ਸੰਬੰਧਿਤ ਕਿਤਾਬਾਂ 'ਚ ਲਿਖਿਆ ਕਿ ਪੈਸੇ ਦਾ ਕੋਈ ਮਹੱਤਵ ਨਹੀਂ, ਪਰ ਕਈ ਵਾਰ ਪੈਸਾ ਹੀ ਤੁਹਾਡੇ ਮੂੰਹ ਅਜਿਹੀ ਗੱਲ ਕਢਵਾ ਦਿੰਦਾ ਜੋ ਤੁਸੀਂ ਹੋਰ ਹਾਲਤ 'ਚ ਨਹੀਂ ਕਹਿਣੀ ਸੀ। ਮੰਮੀ ਦੇ ਆਪਰੇਸ਼ਨ ਤੋਂ 1 ਮਹੀਨੇ ਬਾਅਦ ਮੈਂ ਮੰਮੀ ਨੂੰ ਆਪਰੇਸ਼ਨ ਤੋਂ ਬਾਅਦ ਵਾਲੇ ਚੈੱਕਅਪ ਲਈ ਡਾਕਟਰ ਮਲਨ ਕੋਲ ਲੈ ਗਈ। ਮੇਰੇ 200 ਰੁਪਏ ਗੁੰਮ ਹੋ ਗਏ, ਜੋ ਉਹਨਾਂ ਦਿਨਾਂ 'ਚ ਛੋਟੀ ਰਕਮ ਨਹੀਂ ਸੀ। ਮੇਰੀ ਇਸ ਗੱਲ ਕਾਰਨ ਡੈਡੀ ਨਾਲ ਬਹਿਸ ਹੋ ਗਈ। ਘਰ ਆ ਕੇ ਭਰੀ ਪੀਤੀ ਮੈਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਮੰਮੀ ਕੋਲ ਦੱਸ ਦਿੱਤੀਆਂ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਗੱਲ ਸੀ ਕਿ ਮੈਂ ਅਗਲੇ ਹੀ ਦਿਨ ਚੈੱਕਅਪ ਤੇ ਟੈਸਟਾਂ ਲਈ ਜਾਣਾ। ਇਹ ਗੱਲ ਉਹਨਾਂ ਨੂੰ ਦੱਸਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ, ਪਰ ਪਤਾ ਨਹੀਂ ਕਿਵੇਂ ਇਹ ਮੇਰੇ ਮੂੰਹੋਂ ਨਿਕਲ ਗਿਆ। ਮੰਮੀ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੇ, ਤੈਨੂੰ ਕੁਝ ਨਹੀਂ ਹੋਣਾ ਚਾਹੀਦਾ, ਰੱਬ ਮੈਨੂੰ ਚੁੱਕ ਲੈ, ਰੱਬਾ ਮੈਨੂੰ ਚੁੱਕ ਲੈ, ਪਰ ਮੇਰੀ ਧੀ ਨੂੰ ਕੁਝ ਨਾ ਹੋਵੇ। ਤੂੰ ਮੇਰੇ ਕਰਕੇ ਆਪਣੇ ਟੈਸਟ ਲੇਟ ਕਿਉਂ ਕਰ ਲਏ? ਇਹਨਾਂ ਵਿੱਚੋਂ ਬਹੁਤੀਆਂ ਗੱਲਾਂ ਤਾਂ ਮੈਂ ਸੁਣੀਆਂ ਹੀ ਨਹੀਂ। ਇਹਨਾਂ ਨੂੰ ਸੰਭਾਲਣਾ ਔਖਾ ਹੋ ਰਿਹਾ ਸੀ। ਸ਼ੁਕਰ ਹੈ ਕਿ ਉਸ ਵੇਲੇ ਡੈਡੀ ਉੱਥੇ ਨਹੀਂ ਸਨ, ਨਹੀਂ ਤਾਂ ਦੋਹਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ। ਸ਼ਾਮ ਨੂੰ ਜਦੋਂ ਰਾਕੇਸ਼ ਜਾਏ ਤਾਂ ਅਸੀਂ ਛੱਤ ਤੇ ਜਾ ਬੈਠੇ। ਮੇਰਾ ਫੇਰ ਰੋਣਾ ਨਿਕਲ ਗਿਆ। ਅਗਲੀ ਸਵੇਰ ਅਸੀਂ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਲਈ। ਮੰਮੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਡੈਡੀ ਵੀ ਉਦਾਸ ਸੀ। ਡੈਡੀ ਨੇ ਬਾਰ-ਬਾਰ ਮੇਰੇ ਮੱਥੇ ਨੂੰ ਚੁੰਮ ਕੇ ਉਹਨਾਂ ਨਾਲ ਨਾਰਾਜ਼ ਨਾ ਹੋਣ ਲਈ ਕਿਹਾ। ਸਾਡੇ ਨਾਲ ਡਰਾਈਵਰ ਕੋਈ ਵੀ ਹੋਵੇ, ਉਹਨਾਂ ਦੀ ਇਹ ਕਹੇ ਬਿਨਾਂ ਤਸੱਲੀ ਨਹੀਂ ਹੁੰਦੀ ਕਿ ਗੱਡੀ ਧਿਆਨ ਨਾਲ ਚਲਾਉਣਾ। ਸ਼ੁਕਰ ਹੈ ਕਿ ਮੰਮੀ ਨੇ ਮੇਰੀ ਛਾਤੀ ਦੀਆਂ ਗੰਢਾਂ ਬਾਰੇ ਉਹਨਾਂ ਨੂੰ ਨਹੀਂ ਦੱਸਿਆ ਸੀ। ਅਸੀਂ ਸਵੇਰੇ 6 ਵਜੇ ਹੀ ਚੱਲ ਪਏ ਸੀ, ਇਸ ਲਈ ਡਾਕਟਰ ਮਿਰਚੀਆਂ ਦੇ ਕਲੀਨਿਕ 8 ਵਜੇ ਪਹੁੰਚ ਗਏ। ਕਲੀਨਿਕ 9 ਵਜੇ ਤੋਂ ਬਾਅਦ ਹੀ ਖੁੱਲ੍ਹਣਾ ਸੀ, ਇਸ ਲਈ ਅਸੀਂ ਖਾਲੀ ਸੈਕਟਰ ਦੇ ਗੇੜੇ ਕੱਢਦੇ ਰਹੇ। ਹੁਣ ਮੈਂ ਹਾਲਾਤ ਨਾਲ ਸਮਝੌਤਾ ਜਿਹਾ ਕਰ ਲਿਆ ਸੀ। ਇਸ ਸਮੇਂ ਮੈਂ ਹਾਲਾਤ ਨਾਲੋਂ ਆਪਣੇ ਹੋਣ ਵਾਲੇ ਟੈਸਟਾਂ ਦੌਰਾਨ ਦਰਦ ਬਾਰੇ ਸੋਚ ਰਹੀ ਸੀ। ਅੱਜ ਤੱਕ ਕਦੀ ਟੀਕਾ ਨਾ ਲਗਵਾਉਣ ਕਾਰਨ ਮੈਨੂੰ ਸੋਚ ਕੇ ਹੀ ਕਾਂਬਾ ਜਿਹਾ ਚੜ੍ਹ ਰਿਹਾ ਸੀ। ਦਰਦ ਦੀ ਕਲਪਨਾ ਨਾਲ ਹੀ ਮੇਰਾ ਦਿਮਾਗ ਸੁੰਨ ਜਿਹਾ ਹੋ ਰਿਹਾ ਸੀ। ਮੈਮੋਗ੍ਰਾਫ ਦੀ ਤਾਂ ਪ੍ਰਕਿਰਿਆ ਦੀ ਵੀ ਕੋਈ ਜਾਣਕਾਰੀ ਨਾ ਹੋਣ ਕਾਰਨ ਵੀ ਘਬਰਾਹਟ ਸੀ। ਰਾਕੇਸ਼ ਨੇ ਇੰਟਰਨੈਟ ਤੇ ਦੇਖ ਕੇ ਦੱਸਿਆ ਸੀ ਕਿ ਐਕਸਰੇ ਦੀ ਤਰ੍ਹਾਂ ਹੀ ਹੁੰਦਾ ਹੈ। 2 ਪਲੇਟਾਂ ਦੇ ਵਿੱਚ ਛਾਤੀਆਂ ਨੂੰ ਦੱਬ ਕੇ ਉਹਨਾਂ ਦੀ ਫੋਟੋ ਲਈ ਜਾਂਦੀ ਹੈ। ਇਸ ਜਾਣਕਾਰੀ ਨਾਲ ਮੈਨੂੰ ਥੋੜੀ ਬੇਫਿਕਰੀ ਵੀ ਹੋਈ, ਕਿਉਂਕਿ ਇਸ 'ਚ ਸੂਈ ਖਿਭਾਉਣ ਵਾਲੀ ਕੋਈ ਗੱਲ ਨਹੀਂ ਸੀ। ਪਰ ਥੋੜਾ ਜਿਹਾ ਫਿਕਰ ਵੀ ਸੀ ਕਿ ਦਬਾਅ ਪਾਉਣ ਨਾਲ ਕਿੰਨਾ ਕੁ ਦਰਦ ਹੁੰਦਾ ਹੋਵੇਗਾ। ਰਾਕੇਸ਼ ਕਹਿੰਦੇ ਰਹੇ ਕਿ ਦਰਦ ਹੋਵੇ ਨਾ ਹੋਵੇ, ਜੋ ਟੈਸਟ ਕਰਵਾਉਣਾ ਜ਼ਰੂਰੀ ਹੈ, ਕਰਾਉਣਾ ਹੀ ਪਏਗਾ। ਪਰ ਕਹਿਣ ਤੇ ਕਰਨ 'ਚ ਬਹੁਤ ਫਰਕ ਹੁੰਦਾ ਹੈ। ਆਖਰਕਾਰ ਟੈਸਟ ਉਹਨਾਂ ਦੇ ਨਹੀਂ ਹੋਣੇ ਸਨ। ਸਰੀਰ ਤੇ ਦਬਾਅ ਜਾਂ ਸੂਈਆਂ ਚੁਭਣ ਦਾ ਦਰਦ ਉਹਨਾਂ ਨੇ ਨਹੀਂ ਸਹਿਣਾ ਸੀ। ਪਰ ਰਾਕੇਸ਼ ਦੇ ਬਾਰੇ ਇਸ ਤਰ੍ਹਾਂ ਸੋਚਣਾ ਵੀ ਨਾਇਨਸਾਫੀ ਸੀ। ਕਲੀਨਿਕ ਖੁੱਲ੍ਹਣ ਤੱਕ ਅਸੀਂ ਇੱਧਰ-ਉੱਧਰ ਖਾਲੀ ਬਾਜ਼ਾਰ ਦੇ ਗੇੜੇ ਕੱਢਦੇ ਰਹੇ। ਡਾਕਟਰ ਮਲਨ ਨੇ ਸਾਨੂੰ ਇੱਥੇ ਤੇ CMC ਦੋਹਾਂ ਥਾਵਾਂ ਤੇ ਮਿਲਣ ਦਾ ਸਮਾਂ ਦਿੱਤਾ ਸੀ। ਪਹਿਲੀ ਵਾਰੀ ਮੈਂ ਕਿਸੇ ਕਲੀਨਿਕ ਤੇ ਆਪਣੇ ਲਈ ਹੀ ਜਾ ਰਹੀ ਸਾਂ। ਡਾਕਟਰ ਦੇ ਮੁਆਇਨੇ ਵਾਲੇ ਕਮਰੇ 'ਚ ਜਾਣ ਲਈ ਬੁਲਾਵੇ ਦੀ ਇੰਤਜ਼ਾਰ ਸੀ। ਇਹ 15 ਮਿੰਟ ਮੈਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਲੰਮੇ 15 ਮਿੰਟ ਮਹਿਸੂਸ ਹੋਏ। ਇੱਕ ਕੁੜੀ ਨੇ ਮੇਰਾ ਨਾਮ ਬੋਲਿਆ ਤੇ ਮੈਂ ਕੰਬਦੀਆਂ ਲੱਤਾਂ ਤੇ ਧੜਕਦੇ ਦਿਲ ਨਾਲ ਖੜੀ ਹੋ ਗਈ। ਮੈਂ ਰਾਕੇਸ਼ ਨੂੰ ਵੀ ਅੰਦਰ ਆਉਣ ਲਈ ਕਿਹਾ। ਖਾਲੀ ਬੈਠੇ ਕੀ ਕਰ ਰਹੇ ਹੋ? ਰਾਕੇਸ਼ ਨੇ ਮੈਗਜ਼ੀਨ ਮੇਜ਼ ਤੇ ਰੱਖ ਕੇ ਵੱਡੀ ਮੁਸਕਾਨ ਦੇ ਨਾਲ ਮੈਨੂੰ ਉਸ ਲੜਕੀ ਦੇ ਪਿੱਛੇ ਜਾਣ ਲਈ ਹਲਕਾ ਜਿਹਾ ਧੱਕ ਵੀ ਦਿੱਤਾ। ਮੈਂ ਬਹੁਤ ਡਰੀ ਹੋਈ ਸੀ। ਮੇਰਾ ਗਲਾ ਸੁੱਕ ਰਿਹਾ ਸੀ। ਮੈਂ ਚਾਹੁੰਦੀ ਸੀ ਉਹ ਉਸ ਕੁੜੀ ਨੂੰ ਪੁੱਛੇ ਕਿ ਕੀ ਉਹ ਵੀ ਮੇਰੇ ਨਾਲ ਅੰਦਰ ਆ ਸਕਦੇ ਹਨ।
ਜਾਂ ਨਹੀਂ, ਪਰ ਆਪਣੇ ਪਤੀ ਵੱਲ ਦੇਖਦੀ ਹੋਈ ਮੈਨੂੰ ਇਕੱਲੀ ਨੂੰ ਹੀ ਅੰਦਰ ਜਾਣਾ ਪਿਆ। ਅਸਲ 'ਚ ਰਾਕੇਸ਼ ਮੇਰੇ ਲਈ ਰਵਾਇਤੀ ਢੰਗ ਦੇ ਪਤੀ ਨਹੀਂ ਸੀ ਜੋ ਕਹਿੰਦੇ ਰਹਿੰਦੇ ਹਨ ਕਿ ਇਹ ਨਹੀਂ ਕਰਨਾ, ਇਹ ਨਹੀਂ ਪਹਿਨਣਾ। ਉਹ ਤਾਂ ਮੇਰੀ ਹੋਂਦ ਦਾ ਅੱਧਾ ਹਿੱਸਾ ਬਣ ਚੁੱਕੇ ਸੀ। ਮੈਂ ਉਸ ਲੜਕੀ ਦੇ ਪਿੱਛੇ ਪਿੱਛੇ ਦੂਜੀ ਮੰਜ਼ਿਲ ਤੇ ਚਲੀ ਗਈ ਜੋ ਪੂਰੀ ਤਰ੍ਹਾਂ ਮੰਜ਼ਿਲ ਨਾ ਹੋ ਕੇ ਅਟਾਰੀ ਜਿਹੀ ਸੀ। ਇੱਥੇ ਛੋਟੇ ਜਿਹੇ ਕਮਰੇ 'ਚ ਜਿਮ ਵਰਗੀ ਮਸ਼ੀਨ ਤੇ ਕਈ ਤਰ੍ਹਾਂ ਨਾਲ ਵਰਤੋਂ 'ਚ ਆਉਣ ਵਾਲੀ ਭਾਰ ਤੋਲਣ ਵਾਲੀ ਮਸ਼ੀਨ ਪਈ ਸੀ। ਸਾਰਾ ਕੁਝ ਬੜਾ ਧੁੰਦਲਾ ਜਿਹਾ ਜਾਪ ਰਿਹਾ ਸੀ। ਦੂਰੋਂ ਇੱਕ ਆਵਾਜ਼ ਨੇ ਮੈਨੂੰ ਆਪਣੇ ਸਾਰੇ ਕੱਪੜੇ, ਬਰਾ ਤੇ ਸੋਨੇ ਦੀ ਚੇਨ ਸਮੇਤ ਲਾਹ ਕੇ ਗਾਊਨ ਪਾਉਣ ਲਈ ਕਿਹਾ। ਕਮਰਾ ਬੰਦ ਹੋਣ ਤੇ ਮੈਂ ਜਲਦੀ ਆਪਣੇ ਕੱਪੜਿਆਂ ਤੇ ਗਾਊਨ ਤੇ ਹੱਥ ਚਲਾ ਰਹੀ ਸੀ ਤਾਂ ਕਿ ਕੋਈ ਅੰਦਰ ਨਾ ਆ ਜਾਏ। ਗਾਊਨ ਪਾਉਣ ਤੋਂ ਬਾਅਦ ਮੈਂ ਆਪਣੇ ਕੱਪੜੇ ਰੱਖਣ ਲਈ ਥਾਂ ਲੱਭ ਰਹੀ ਸੀ ਕਿ ਦਰਵਾਜ਼ਾ ਖੁੱਲਿਆ ਤੇ ਉਹਨੇ ਆ ਕੇ ਗਾਊਨ ਖੋਲ ਕੇ ਅੱਗੇ ਆਉਣ ਲਈ ਕਿਹਾ। ਮਸ਼ੀਨ ਦਾ ਪਲੱਗ ਚਾਲੂ ਕਰਨ ਤੇ ਕਮਰੇ ਵਿੱਚ ਅਜੀਬ ਜਿਹੀ ਆਵਾਜ਼ ਗੂੰਜਣ ਲੱਗ ਪਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਨਾ। ਉਹ ਪਹਿਲਾਂ ਕੁਝ ਹੋਰ ਮਸ਼ੀਨਾਂ ਨਾਲ ਕੁਝ ਕਰਦੀ ਰਹੀ, ਫਿਰ ਮੇਰੇ ਵੱਲ ਦੇਖ ਕੇ ਕਿਹਾ, ਤੁਸੀਂ ਆਪਣੀ ਚੇਨ ਨਹੀਂ ਉਤਾਰੀ? ਮੈਂ ਨਾਂ 'ਚ ਸਿਰ ਹਿਲਾਇਆ। ਸਮੱਸਿਆ ਇਹ ਸੀ ਕਿ ਮੈਂ ਇਹ ਚੇਨ ਪਿਛਲੇ 6 ਸਾਲਾਂ ਤੋਂ ਪਾਈ ਹੋਈ ਸੀ ਤੇ ਇਹਨੂੰ ਇੱਕ ਵਾਰੀ ਵੀ ਨਹੀਂ ਖੋਲ੍ਹਿਆ ਸੀ। ਮੈਨੂੰ ਇਹ ਖੋਲ੍ਹਣੀ ਨਹੀਂ ਆਉਂਦੀ ਜੇ ਤੁਸੀਂ, ਮੈਂ ਹੌਲੀ ਜਿਹੀ ਕਿਹਾ। ਉਹਨੇ ਚੇਨ ਖੋਲ ਕੇ ਬੈੱਡ ਤੇ ਰੱਖ ਦਿੱਤੀ ਤੇ ਮੈਨੂੰ ਮਸ਼ੀਨ ਕੋਲ ਆਉਣ ਲਈ ਕਿਹਾ। ਉਹਦੇ ਕਹਿਣ ਤੇ ਮੈਂ ਗਾਊਨ ਖੋਲ ਦਿੱਤਾ। ਆਪਣੀ ਸੱਜੀ ਛਾਤੀ ਇਸ ਪਲੇਟ ਤੇ ਲੈ ਜਾਓ ਤੇ ਜਦੋਂ ਮੈਂ ਕਹਾਂ ਤੁਸੀਂ ਕੁਝ ਸਕਿੰਟਾਂ ਲਈ ਸਾਹ ਰੋਕਣਾ ਹੈ। ਮੈਨੂੰ ਲੱਗਿਆ ਇਹ ਤਾਂ ਸੁਖਾਲਾ ਕੰਮ ਹੈ, ਕੋਈ ਦਰਦ ਹੀ ਨਹੀਂ, ਪਰ ਉਹਨੇ ਇੱਕ ਹੋਰ ਬਟਨ ਦੱਬਿਆ ਤੇ ਇੱਕ ਸਖਤ ਜਿਹੀ ਪਲੇਟ ਮੇਰੀ ਛਾਤੀ ਤੇ ਆ ਪਈ। ਮੈਂ ਹਾਈ ਕਹਿਣ ਤੋਂ ਬਿਨਾਂ ਕੁਝ ਨਾ ਕਰ ਸਕੀ ਜਦ ਉਸ ਸਖਤ ਚੀਜ਼ ਨੇ ਮੇਰੀ ਛਾਤੀ ਤੇ ਦਬਾਅ ਪਾਉਣਾ ਸ਼ੁਰੂ ਕੀਤਾ। ਜਲਦੀ ਇਹਨੇ ਦਰਦ ਕਰਨਾ ਸ਼ੁਰੂ ਕਰਤਾ। ਮੈਂ ਕਹਿ ਰਹੀ ਸੀ ਕਿ ਇਹਨੂੰ ਰੋਕੋ, ਪਰ ਉਹ ਕਹਿ ਰਹੀ ਸੀ ਕੁਝ ਨਹੀਂ ਹੁੰਦਾ, ਹਿੱਲਣਾ ਨਹੀਂ, ਬਸ ਇੱਕ ਸਕਿੰਟ ਹੋਰ, ਬਸ। ਮੈਂ ਹਨੇਰੇ ਕਮਰੇ 'ਚ ਲੰਮੇ ਸਾਹ ਲੈ ਰਹੀ ਸੀ ਕਿ ਤਕਲੀਫ ਛੇਤੀ ਮੁੱਕ ਜਾਏ। ਇਸ ਤਰ੍ਹਾਂ ਦੋਵੇਂ ਛਾਤੀਆਂ ਤੇ ਵੱਖੋ-ਵੱਖ ਦਿਸ਼ਾਵਾਂ 'ਚ 3 ਹੋਰ ਸੈਸ਼ਨ ਹੋਏ। ਆਖਿਰਕਾਰ ਇਹ ਕੰਮ ਖਤਮ ਹੋ ਗਿਆ। ਸਹੀ ਕਿਹਾ, ਹਰ ਔਖਾ ਸਮਾਂ ਲੰਘ ਹੀ ਜਾਂਦਾ ਹੈ। ਹੁਣ ਉਹ ਔਰਤ ਸੱਚਮੁੱਚ ਫਿਕਰਮੰਦ ਲੱਗ ਰਹੀ ਸੀ। ਉਹ ਕਹਿ ਰਹੀ ਸੀ ਕਿ ਤੁਹਾਡੀਆਂ ਛਾਤੀਆਂ ਜ਼ਿਆਦਾ ਸਖਤ ਹਨ, ਵੱਡੀਆਂ ਗੰਢਾਂ ਜਿਹੀਆਂ ਹਨ, ਨਹੀਂ ਤਾਂ ਇੰਨਾ ਦਰਦ ਨਹੀਂ ਹੁੰਦਾ। ਸੱਚ ਕਹਾਂ ਤਾਂ ਇਸ ਸਮੇਂ ਮੈਨੂੰ ਰਿਪੋਰਟ ਦੀ ਫਿਕਰ ਨਾ ਹੋ ਕੇ ਇਹ ਫਿਕਰ ਜ਼ਿਆਦਾ ਸੀ ਕਿ ਹੁਣ ਇੱਕ ਹੋਰ ਇੰਨੇ ਹੀ ਦਰਦ ਵਾਲਾ ਟੈਸਟ ਕਰਾਉਣਾ ਪਏਗਾ। ਉਹਨੇ ਬੜੀ ਆਪਣਤ ਨਾਲ ਕਿਹਾ, ਹਾਲੇ ਕੱਪੜੇ ਨਾ ਬਦਲੋ, ਪਹਿਲਾਂ ਮੈਨੂੰ ਫਿਲਮਾਂ ਦੇਖ ਲੈਣ ਦਿਓ। ਮੈਨੂੰ ਗੁੱਸਾ ਆ ਰਿਹਾ ਸੀ ਕਿ ਜੇਕਰ ਇਸ ਔਰਤ ਦੀ ਗਲਤੀ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਟੈਸਟ ਦੁਬਾਰਾ ਕਰਨ ਲਈ ਕਿਹਾ ਤਾਂ ਮੈਂ ਤਕਲੀਫ ਦੁਬਾਰਾ ਨਹੀਂ ਝੱਲਾਂਗੀ। ਕੁਝ ਹੋ ਜਾਏ, ਮੈਂ ਦਰਦ ਭਰਿਆ ਟੈਸਟ ਦੁਬਾਰਾ ਨਹੀਂ ਕਰਵਾਉਣਾ। ਰਾਕੇਸ਼ ਨੇ ਤਾਂ ਇੰਟਰਨੈਟ ਤੋਂ ਪੜ੍ਹ ਕੇ ਕਿਹਾ ਸੀ ਕਿ ਆਮ ਐਕਸਰੇ ਦੀ ਤਰ੍ਹਾਂ ਹੀ ਹੁੰਦਾ ਤੇ ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਕੱਪੜੇ ਬਦਲ ਲਓ। ਇਹ ਵਾਕ ਸੁਣ ਕੇ ਮੇਰੀ ਜਾਨ 'ਚ ਜਾਨ ਆਈ, ਪਰ ਉਹਦੀ ਅਗਲੀ ਗੱਲ ਨਾਲ ਮੈਨੂੰ ਫੇਰ ਫਿਕਰ ਹੋ ਗਿਆ। ਮੈਂ ਇਹ ਫਿਲਮਾਂ ਡਾਕਟਰ ਨੂੰ ਦਿਖਾਉਣੀਆਂ, ਫਿਰ ਉਹ ਤੁਹਾਨੂੰ ਬੁਲਾ ਲੈਣਗੇ। ਕੀ ਕੁਝ ਗੜਬੜ ਹੈ? ਮੇਰੀ ਆਵਾਜ਼ 'ਚ ਡਰ ਸੀ। ਡਾਕਟਰ ਹੀ ਦੇਖ ਕੇ ਦੱਸਣਗੇ, ਉਹਨੇ ਮੇਰੀਆਂ ਅੱਖਾਂ ਤੋਂ ਬਚਦੇ ਹੋਏ ਮਸ਼ੀਨਾਂ ਬੰਦ ਕਰਦੇ ਹੋਏ ਕਿਹਾ। ਕੀ ਕੁਝ ਠੀਕ ਨਹੀਂ ਹੈ? ਮੇਰੇ ਤੋਂ ਖੁਦ ਨੂੰ ਰੋਕਣਾ ਔਖਾ ਹੋ ਰਿਹਾ ਸੀ। ਕਹਿ ਨਹੀਂ ਸਕਦੀ, ਬੜੀ ਗੁੰਝਲਦਾਰ ਫਿਲਮ ਹੈ, ਵੱਡੀਆਂ ਗੰਢਾਂ ਜਿਹੀਆਂ ਹਨ। ਤੁਹਾਡੀ ਉਮਰ ਕਿੰਨੀ ਹੈ? 30 ਸਾਲ। ਤੁਸੀਂ ਤਾਂ 30 ਦੇ ਲੱਗਦੇ ਹੀ ਨਹੀਂ। ਮੈਂ ਤਾਂ ਸੋਚਿਆ 16-17 ਸਾਲ ਹੋਏਗੀ। ਉਹਨੇ ਹੈਰਾਨ ਹੋ ਕੇ ਕਿਹਾ, ਮੈਂ ਤਾਂ ਵਿਆਹੀ ਹੋਈ ਹਾਂ। ਆਪਣੀ ਉਮਰ ਦਾ ਅੰਦਾਜ਼ਾ ਦੇਣ ਲਈ ਮੈਂ ਕਿਹਾ, ਅੱਛਾ, ਤੇ ਬੱਚੇ ਕਿੰਨੇ ਹੈ? ਹਾਏ ਰੱਬਾ, ਫੇਰ ਉਹੀ ਗੱਲ। ਪਹਿਲਾਂ ਤਾਂ ਖੁਦ ਬੱਚੀ ਦਿਸ ਰਹੀ ਸੀ, ਪਰ ਜੇਕਰ ਵਿਆਹ ਹੋ ਗਿਆ ਤਾਂ ਭਾਵੇਂ ਉਮਰ ਘੱਟ ਹੋਵੇ ਜਾਂ ਜ਼ਿਆਦਾ, ਤੁਹਾਡੇ ਬੱਚੇ ਹੋਣੇ ਹੀ ਚਾਹੀਦੇ ਹੈ। ਜਿਹਨੂੰ ਮੈਂ ਖੁਦ ਪਹਿਲਾਂ ਬੱਚੀ ਦਿਸ ਰਹੀ ਸੀ, ਉਹ ਕਿਵੇਂ ਇਹ ਸਵਾਲ ਪੁੱਛ ਸਕਦੀ ਹੈ? ਹੁਣ ਇਹ ਵੀ ਇਸ ਗੱਲ ਦਾ ਫਿਕਰ ਨਾ ਦਿਖਾਉਣ ਲੱਗ ਜਾਏ, ਇਸ ਲਈ ਮੈਂ ਮੁਸਕਰਾਉਂਦੇ ਹੋਏ ਕਿਹਾ, ਕੋਈ ਬੱਚਾ ਨਹੀਂ ਹੈ। ਮੈਂ ਉਹਨੂੰ ਦੱਸਣਾ ਚਾਹੁੰਦੀ ਸੀ ਕਿ ਬੱਚੇ ਨਾ ਕਰਨ ਦਾ ਸਾਡਾ ਖੁਦ ਦਾ ਫੈਸਲਾ ਹੈ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਇਹ ਗੱਲ ਕਹਿ ਕੇ ਹੋਰ ਕਈ ਜਵਾਬ ਦੇਣੇ ਪੈਣੇ ਸੀ। ਕੱਪੜੇ ਬਦਲ ਕੇ ਥੱਲੇ ਆ ਜਾਓ, ਉਹਨੇ ਦਰਵਾਜ਼ਾ ਭੇੜਦੇ ਹੋਏ ਕਿਹਾ। ਪਹਿਲਾਂ ਦੀ ਤਰ੍ਹਾਂ ਮੈਂ ਛੇਤੀ ਕੱਪੜੇ ਬਦਲਣ ਦੀ ਕੀਤੀ। ਮੈਨੂੰ ਡਰ ਸੀ ਕਿ ਦਰਵਾਜ਼ੇ ਦੀ ਕੁੰਡੀ ਨਾ ਹੋਣ ਕਰਕੇ ਕੋਈ ਆ ਕੇ ਇਹਨੂੰ ਖੋਲ੍ਹ ਨਾ ਦੇਵੇ। ਕੱਪੜੇ ਬਦਲ ਕੇ ਮੈਂ ਇਸ ਨਿੱਕੇ ਕਮਰੇ 'ਚੋਂ ਨਿਕਲ ਕੇ ਰਿਸੈਪਸ਼ਨ ਤੇ ਪਹੁੰਚੀ ਤੇ ਮੈਨੂੰ ਅਗਲੇ ਕਮਰੇ 'ਚ ਜਾਣ ਲਈ ਕਿਹਾ ਗਿਆ। ਉੱਥੇ ਇੱਕ 50-60 ਵਰ੍ਹਿਆਂ ਦੀ ਔਰਤ ਪੌੜੀਆਂ ਕੋਲ ਬੈਂਚ ਤੇ ਬੈਠੀ ਸੀ। ਉਹਦੇ ਨਾਲ ਉਹਦਾ ਪਤੀ ਜਾਂ ਭਰਾ ਹੋਏਗਾ। ਉਹਨੇ ਇੱਕਦਮ ਪੁੱਛਿਆ, ਇਸ ਨਾਲ ਦਰਦ ਹੁੰਦਾ ਹੈ? ਬਹੁਤ ਜ਼ਿਆਦਾ। ਮੇਰਾ ਜਵਾਬ ਸੁਣ ਕੇ ਉਹਦਾ ਚਿਹਰਾ ਸਫੈਦ ਪੈ ਗਿਆ। ਮੈਂ ਉਹਨੂੰ ਹੌਸਲਾ ਦੇਣ ਦੇ ਮਕਸਦ ਨਾਲ ਕਿਹਾ, ਮੇਰੇ ਤਾਂ ਗੰਢਾਂ ਬਣੀਆਂ ਹੋਈਆਂ ਹੈ, ਇਸ ਲਈ ਮੇਰੇ ਜ਼ਿਆਦਾ ਦਰਦ ਹੋਇਆ, ਤੁਹਾਡੇ ਹੋ ਸਕਦਾ ਇੰਨਾ ਜ਼ਿਆਦਾ ਨਾ ਹੋਵੇ। ਮੇਰੀ ਸੱਜੀ ਛਾਤੀ ਹਾਲੇ ਵੀ ਦਰਦ ਕਰ ਰਹੀ ਸੀ। ਉਸ ਮਸ਼ੀਨ ਦੇ ਵਿੱਚ ਦੱਬਣ ਕਾਰਨ ਇਸ 'ਚ ਹਾਲੇ ਵੀ ਫੜਕਣ ਜਿਹੀ ਮਹਿਸੂਸ ਹੋ ਰਹੀ ਸੀ।
ਡਾਕਟਰ ਮਲਨ ਤੇ ਸ਼ਿਮਲੇ ਦੇ ਦੂਜੇ ਡਾਕਟਰ ਕੋਲ ਮੁਆਇਨਾ ਕਰਵਾਉਂਦੇ ਹੋਏ ਹੋਇਆ ਦਰਦ ਅੱਜ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਮੈਂ ਰਿਸੈਪਸ਼ਨ ਤੱਕ ਵਾਪਸ ਪਹੁੰਚੀ ਤਾਂ ਰਾਕੇਸ਼ ਮੈਗਜ਼ੀਨ ਪੜ੍ਹ ਰਹੇ ਸਨ। ਉਸ ਸਮੇਂ ਤੱਕ ਕਮਰੇ 'ਚ ਬਹੁਤ ਲੋਕ ਹਾਜ਼ਰ ਸਨ। ਮੈਨੂੰ ਇੱਕਦਮ ਲੱਗਿਆ ਕਿ ਇੰਨੇ ਲੋਕਾਂ ਸਾਹਮਣੇ ਮੈਂ ਕਿਵੇਂ ਆਪਣਾ ਗੁਬਾਰ ਕੱਢ ਸਕਦੀ ਹਾਂ। ਕਿਵੇਂ ਰਿਹਾ? ਰਾਕੇਸ਼ ਨੇ ਪੁੱਛਿਆ। ਬਹੁਤ ਜ਼ਿਆਦਾ ਦਰਦ ਹੋਇਆ। ਸੱਚ? ਮੈਂ ਤਾਂ ਸਮਝਿਆ ਕਿ ਐਕਸਰੇ ਦੀ ਤਰ੍ਹਾਂ ਹੀ ਹੁੰਦਾ ਹੋਏਗਾ। ਮੈਂ ਸਿਰ ਹਿਲਾਇਆ ਤੇ ਰਾਕੇਸ਼ ਦੀ ਖਾਲੀ ਕੀਤੀ ਸੀਟ ਤੇ ਬੈਠ ਗਈ। ਮੈਨੂੰ ਗੁੱਸਾ ਆ ਰਿਹਾ ਸੀ ਕਿ ਮੇਰੀ ਇੰਨੀ ਤਕਲੀਫ ਵਿੱਚ ਰਾਕੇਸ਼ ਮੈਗਜ਼ੀਨ ਕਿਵੇਂ ਪੜ੍ਹਦੇ ਰਹੇ। ਮੈਂ ਉੱਥੋਂ ਭੱਜ ਕੇ ਖੁੱਲ੍ਹ ਕੇ ਰੋਣਾ ਚਾਹੁੰਦੀ ਸੀ, ਪਰ ਇੱਥੇ ਸੰਭਵ ਨਹੀਂ ਸੀ। ਕਹਿ ਰਹੇ ਹਨ ਕਿ ਡਾਕਟਰ ਹੀ ਆ ਕੇ ਰਿਪੋਰਟ ਦੇਖਣਗੇ, ਇਸ ਲਈ ਫਿਕਰ ਨਾ ਕਰ, ਅਸੀਂ ਇੰਤਜ਼ਾਰ ਕਰਦੇ ਹਾਂ, ਰਾਕੇਸ਼ ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿਹਾ। ਜਦੋਂ ਮੈਂ ਆਪਣੇ ਆਸੇ-ਪਾਸੇ 20-25 ਲੋਕਾਂ ਦੇ ਫਿਕਰਮੰਦ ਪੀਲੇ ਚਿਹਰੇ ਵੇਖੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਵੀ ਅਜਿਹੀ ਲੱਗ ਰਹੀ ਹੋਵਾਂਗੀ। ਰੱਬ ਹੀ ਜਾਣਦਾ ਕਿ ਉਹਨਾਂ ਨੂੰ ਕੀ ਬਿਮਾਰੀ ਹੋਏਗੀ। ਮੇਰੀਆਂ ਨਜ਼ਰਾਂ ਸਾਹਮਣੇ ਬੈਠੀ ਇੱਕ ਔਰਤ ਨਾਲ ਮਿਲੀਆਂ। ਉੱਥੇ ਵੀ ਮੈਨੂੰ ਡਰ ਤੇ ਵਿਚਾਰਾਪਣੀ ਨਜ਼ਰ ਆਇਆ। ਉਹਨੂੰ ਮੈਂ ਵੀ ਇਸੇ ਤਰ੍ਹਾਂ ਲੱਗੀ ਹੋਵਾਂਗੀ। ਹਰ ਕੋਈ ਆਪਣੇ ਹੀ ਫਿਕਰ 'ਚ ਡੁੱਬਿਆ ਹੋਇਆ ਸੀ। ਕਮਰੇ 'ਚ ਪੂਰੀ ਤਰ੍ਹਾਂ ਚੁੱਪ ਸੀ। ਇੱਕਦਮ ਮੈਨੂੰ ਆਪਣਾ ਨਾਂ ਸੁਣਾਈ ਦਿੱਤਾ। ਮੈਨੂੰ ਕੰਬਾ ਜਿਹਾ ਸ਼ੁਰੂ ਹੋ ਗਿਆ ਕਿ ਮੇਰਾ ਮਾੜਾ ਸਮਾਂ ਆ ਗਿਆ। ਮੈਂ ਹੌਲੀ ਜਿਹੀ ਰਾਕੇਸ਼ ਨੂੰ ਨਾਲ ਆਉਣ ਲਈ ਕਿਹਾ। ਗੁਲਾਬੀ ਸੂਟ ਵਾਲੀ ਇੱਕ ਕੁੜੀ ਨੇ ਸਾਨੂੰ ਜੁੱਤੀਆਂ ਉਤਾਰਨ ਲਈ ਕਿਹਾ। ਮੈਂ ਹਨੇਰੇ ਜਿਹੇ ਛੋਟੇ ਕਮਰੇ 'ਚ ਗਈ ਤਾਂ ਦਰਵਾਜ਼ਾ ਬੰਦ ਹੋ ਗਿਆ। ਰਾਕੇਸ਼ ਬਾਹਰ ਹੀ ਰਹਿ ਗਏ ਸਨ। ਇੱਥੇ ਇੱਕ ਸੋਫਾ ਨੁਮਾ ਬੈੱਡ, ਇੱਕ ਕੁਰਸੀ, ਇੱਕ ਕੰਪਿਊਟਰ ਵਰਗੀ ਮਸ਼ੀਨ ਪਈ ਸੀ, ਜਿਹਦੀ ਸਕਰੀਨ ਅੱਗੇ ਇੱਕ ਔਰਤ ਚਿੱਟਾ ਕੋਟ ਪਾਈ ਕੁਰਸੀ ਤੇ ਬੈਠੀ ਸੀ। ਮੇਰਾ ਥੋੜਾ ਜਿਹਾ ਬੋਝ ਉਤਰ ਗਿਆ। ਕੰਪਿਊਟਰ ਦੇ ਕੀਬੋਰਡ ਤੇ ਉਂਗਲਾਂ ਚਲਾਉਂਦੀ ਹੋਈ ਸਕਰੀਨ ਤੇ ਨਿਗਾਹ ਟਿਕਾਏ ਉਹਨੇ ਪੁੱਛਿਆ, ਤੁਹਾਡੇ ਕਿੰਨੀ ਦੇਰ ਤੋਂ ਹਨ? ਪਤਾ ਨਹੀਂ। ਹੁਣ ਉਹਨੇ ਆਪਣੀ ਨਜ਼ਰ ਸਕਰੀਨ ਤੋਂ ਹਟਾਈ ਤੇ ਪੁੱਛਿਆ, ਤੁਹਾਡੀ ਉਮਰ ਕਿੰਨੀ ਹੈ? ਮੈਂ ਹੁਣ ਇਸ ਸਵਾਲ ਤੋਂ ਤੰਗ ਆ ਚੁੱਕੀ ਸੀ। ਉਹੀ ਹਰ ਵਾਰੀ ਵਾਲਾ ਜਵਾਬ ਕਿ ਮੈਂ ਇੰਨੀ ਉਮਰ ਦੀ ਨਜ਼ਰ ਨਹੀਂ ਆਉਂਦੀ। ਫਿਰ ਹੁਣ ਮੁਆਇਨਾ ਕਰਾਉਣ ਦੀ ਕਿਵੇਂ ਸੋਚੀ, ਕੀ ਕੋਈ ਸਮੱਸਿਆ ਸੀ, ਕੀ ਕੁਝ ਵੱਖਰਾ ਮਹਿਸੂਸ ਹੋਇਆ। ਮੈਨੂੰ ਇਹਨਾਂ ਦੇ ਜਵਾਬ ਦੇਣ ਦੀ ਆਦਤ ਜੀ ਹੋ ਗਈ ਸੀ ਕਿ ਸਧਾਰਨ ਚੈੱਕਅਪ ਸੀ, ਅਮਰੀਕਾ ਤੋਂ ਆਈ ਮੇਰੀ ਸਹੇਲੀ ਨੇ ਕਿਹਾ ਸੀ, ਆਦ ਠੀਕ ਹੈ, ਆਪਣੀ ਕਮੀਜ਼ ਉਤਾਰੋ ਤੇ ਲੇਟ ਜਾਓ, ਉਹਨੇ ਕਿਹਾ। ਹਾਏ ਰੱਬਾ, ਹੁਣ ਫੇਰ ਦਰਦ ਹੋਏਗਾ। ਮੈਂ ਸੋਫੇ ਤੇ ਲੇਟ ਗਈ। ਉਹਨੇ ਮੇਰੀ ਪੋਜੀਸ਼ਨ ਠੀਕ ਕੀਤੀ ਤੇ ਇੱਕ ਬੋਤਲ ਵਿੱਚੋਂ ਬਹੁਤ ਸਾਰਾ ਗਾੜਾ ਜਿਹਾ ਤਰਲ ਮੇਰੀਆਂ ਛਾਤੀਆਂ ਤੇ ਮਲ ਦਿੱਤਾ। ਮੈਂ ਇੰਤਜ਼ਾਰ ਕਰ ਰਹੀ ਸੀ ਕਿ ਹੁਣ ਮੇਰੇ ਕੋਈ ਸੂਈ ਵਰਗੀ ਚੀਜ਼ ਖੁਬੋਈ ਜਾਏਗੀ, ਪਰ ਉਹ ਤਾਂ ਇੱਕ ਸਿੱਕੇ ਵਰਗੀ ਚੀਜ਼ ਦੀ ਵਰਤੋਂ ਕਰ ਰਹੀ ਸੀ, ਜਿਸ ਨਾਲ ਬਿਲਕੁਲ ਦਰਦ ਨਹੀਂ ਹੋਇਆ। ਇਹ ਅਲਟਰਾਸਾਊਂਡ ਸੀ। ਮੈਂ ਡਾਕਟਰ ਨੂੰ ਪੇਟ ਦਾ ਅਲਟਰਾਸਾਊਂਡ ਤਾਂ ਕਰਦੇ ਵੇਖਿਆ ਸੀ, ਪਰ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਛਾਤੀਆਂ ਤੇ ਵੀ ਕੀਤਾ ਜਾਂਦਾ ਹੈ। ਹੁਣ ਤੁਸੀਂ ਕੱਪੜੇ ਪਾ ਸਕਦੇ ਹੋ, ਡਾਕਟਰ ਨੇ ਕਿਹਾ। ਮੈਂ ਪੁੱਛੇ ਬਿਨਾਂ ਨਾ ਰਹਿ ਸਕੀ ਕਿ ਕੀ ਰਿਪੋਰਟ ਠੀਕ ਹੈ। ਉਹਨੇ ਮੇਰੇ ਵੱਲ ਵੇਖੇ ਬਿਨਾਂ ਹੀ ਕਿਹਾ, ਤੁਹਾਨੂੰ ਦੁਪਹਿਰ 4 ਵਜੇ ਤੱਕ ਰਿਪੋਰਟ ਮਿਲ ਜਾਏਗੀ। ਮੈਨੂੰ ਸਮਝ ਆ ਗਿਆ ਕਿ ਹੋਰ ਪੁੱਛਣ ਦਾ ਕੋਈ ਫਾਇਦਾ ਨਹੀਂ। ਮੈਂ ਬਾਹਰ ਨਿਕਲਣ ਲੱਗੀ ਤਾਂ ਦਰਵਾਜ਼ੇ ਤੇ ਇੱਕ ਹੋਰ ਔਰਤ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੀ ਸੀ। ਰਾਕੇਸ਼ ਹੁਣ ਰਿਸੈਪਸ਼ਨ ਦੇ ਵੇਟਿੰਗ ਰੂਮ 'ਚ ਬੈਠੇ ਹਿੰਦੀ ਦਾ ਅਖਬਾਰ ਪੜ੍ਹ ਰਹੇ ਸਨ। ਪਤਾ ਨਹੀਂ ਕਿਉਂ ਮੈਨੂੰ ਗੁੱਸਾ ਆ ਰਿਹਾ ਸੀ ਕਿ ਉਹਨਾਂ ਉੱਤੇ ਸਾਰੇ ਹਾਲਾਤ ਦਾ ਅਸਰ ਕਿਉਂ ਨਹੀਂ ਸੀ। ਅੰਦਰੋਂ ਮੈਨੂੰ ਪਤਾ ਵੀ ਸੀ ਕਿ ਮੇਰੀ ਤਕਲੀਫ ਦਾ ਉਹਨਾਂ ਤੇ ਬਹੁਤ ਅਸਰ ਪੈਂਦਾ ਹੈ, ਪਰ ਮੈਨੂੰ ਬਾਰ-ਬਾਰ ਨਿੱਕੇ-ਨਿੱਕੇ ਕਮਰਿਆਂ 'ਚ ਮੁਆਇਨਾ ਕਰਵਾਉਣ ਤੇ ਕੁਝ ਨਾ ਦੱਸੇ ਜਾਣ ਤੇ ਗੁੱਸਾ ਆ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਪੂਰੀ ਤਰ੍ਹਾਂ ਨਾ ਚੱਲਦੇ ਪੱਖਿਆਂ ਵਾਲੇ ਕਮਰੇ 'ਚ ਅਖਬਾਰ ਪੜ੍ਹਨਾ ਮੇਰੀ ਹਾਲਤ ਨਾਲੋਂ ਜ਼ਿਆਦਾ ਚੰਗਾ ਹੈ। ਜਦੋਂ ਮੈਂ ਉਹਨਾਂ ਕੋਲ ਪਹੁੰਚ ਗਈ ਤਾਂ ਉਹਨਾਂ ਨੇ ਉੱਪਰ ਦੇਖ ਕੇ ਕਿਹਾ, ਤਾਂ ਫਿਰ ਸਭ ਠੀਕ ਹੈ? ਲੱਗਦਾ ਨਹੀਂ। ਮੈਂ ਉਹਨੂੰ ਪੁੱਛਿਆ ਤਾਂ ਉਹਨੇ ਕੁਝ ਨਹੀਂ ਦੱਸਿਆ ਤੇ 4 ਵਜੇ ਰਿਪੋਰਟ ਮਿਲਣ ਦੀ ਗੱਲ ਕੀਤੀ ਹੈ। ਹੁਣ ਕੀ ਕਰੀਏ? ਅਸੀਂ CMC ਵੀ ਪਹੁੰਚਣਾ ਹੈ, ਮੈਂ ਫਿਕਰ ਕਰਦੇ ਹੋਏ ਕਿਹਾ। ਉਹ ਵੀ ਇਸੇ ਸਮੱਸਿਆ ਦੇ ਬਾਰੇ ਸੋਚ ਰਹੇ ਸਨ। ਤੁਸੀਂ ਉਹਨਾਂ ਨੂੰ ਕਹਿੰਦੇ ਕਿਉਂ ਨਹੀਂ ਕਿ ਅਸੀਂ ਹੋਰ ਡਾਕਟਰ ਕੋਲ ਵੀ ਜਾਣਾ ਹੈ, ਇਸ ਲਈ ਸਾਨੂੰ ਰਿਪੋਰਟ ਛੇਤੀ ਦੇ ਦੇਣ, ਮੈਂ ਬੇਚੈਨੀ ਨਾਲ ਕਿਹਾ। ਪਰ ਜੇਕਰ ਉਹਨਾਂ ਨੇ ਖਾਸ ਸਮਾਂ ਕਿਹਾ ਹੈ ਤਾਂ ਉਸੇ ਸਮੇਂ ਦੇਣਗੇ, ਰਾਕੇਸ਼ ਨੇ ਹੌਲੀ ਜਿਹੀ ਕਿਹਾ। ਪਰ ਰਿਪੋਰਟ ਜਲਦੀ ਦੇਣ ਲਈ ਕਿਹਾ ਤਾਂ ਜਾ ਸਕਦਾ ਹੈ, ਮੈਂ ਖਿਝ ਕੇ ਕਿਹਾ। ਰਾਕੇਸ਼ ਨੂੰ ਫਜ਼ੂਲ ਦੇ ਸਵਾਲ ਪੁੱਛਣੇ ਪਸੰਦ ਨਹੀਂ। ਹਾਲਾਤ ਭਾਵੇਂ ਕੁਝ ਵੀ ਹੋਣ, ਉਸ ਸਮੇਂ ਤੇ ਨਿਯਮਾਂ ਦੇ ਪਾਬੰਦ ਹਨ। ਪਰ ਮੇਰੇ ਕਹਿਣ ਨਾਲ ਉਹ ਕਲੀਨਿਕ ਦੇ ਅੰਦਰ ਗਏ, ਪਰ ਦਰਵਾਜ਼ੇ ਤੇ ਕੁਝ ਮਿੰਟ ਖੜੇ ਹੋ ਕੇ ਵਾਪਸ ਆ ਗਏ ਤੇ ਕਿਹਾ, ਡਾਕਟਰ ਕੰਮ 'ਚ ਲੱਗੀ ਹੋਈ ਹੈ, ਉਹਨੂੰ ਵਿਹਲੀ ਹੋ ਲੈਣ ਦਿਓ। ਉਹਨੇ ਤਾਂ ਵਿਹਲੀ ਹੋਣਾ ਹੀ ਨਹੀਂ। ਪਹਿਲਾਂ ਰਿਸੈਪਸ਼ਨ ਤੋਂ ਪੁੱਛੋ ਕਿ ਜਲਦੀ ਸੰਭਵ ਹੈ ਜਾਂ ਨਹੀਂ। ਰਿਸੈਪਸ਼ਨ ਤੇ ਬੈਠੀ ਲੜਕੀ ਤੋਂ ਪੁੱਛ ਕੇ ਉਹ ਵਾਪਸ ਆ ਗਏ। ਉਹ ਕਹਿੰਦੀ ਹੈ ਕਿ ਡਾਕਟਰ ਨਾਲ ਹੀ ਗੱਲ ਕਰਨੀ ਪਏਗੀ। ਆਖਿਰਕਾਰ ਰਾਕੇਸ਼ ਨੇ ਡਾਕਟਰ ਨਾਲ ਗੱਲ ਕਰ ਹੀ ਲਈ ਤੇ ਰਿਪੋਰਟ ਮਿਲਣ ਦਾ ਸਮਾਂ ਹੁਣ 12 ਵਜੇ ਸੀ। ਅਸੀਂ ਬਾਹਰ ਜਾ ਕੇ ਕੁਝ ਸਮਾਂ ਗੁਜ਼ਾਰਿਆ। ਰਾਕੇਸ਼ ਨੂੰ ਰਿਪੋਰਟ ਨੂੰ ਧਿਆਨ ਨਾਲ ਦੇਖਦੇ ਹੋਏ ਮੈਨੂੰ ਘਬਰਾਹਟ ਹੋਈ। ਅਸੀਂ ਡਾਕਟਰ ਨੂੰ ਕਿਉਂ ਨਹੀਂ ਮਿਲ ਲੈਂਦੇ? ਰਿਪੋਰਟ ਵਿੱਚ ਹੈ ਕੀ? ਦੋਵੇਂ ਛਾਤੀਆਂ 'ਚ ਫਾਈਬਰੋਇਡ ਹੈ।
ਇੱਕ ਬਹੁਤ ਹੀ ਬਰੀਕ ਸੂਈ ਵਾਲਾ ਟੈਸਟ FNAC ਤੇ ਹਰ ਸਾਲ ਮੈਮੋਗ੍ਰਾਫੀ ਕਰਵਾਉਣ ਲਈ ਕਿਹਾ ਹੈ। ਬਾਕੀ ਸਾਰਾ ਕੁਝ ਡਾਕਟਰੀ ਭਾਸ਼ਾ 'ਚ ਹੈ। ਮੈਨੂੰ ਕੁਝ ਸਮਝ ਨਹੀਂ ਆਇਆ। ਪਰ ਸਾਨੂੰ ਡਾਕਟਰ ਕੋਲ ਜਾ ਕੇ ਪੁੱਛਣਾ ਤਾਂ ਚਾਹੀਦਾ। ਮੈਂ ਫਿਰ ਕਿਹਾ, ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਫਾਈਬਰਾਇਡ ਕੀ ਬਲਾ ਹੈ। ਰਾਕੇਸ਼ ਡਾਕਟਰ ਦੇ ਕੈਬਿਨ ਵੱਲ ਤੁਰ ਪਏ। ਮੈਂ ਪਿੱਛੇ ਪਿੱਛੇ ਜਾ ਰਹੀ ਸੀ। ਡਾਕਟਰ ਨੇ ਇਹੀ ਕਿਹਾ, ਮੈਂ ਰੋਗ ਦੇ ਲੱਛਣ ਰਿਪੋਰਟ 'ਚ ਲਿਖ ਦਿੱਤੇ ਹੈ, ਤੁਸੀਂ ਆਪਣੇ ਡਾਕਟਰ ਨੂੰ ਦਿਖਾ ਲਓ। ਹੁਣ ਸਾਡੇ ਕੋਲ ਉੱਥੋਂ ਤੁਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਕਿਉਂਕਿ ਉਹਨੇ ਕੰਪਿਊਟਰ ਤੇ ਮੁੜ ਕੰਮ ਸ਼ੁਰੂ ਕਰ ਦਿੱਤਾ ਸੀ। ਇਹ ਤਾਂ ਰੇਡੀਓਲੋਜਿਸਟ ਹੈ। ਸਾਨੂੰ ਡਾਕਟਰ ਵਿਜੇ ਲక్ష్ਮੀ ਪੰਡਤ ਨੂੰ ਰਿਪੋਰਟ ਦਿਖਾਉਣੀ ਪਏਗੀ। ਰਾਕੇਸ਼ ਨੇ ਮੈਨੂੰ ਸ਼ਾਂਤ ਕਰਦੇ ਕਿਹਾ। ਮੈਂ ਹਾਲੇ ਤੱਕ ਕੁਝ ਵੀ ਨਹੀਂ ਖਾਧਾ ਸੀ, ਕਿਉਂਕਿ ਕਈ ਟੈਸਟ ਖਾਲੀ ਪੇਟ ਕਰਨੇ ਜ਼ਰੂਰੀ ਹੋ ਸਕਦੇ ਹਨ। ਡਾਕਟਰ ਵਿਜੇ ਲక్ష్ਮੀ ਪੰਡਤ ਨੂੰ ਮਿਲਣ ਲਈ ਅਸੀਂ CMC ਵੱਲ ਤੁਰ ਪਏ। ਅਚਾਨਕ ਹੀ ਮੌਸਮ ਬਦਲ ਗਿਆ। ਇੱਥੋਂ ਦਾ ਮਾਹੌਲ ਵੀ ਪਹਿਲਾਂ ਵਾਲੇ ਨਾਲੋਂ ਬਿਲਕੁਲ ਵੱਖਰਾ ਸੀ। ਠੰਡੀ ਹਵਾ ਦੇ ਨਾਲ ਮੌਸਮ ਕਾਫੀ ਖੁਸ਼ਗਵਾਰ ਸੀ। ਡਾਕਟਰ ਵੀ ਇੰਨੀ ਸੋਹਣੀ ਕਿ ਮੈਂ ਅਜਿਹੀ ਸੁੰਦਰ ਤੇ ਖੁਸ਼ ਤਬੀਅਤ ਔਰਤ ਅਜੇ ਤੱਕ ਨਹੀਂ ਦੇਖੀ। ਉਸ ਬੜੀ ਮੁਸਕਰਾ ਕੇ ਪਹਿਲੀ ਗੱਲ ਇਹ ਕਹੀ ਕਿ ਤੁਹਾਡੀ ਕਿੰਨੀ ਉਮਰ ਹੈ? ਇਹ ਸਾਰੇ ਟੈਸਟ ਕਿਉਂ ਕਰਵਾਉਣ ਲੱਗੇ ਹੋਏ ਹੋ? ਤੁਹਾਨੂੰ ਤਾਂ ਇਹਨਾਂ ਦੀ ਲੋੜ ਹੀ ਨਹੀਂ। ਉਹਦੇ ਪਿਆਰ ਭਰੇ ਵਤੀਰੇ ਨੇ ਮੇਰੇ ਮਨ ਨੂੰ ਛੋਹ ਲਿਆ। ਰਾਕੇਸ਼ ਰਿਪੋਰਟ ਲੈ ਕੇ ਆ ਗਏ। ਉਹਨੇ ਰਿਪੋਰਟ ਪੜ੍ਹ ਕੇ ਬੜੀ ਆਪਣਾਤਨ ਨਾਲ ਕਿਹਾ, ਕੁਝ ਵੀ ਨਹੀਂ, ਫਾਈਬਰੋਸਿਸ ਹੀ ਹੈ। ਇਹ ਕਈ ਔਰਤਾਂ ਦੇ ਹੋ ਜਾਂਦਾ ਹੈ। ਛਾਤੀ ਦੇ ਅੰਦਰ ਨਾੜਾਂ ਤੇ ਪੱਠਿਆਂ ਦਾ ਗੁੱਛਾ ਜਿਹਾ ਹੁੰਦਾ ਹੈ। ਪਰ ਜਿਵੇਂ ਰਿਪੋਰਟ 'ਚ ਲਿਖਿਆ ਹੈ, ਅਸੀਂ FNAC ਟੈਸਟ ਜ਼ਰੂਰ ਕਰਾਂਗੇ। ਕੀ ਇਸ 'ਚ ਦਰਦ ਹੁੰਦਾ? ਮੈਂ ਰੋਣੀ ਆਵਾਜ਼ 'ਚ ਪੁੱਛਿਆ। ਨਹੀਂ, ਇਹ ਪਤਲੀ ਜੀ ਸੂਈ ਕਬੂਣੀ ਹੈ। ਮੈਂ ਖੁਦ ਹੀ ਟੈਸਟ ਕਰਾਂਗੀ। ਉਸ ਦਿਨ ਤੋਂ ਬਾਅਦ ਸਾਡੇ 'ਚ ਅਜਿਹਾ ਪਿਆਰ ਭਰਿਆ ਰਿਸ਼ਤਾ ਕਾਇਮ ਹੋ ਗਿਆ ਕਿ ਅੱਜ ਤੱਕ ਵੀ ਨਿਭ ਰਿਹਾ। ਉਹਨੇ ਰਾਕੇਸ਼ ਨੂੰ ਕਮਰੇ ਤੋਂ ਜਾਣ ਲਈ ਕਿਹਾ ਤੇ ਮੈਨੂੰ ਕਮੀਜ਼ ਤੇ ਬਰਾ ਉਤਾਰ ਕੇ ਗੱਦੇਦਾਰ ਤਖਤ ਤੇ ਲੇਟਣ ਲਈ ਕਿਹਾ। ਉਹਨੇ ਮੇਰੀਆਂ ਛਾਤੀਆਂ ਟੋਹੀਆਂ। ਹੁਣ ਤੱਕ ਕਿਸੇ ਡਾਕਟਰ ਨੇ ਅਜਿਹੇ ਹਮਦਰਦੀ ਵਾਲੇ ਅੰਦਾਜ਼ 'ਚ ਗੱਲ ਨਹੀਂ ਸੀ ਕੀਤੀ। ਉਹ ਫਾਈਬਰੋਸਿਸ ਤਾਂ ਸੱਚਮੁੱਚ ਬਹੁਤ ਮੋਟਾ ਹੈ। ਇੰਨਾ ਭਾਰ ਚੁੱਕ ਕੇ ਤੁਰਨਾ ਤਾਂ ਬਹੁਤ ਔਖਾ ਹੁੰਦਾ ਹੋਏਗਾ। ਮੈਂ ਉਹਨੂੰ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਕਦੀ ਭਾਰ ਮਹਿਸੂਸ ਨਹੀਂ ਹੋਇਆ, ਪਰ ਮੈਮੋਗ੍ਰਾਫੀ ਇੰਨੀ ਦਰਦ ਵਾਲੀ ਸੀ ਕਿ ਹਾਲੇ ਤੱਕ ਵੀ ਦਰਦ ਮਹਿਸੂਸ ਹੋ ਰਿਹਾ। ਹਾਂ, ਮੈਨੂੰ ਪਤਾ ਹੈ। ਮੈਂ ਇੱਕ ਵਾਰੀ ਹੀ FNAC ਕਰਾਂਗੀ। ਮੈਨੂੰ ਚੰਗਾ ਨਹੀਂ ਲੱਗਦਾ ਬਾਰ-ਬਾਰ ਸਰੀਰ 'ਚ ਸੂਈਆਂ ਚੁਭਾਈਆਂ ਜਾਣ। ਉਹਦੀ ਆਵਾਜ਼ ਤੋਂ ਸੱਚਮੁੱਚ ਦਾ ਫਿਕਰ ਸਾਫ਼ ਮਹਿਸੂਸ ਹੋ ਰਿਹਾ ਸੀ। ਉਹਨੇ ਮੈਨੂੰ ਬਿਠਾ ਕੇ ਮੇਰੀਆਂ ਦੋਵੇਂ ਛਾਤੀਆਂ ਤੇ ਕੱਛਾਂ ਨੂੰ ਟੋਇਆ, ਕਿਹਾ ਕਿ ਫਾਈਬਰੋਸਿਸ ਤੋਂ ਬਿਨਾਂ ਹੋਰ ਕੋਈ ਸਮੱਸਿਆ ਨਹੀਂ ਹੈ। ਕੁਝ ਵਿਟਾਮਿਨ E ਦੀਆਂ ਗੋਲੀਆਂ ਲਓ, ਹੋਰ ਕੋਈ ਸਮੱਸਿਆ ਨਹੀਂ। ਮੈਂ ਉਹਦੀ ਨਰਮ ਪਿਆਰ ਭਰੀ ਆਵਾਜ਼ ਸੁਣਨ 'ਚ ਇੰਨੀ ਮਸਤ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਨੇ ਸੂਈ ਚੁਭੋ ਵੀ ਦਿੱਤੀ। ਇੰਨੀ ਨਰਮ ਥਾਂ ਤੇ ਟੈਸਟ ਕਰਾਉਂਦੇ ਹੋਏ ਵੀ ਮੈਨੂੰ ਸਿਰਫ ਉਹਦੀ ਆਵਾਜ਼ ਕੁਝ ਨਹੀਂ ਬਸ ਹੋ ਗਿਆ ਹੀ ਸੁਣਾਈ ਦੇ ਰਹੀ ਸੀ। ਮੈਂ ਉੱਠੀ ਤੇ ਜਲਦੀ ਨਾਲ ਆਪਣੇ ਕੱਪੜੇ ਪਾ ਲਏ। ਸ਼ਾਇਦ ਮੈਨੂੰ ਹੁਣ ਸਕਿੰਟਾਂ ਦੇ ਵਿੱਚ ਕੱਪੜੇ ਪਾਉਣ ਦੀ ਆਦਤ ਹੋ ਗਈ ਸੀ। ਮੈਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਡਾਕਟਰ ਦਾ ਕਿੰਨਾ ਫਰਕ ਹੁੰਦਾ ਹੈ। ਮੈਨੂੰ ਪਹਿਲੇ ਭਾਵਨਾਹੀਨ ਡਾਕਟਰਾਂ ਨਾਲ ਹੋਏ ਭਿਆਨਕ ਤਜਰਬੇ ਯਾਦ ਸੀ। ਹੁਣ ਰਿਪੋਰਟ ਦੀ ਫਿਕਰ ਤਾਂ ਜ਼ਰੂਰ ਸੀ, ਪਰ ਇਸ ਨਵੀਂ ਖੂਬਸੂਰਤ ਡਾਕਟਰ ਦੇ ਵਿਹਾਰ ਨੇ ਮਨ ਹਲਕਾ ਕਰ ਦਿੱਤਾ। ਉਹਦੇ ਬਿਨਾਂ ਬਾਹਾਂ ਦੇ ਗੁਲਾਬੀ ਰੰਗ ਦਾ ਬਹੁਤ ਸੋਹਣਾ ਸੀਤਾ ਹੋਇਆ ਸੂਟ ਪਾਇਆ ਸੀ। ਵਾਲਾਂ ਦੀ ਪਿੱਛੇ ਕਰਕੇ ਗੰਢ ਜੀ ਮਾਰੀ ਸੀ। ਉਹਦੀ ਗੁਲਾਬੀ ਰੰਗਤ ਵਾਲੀ ਗੋਰੀ ਬਿਲਕੁਲ ਸਾਫ਼ ਚਮੜੀ, ਹਮਦਰਦੀ ਵਾਲੀਆਂ ਵੱਡੀਆਂ ਅੱਖਾਂ ਤੇ ਆਵਾਜ਼ ਤੇ ਬੋਲਣ ਦੇ ਅੰਦਾਜ਼ ਨੇ ਮੇਰਾ ਦਿਲ ਜਿੱਤ ਲਿਆ। ਰਿਸੈਪਸ਼ਨ ਵਾਲੇ ਕਮਰੇ 'ਚ 1.5 ਘੰਟਾ ਇੰਤਜ਼ਾਰ ਦਾ ਸਮਾਂ ਜਲਦੀ ਖਤਮ ਹੋ ਗਿਆ। ਪੈਥੋਲੋਜੀ ਵਾਲੇ ਪਾਸੇ ਜਾਣ ਲਈ ਪੌੜੀਆਂ ਚੜ੍ਹਦੇ ਹੋਏ ਮੇਰਾ ਡਰ ਫਿਰ ਵਾਪਸ ਆ ਗਿਆ। ਪਰ ਰਿਪੋਰਟ ਹਾਲੇ ਪਹੁੰਚੀ ਨਹੀਂ ਸੀ। ਸਾਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਕੁਝ ਮਿੰਟਾਂ ਬਾਅਦ ਹੀ ਰਿਪੋਰਟ ਮਿਲੀ ਤੇ ਰਾਕੇਸ਼ ਨੇ ਸੌਖਾ ਸਾਹ ਲੈਂਦਿਆਂ ਕਿਹਾ, ਠੀਕ ਹੈ, ਸਿਰਫ ਹਰ ਸਾਲ ਚੈੱਕਅਪ ਲਈ ਕਿਹਾ ਹੈ, ਫਾਈਬਰੋਸਿਸ ਹੀ ਹੈ। ਮੇਰੇ ਉੱਪਰੋਂ ਇੰਨਾ ਬੋਝ ਉਤਰ ਗਿਆ ਕਿ ਮੈਨੂੰ ਉੱਥੇ ਪਈ ਪਲਾਸਟਿਕ ਦੀ ਕੁਰਸੀ ਤੇ ਬੈਠਣਾ ਪਿਆ। ਮੈਨੂੰ ਲੱਗਿਆ ਮੇਰੇ ਸਰੀਰ ਦਾ ਸਾਰਾ ਬੋਝ ਤੇ ਫਿਕਰ ਗਾਇਬ ਹੋ ਗਿਆ। ਮੈਨੂੰ ਲੱਗਿਆ ਇਸ ਭਾਰੀਪਨ ਦੇ ਨਿਕਲਣ ਨਾਲ ਹੀ ਮੇਰਾ ਪੁਰਾਣਾ ਵਿਅਕਤਿਤਵ ਵਾਪਸ ਆ ਰਿਹਾ। 2 ਮਹੀਨੇ ਪਹਿਲਾਂ ਸਨੇਹ ਨੇ ਆ ਕੇ ਮੇਰੀ ਜ਼ਿੰਦਗੀ ਉਥਲ-ਪੁਥਲ ਕਰ ਦਿੱਤੀ ਸੀ। ਰਾਕੇਸ਼ ਨੇ ਕੋਲ ਬੈਠ ਕੇ ਥੋੜਾ ਜੱਫੀ 'ਚ ਲੈ ਕੇ, ਕਿਉਂਕਿ ਲੋਕਾਂ ਦੇ ਸਾਹਮਣੇ ਉਹ ਪਿਆਰ ਜਤਾਉਣ 'ਚ ਝਿਜਕਦੇ ਹੈ, ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਦੇਖਿਆ, ਮੈਂ ਕਿਹਾ ਸੀ ਨਾ, ਸਭ ਕੁਝ ਠੀਕ ਹੋ ਜਾਏਗਾ। ਤੂੰ ਬਿਨਾਂ ਮਤਲਬ ਮੇਰੀ ਗੱਲ ਸੁਣੇ ਬਿਨਾਂ ਪਰੇਸ਼ਾਨ ਹੋਈ ਜਾ ਰਹੀ ਸੀ। ਪਰ ਇਹ ਸਿਰਫ ਫਾਈਬਰੋਸਿਸ ਹੀ ਹੈ ਨਾ? ਰਾਕੇਸ਼ ਨੇ ਹਾਂ 'ਚ ਸਿਰ ਹਿਲਾਇਆ। ਹੁਣ ਤਾਂ ਮੈਨੂੰ ਇਹ ਫਾਈਬਰੋਸਿਸ ਸ਼ਬਦ ਚੰਗਾ ਲੱਗਣ ਲੱਗ ਪਿਆ ਸੀ, ਕਿਉਂਕਿ ਇਹਦਾ ਆਪਣਾ ਮਤਲਬ ਜੋ ਮਰਜ਼ੀ ਹੋਵੇ, ਪਰ ਇਹਦਾ ਮਤਲਬ ਉਹ ਚੀਜ਼ ਨਹੀਂ ਸੀ ਜਿਹਦਾ ਨਾਂ ਲੈਂਦੇ ਵੀ ਮੈਂ ਡਰਦੀ ਸੀ। ਆਓ ਜਾ ਕੇ ਡਾਕਟਰ ਦਾ ਧੰਨਵਾਦ ਕਰ ਆਈਏ, ਮੈਂ ਰਾਕੇਸ਼ ਨੂੰ ਕਿਹਾ।
ਪਰ ਰਾਕੇਸ਼ ਨੇ ਮੈਨੂੰ ਖੁਦ ਕੱਲੀ ਜਾ ਕੇ ਧੰਨਵਾਦ ਕਰਨ ਲਈ ਕਿਹਾ। ਮੈਂ ਅੰਦਰ ਗਈ ਤਾਂ ਉਹਨੇ ਪਹਿਲੀ ਗੱਲ ਮੁਸਕਰਾ ਕੇ ਪੁੱਛੀ, ਤੁਸੀਂ ਕੁਝ ਖਾਧਾ ਪੀਤਾ ਵੀ ਹੈ ਜਾਂ ਨਹੀਂ? ਮੇਰੇ ਹਾਂ ਕਹਿਣ ਤੇ ਉਹਨੇ ਮੈਨੂੰ ਬੈਠਣ ਲਈ ਕਿਹਾ। ਤੁਹਾਡੇ ਪਤੀ ਕਿੱਥੇ ਹੈ? ਬਾਹਰ। ਉਹਨੇ ਰਾਕੇਸ਼ ਨੂੰ ਬੁਲਾਵਾ ਭੇਜ ਦਿੱਤਾ। ਡਾਕਟਰ ਦੇ ਹੱਥ, ਨੈਣ, ਨਕਸ਼ ਸਭ ਕੁਝ ਇੰਨਾ ਖੂਬਸੂਰਤ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਕਿਹਾ, ਤੁਸੀਂ ਬਹੁਤ ਜ਼ਿਆਦਾ ਖੂਬਸੂਰਤ ਹੋ। ਧੰਨਵਾਦ, ਉਹਨੇ ਬਿਨਾਂ ਕਿਸੇ ਘਮੰਡ ਦੇ ਕਿਹਾ। ਇਹ ਵਾਕ ਤਾਂ ਉਹਨੇ ਪਹਿਲੀ ਵਾਰ ਪਹਿਲਾਂ ਵੀ ਸੁਣਿਆ ਹੋਏਗਾ। ਤੁਸੀਂ ਵੀ ਤਾਂ ਇੰਨੀ ਘੱਟ ਉਮਰ ਦੇ ਲੱਗਦੇ ਹੋ, ਉਹਨੇ ਕਿਹਾ। ਇੰਨੀ ਦੇਰ 'ਚ ਰਾਕੇਸ਼ ਆ ਗਏ ਤੇ ਡਾਕਟਰ ਨੇ ਰਿਪੋਰਟ ਉਹਨਾਂ ਕੋਲੋਂ ਫੜ ਲਈ। ਫਿਕਰ ਵਾਲੀ ਕੋਈ ਗੱਲ ਨਹੀਂ, ਸਿਰਫ ਕਿਉਂਕਿ ਤੁਹਾਡੀਆਂ ਛਾਤੀਆਂ ਜ਼ਿਆਦਾ ਭਾਰੀ ਹਨ, ਇਸ ਲਈ ਮਾਹਵਾਰੀ ਦੇ ਦਿਨਾਂ 'ਚ ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਇਸ ਲਈ ਵੀ ਆਪਰੇਸ਼ਨ ਤਾਂ ਹੁੰਦਾ ਹੈ, ਪਰ ਮੈਂ ਉਹਦੀ ਸਲਾਹ ਨਹੀਂ ਦਿਆਂਗੀ। ਤੁਸੀਂ ਵਿਟਾਮਿਨ ਈ ਲਓ ਤੇ ਬਾਕੀ ਆਪਣੇ ਡਾਕਟਰ ਦੀ ਸਲਾਹ ਲੈ ਲੈਣਾ। ਪਰ ਮੇਰੇ ਡਾਕਟਰ ਤਾਂ ਤੁਸੀਂ ਹੋ, ਮੈਂ ਛੇਤੀ ਨਾਲ ਕਿਹਾ। ਉਹਨੇ ਮੁਸਕਰਾ ਕੇ ਸਿਰ ਹਿਲਾਇਆ ਤੇ ਕਿਹਾ, ਮੈਂ ਤਾਂ ਸਿਰਫ ਪੈਥੋਲੋਜਿਸਟ ਹਾਂ। ਤੁਸੀਂ ਡਾਕਟਰ ਮਲਨ ਨਾਲ ਗੱਲ ਕਰੋ, ਜਿਹੜੇ ਤੁਹਾਡਾ ਮੁਆਇਨਾ ਕਰ ਰਹੇ ਹਨ। ਮੇਰਾ ਮਨ ਕਹਿ ਰਿਹਾ ਸੀ ਕਿ ਇਹ ਨਾਇਨਸਾਫੀ ਹੈ। ਮੈਂ ਕਿੰਨੇ ਡਾਕਟਰਾਂ ਕੋਲ ਜਾਵਾਂਗੀ? ਰੇਡੀਓਲੋਜਿਸਟ, ਪੈਥੋਲੋਜਿਸਟ ਤੇ ਹੁਣੇ ਮੁੱਖ ਡਾਕਟਰ। ਬਹੁਤ ਪਰੇਸ਼ਾਨੀ ਦੇ ਬਾਵਜੂਦ ਮੈਂ ਆਪਣਾ ਮੂੰਹ ਬੰਦ ਹੀ ਰੱਖਿਆ। ਮੈਮੋਗ੍ਰਾਫੀ ਦੇ ਚੈੱਕਅਪ ਬਰਾਬਰ ਕਰਵਾਉਂਦੇ ਰਹਿਣਾ, ਡਾਕਟਰ ਨੇ ਸਲਾਹ ਦਿੱਤੀ। ਤੁਹਾਡਾ ਮਤਲਬ ਕੁਝ ਗਲਤ ਵੀ ਹੋ ਸਕਦਾ ਹੈ? ਹੋ ਤਾਂ ਜ਼ਿੰਦਗੀ 'ਚ ਕੁਝ ਵੀ ਸਕਦਾ ਹੈ। ਆਪਣੀ ਸੋਚ ਸਕਾਰਾਤਮਕ ਰੱਖੋ। ਕੀ ਮੇਰੇ ਅੰਦਰ ਇਹ ਫਾਈਬਰੋਸਿਸ ਤੋਂ ਕੁਝ ਹੋਰ ਵੀ ਬਣ ਸਕਦਾ ਹੈ? ਮੈਂ ਹਾਲੇ ਵੀ ਇਹ ਭਿਆਨਕ ਸ਼ਬਦ ਬੋਲਣ ਤੋਂ ਡਰ ਰਹੀ ਸੀ। ਬਹੁਤ ਘੱਟ ਸੰਭਾਵਨਾ ਹੈ। ਅਸਲ 'ਚ ਜੇ ਹੋਵੇ ਤਾਂ ਘੱਟ ਉਮੀਦ ਹੁੰਦੀ ਹੈ, ਉਹਨੇ ਹਮਦਰਦੀ ਭਰੀ ਮੁਸਕਾਨ ਨਾਲ ਕਿਹਾ। ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਬਾਹਰ ਆ ਗਏ। ਅਸੀਂ ਹੁਣ ਆਟੋ ਲਿਆ, ਪਰ ਸਭ ਤੋਂ ਪਹਿਲਾਂ ਸੋਲਨ ਮੰਮੀ ਨੂੰ ਫੋਨ ਕੀਤਾ। ਉਹ ਮੇਰੇ ਫੋਨ ਦੇ ਇੰਤਜ਼ਾਰ 'ਚ ਫੋਨ ਦੇ ਸਿਰਹਾਣੇ ਹੀ ਬੈਠੇ ਸਨ। ਸੁਣ ਕੇ ਉਹਨਾਂ ਨੇ ਖੁਸ਼ੀ ਨਾਲ ਰੋਣਾ ਸ਼ੁਰੂ ਕਰ ਦਿੱਤਾ। ਕਿਹਾ ਕਿ ਟੈਸਟਾਂ ਦੌਰਾਨ ਸਾਰਾ ਸਮਾਂ ਅਰਦਾਸ ਹੀ ਕਰਦੇ ਰਹੇ ਤੇ ਸਾਈਂ ਬਾਬਾ ਦੀ ਕਿਰਪਾ ਨਾਲ ਕੁਝ ਮਾੜਾ ਨਤੀਜਾ ਨਹੀਂ ਆਇਆ। ਸੱਚਮੁੱਚ ਮਾਵਾਂ ਤੇ ਉਹਨਾਂ ਦੇ ਵਿਸ਼ਵਾਸ ਦੀ ਥਾਂ ਪਾਉਣਾ ਬਹੁਤ ਔਖਾ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੁਹਾਣਾ ਸਫ਼ਰ ਸੀ। ਸਿਰਫ ਰਾਕੇਸ਼ ਤੇ ਮੈਂ। 7 ਘੰਟੇ ਦਾ ਸਫ਼ਰ। ਚੰਬਾ ਤੇ ਭਰਮੌਰ ਤੋਂ ਨਿਕਲਦਿਆਂ ਬਹੁਤ ਕੁਦਰਤੀ ਨਜ਼ਾਰੇ ਸਨ। 2 ਵਾਰੀ ਅਸੀਂ ਰੁਕ ਕੇ ਜੰਗਲੀ ਫਲ ਵੀ ਤੋੜੇ ਤੇ ਫਿਰ ਅੱਗੇ ਤੁਰ ਪਏ। ਡਾਕਟਰ ਦੀ ਸਲਾਹ ਅਨੁਸਾਰ ਮੇਰੇ ਟੈਸਟ ਨੇਮਬੱਧ ਤਰੀਕੇ ਨਾਲ ਹੁੰਦੇ ਰਹੇ। ਉਹੀ ਕਾਰਵਾਈ, ਉਹੀ ਦਰਦ, ਉਸੇ ਤਰ੍ਹਾਂ ਫਿਕਰ ਤੇ ਟੈਸਟਾਂ ਤੋਂ 1 ਹਫ਼ਤਾ ਪਹਿਲਾਂ ਨੀਂਦ ਉੱਡ ਜਾਣਾ। ਹਰ ਵਾਰੀ ਰਾਕੇਸ਼ ਜਾਣ ਤੋਂ ਪਹਿਲਾਂ ਕਹਿੰਦੇ ਕਿ ਫਿਕਰ ਨਾ ਕਰ, ਸਭ ਠੀਕ ਹੋਏਗਾ, ਤੇ ਬਾਅਦ ਵਿੱਚ ਕਹਿੰਦੇ, ਵੇਖਿਆ ਤੂੰ ਫਜ਼ੂਲ ਫਿਕਰ ਕਰਦੀ ਰਹਿੰਦੀ ਹੈ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਟੈਸਟਾਂ 'ਚ ਕੁਝ ਨਹੀਂ ਨਿਕਲਣਾ। ਤੈਨੂੰ ਇਹ ਬਿਮਾਰੀ ਨਹੀਂ ਹੈ ਤੇ ਨਾ ਹੀ ਹੋਏਗੀ। ਫਜ਼ੂਲ ਖਿਆਲੀ ਘੋੜੇ ਦੌੜਾਉਣ ਦਾ ਤੇਰਾ ਤਰੀਕਾ ਗਲਤ ਹੈ ਤੇ ਤੈਨੂੰ ਭਵਿੱਖ ਵਿੱਚ ਵੀ ਇਹ ਤੰਗ ਹੀ ਕਰੇਗਾ। ਸਾਡੇ ਥੋੜੇ ਜਿਹੇ ਦੋਸਤਾਂ ਨੂੰ ਛੱਡ ਕੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਮੈਂ ਇਹ ਟੈਸਟ ਕਰਵਾਏ ਹੈ। ਕੁਝ ਨੂੰ ਪਤਾ ਸੀ ਕਿ ਮੇਰੇ ਫਾਈਬਰੋਸਿਸ ਹੈ ਤੇ ਮੈਂ ਕੁਝ ਮਹੀਨਿਆਂ ਤੋਂ ਵਿਟਾਮਿਨ ਈ ਲੈ ਰਹੀ ਹਾਂ। ਉਂਝ ਡਾਕਟਰ ਮਲਨ ਦਾ ਖਿਆਲ ਸੀ ਕਿ ਗੋਲੀਆਂ ਦਾ ਘੱਟ ਹੀ ਫਾਇਦਾ ਹੁੰਦਾ ਹੈ। ਜਦੋਂ ਵੀ ਮੈਂ ਟੈਸਟਾਂ ਲਈ ਜਾਂਦੀ ਤਾਂ ਰਿਪੋਰਟਾਂ, ਖਾਸ ਕਰ ਮੈਮੋਗ੍ਰਾਮ ਦੀਆਂ ਵੱਡੀਆਂ ਸ਼ੀਟਾਂ ਨੂੰ ਹਰੇਕ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੀ। ਮੈਨੂੰ ਇਹ ਚੰਗਾ ਨਹੀਂ ਲੱਗਦਾ ਸੀ ਕਿ ਕੋਈ ਇਹਨਾਂ ਰਿਪੋਰਟਾਂ ਨੂੰ ਵੇਖ ਕੇ ਆਪਣੀ ਪ੍ਰਤੀਕਿਰਿਆ ਦਿਖਾਵੇ। ਇੱਕ ਵਾਰੀ ਮੈਂ ਟੈਸਟ ਸਾਲ 'ਚ 2 ਵਾਰੀ ਵੀ ਕਰਵਾਏ, ਕਿਉਂਕਿ ਡਾਕਟਰ ਫਾਈਬਰੋਸਿਸ ਦਾ ਆਕਾਰ ਦੇਖਣਾ ਚਾਹੁੰਦੀ ਸੀ ਕਿ ਇਹ ਵੱਧ ਤਾਂ ਨਹੀਂ ਰਿਹਾ। ਮੇਰੀ ਸੱਜੀ ਛਾਤੀ ਖੱਬੀ ਨਾਲੋਂ ਭਾਰੀ ਸੀ, ਇਸ ਲਈ ਸਾਰੇ ਵੱਡੇ ਟੈਸਟ ਕਰਾਉਣੇ ਪੈਂਦੇ ਸੀ। ਫਿਰ ਮੈਂ ਜਦੋਂ 37 ਸਾਲ ਦੀ ਹੋਈ ਤਾਂ 2-3 ਸਾਲ ਬਾਅਦ ਟੈਸਟ ਕਰਾਉਣ ਲਈ ਕਿਹਾ ਗਿਆ। ਇਸ ਤਰ੍ਹਾਂ 40 ਤੇ ਪਹੁੰਚ ਕੇ ਮੈਂ 2-2.5 ਸਾਲ ਲਈ ਫਾਰਗ ਸੀ। ਇਸ ਤੋਂ ਇਲਾਵਾ ਹੁਣ FNAC ਕਰਨਾ ਵੀ ਬੰਦ ਕਰਤਾ ਸੀ। ਇਸ ਸਮੇਂ ਦੌਰਾਨ ਮੇਰਾ ਧਿਆਨ ਆਪਣੀਆਂ ਸਹੇਲੀਆਂ ਦੀਆਂ ਛਾਤੀਆਂ ਵੱਲ ਜਾਂਦਾ ਤਾਂ ਨਰਮ ਸਨ ਜਾਂ ਸਖਤ, ਦੋਵਾਂ ਪਾਸੇ ਦੇ ਸਾਈਜ਼ 'ਚ ਫਰਕ ਤਾਂ ਨਹੀਂ, ਕੋਈ ਗੰਢ ਤਾਂ ਨਹੀਂ ਕਿ ਨਿੱਪਲਾਂ ਦਾ ਰੰਗ ਵੱਖਰਾ ਹੈ, ਮਾਹਵਾਰੀ ਦੇ ਦੌਰਾਨ ਦਰਦ ਤਾਂ ਨਹੀਂ ਹੁੰਦਾ। ਫਿਰ ਜੇਕਰ ਸਖਤ ਹਨ ਜਾਂ ਕੋਈ ਗੰਢ ਤਾਂ ਇਹ ਸ਼ੁਰੂ ਤੋਂ ਹੈ ਜਾਂ ਪਿਛਲੇ ਸਾਲਾਂ 'ਚ ਬਣੀ ਹੈ। ਮੈਂ ਆਪਣੀਆਂ ਖਾਸ ਨਜ਼ਦੀਕੀ ਸਹੇਲੀਆਂ ਦੀਆਂ ਛਾਤੀਆਂ ਨੂੰ ਤਾਂ ਖੁਦ ਟੋਹ ਕੇ ਦੱਸਣ ਲੱਗ ਪਈ ਸੀ। ਬਦਲੇ 'ਚ ਮੈਂ ਉਹਨਾਂ ਤੋਂ ਆਪਣਾ ਚੈੱਕ ਕਰਾਉਂਦੀ ਤੇ ਫਰਕ ਪ੍ਰਤੀ ਉਹਨਾਂ ਦੀ ਪ੍ਰਤੀਕਿਰਿਆ ਵੇਖਦੀ। ਮੈਂ ਤਸੱਲੀ ਕਰਨਾ ਚਾਹੁੰਦੀ ਸੀ ਕਿ ਮੇਰੇ ਗੰਢਾਂ ਨਹੀਂ ਹਨ ਜਾਂ ਮਾਮੂਲੀ ਹਨ। ਮੈਂ ਖੁਦ ਨੂੰ ਹੌਸਲਾ ਦੇਣਾ ਚਾਹੁੰਦੀ ਸੀ, ਪਰ ਮੇਰੀਆਂ ਛਾਤੀਆਂ ਉਹਨਾਂ ਨੂੰ ਜ਼ਿਆਦਾ ਸਖਤ ਤੇ ਵੱਡੀਆਂ ਗੰਢਾਂ ਵਾਲੀਆਂ ਵੇਖ ਕੇ ਉਹਨਾਂ ਨੂੰ ਫਿਕਰ ਹੀ ਹੁੰਦਾ। ਮੈਂ ਹੁਣ ਸੰਜੋਲੀ ਵਿੱਚ ਵੀ ਇੱਕ ਪ੍ਰਾਈਵੇਟ ਕਲੀਨਿਕ ਲੱਭ ਲਿਆ ਸੀ, ਜਿਹਦੀ ਡਾਕਟਰ ਬਹੁਤ ਚੰਗੀ ਸੀ ਤੇ ਕਿਸਮਤ ਨਾਲ ਮੇਰੀਆਂ ਦੋਵੇਂ ਡਾਕਟਰ ਇੱਕ ਦੂਜੇ ਦੀਆਂ ਰਿਸ਼ਤੇਦਾਰ ਨਿਕਲੀਆਂ। CMC ਵਾਲੀ ਡਾਕਟਰ ਦੀ ਬੇਟੀ ਸੰਜੋਲੀ ਵਾਲੀ ਡਾਕਟਰ ਦੇ ਬੇਟੇ ਨੂੰ ਵਿਆਹੀ ਸੀ। ਸੰਜੋਲੀ ਵਾਲੀ ਡਾਕਟਰ ਵੀ ਖੂਬਸੂਰਤ ਤੇ ਫਿਕਰ ਘਟਾਉਣ ਵਾਲੀ ਸੀ।
ਇਸ ਲਈ ਮੈਮੋਗ੍ਰਾਮ ਤੋਂ ਪਹਿਲਾਂ ਸਾਲ 'ਚ ਇੱਕ ਵਾਰੀ ਮੈਂ ਉਹਦੇ ਕੋਲੋਂ ਚੈੱਕ ਕਰਵਾ ਲੈਂਦੀ ਸੀ। ਉਹਨੂੰ ਮੇਰੇ ਸਾਰੇ ਟੈਸਟਾਂ ਦੀ ਜਾਣਕਾਰੀ ਸੀ ਤੇ ਕਹਿੰਦੀ ਸੀ ਕਿ ਫਾਈਬਰੋਸਿਸ ਤੇ ਦੂਜੀ ਬਿਮਾਰੀ ਦਾ ਕੋਈ ਸੰਬੰਧ ਨਹੀਂ। ਦਸੰਬਰ 2007 'ਚ ਅਸੀਂ ਯੂਰਪ 'ਚ 1 ਸਾਲ ਲਗਾਉਣ ਤੇ ਬਾਅਦ ਵਾਪਸ ਆਏ ਤਾਂ ਰਾਕੇਸ਼ ਦੇ ਚਾਚਾ ਜੀ ਆਪਣੇ ਟੈਸਟ ਕਰਵਾਉਣ ਸ਼ਿਮਲਾ ਆਏ। ਉਹਨਾਂ ਦੇ ਟੈਸਟਾਂ 'ਚ ਪਤਾ ਲੱਗਾ ਕਿ ਤਿੱਲੀ ਦਾ ਕੈਂਸਰ ਆਖਰੀ ਪੜਾਅ ਤੇ ਹੈ ਤੇ ਉਹਨੇ ਦਿਨਾਂ 'ਚ ਮੈਂ ਜਦੋਂ ਕੋਈ ਚੀਜ਼ ਚੁੱਕਣ ਲਈ ਵੱਧਦੀ ਜਾਂ ਬਾਂਹ ਅੱਗੇ ਵਧਾਉਂਦੀ ਤਾਂ ਸੱਜੀ ਛਾਤੀ 'ਚ ਬਹੁਤ ਹੀ ਤਿੱਖਾ ਦਰਦ ਮਹਿਸੂਸ ਹੁੰਦਾ। 2 ਦਿਨ ਤਾਂ ਮੈਂ ਇਹਨੂੰ ਅਣਗੌਲਿਆ ਕੀਤਾ, ਗਰਮ ਪਾਣੀ ਦੀ ਟਕੋਰ ਕਰਦੀ ਰਹੀ। ਇਹ ਤੋਂ ਇਲਾਵਾ ਮੈਂ ਚਾਚਾ ਜੀ ਦੀ ਬਿਮਾਰੀ ਕਾਰਨ ਘਬਰਾਈ ਹੋਈ ਸੀ। ਚਾਚਾ ਜੀ ਤੇ ਚਾਚੀ ਜੀ ਨੂੰ ਅਸੀਂ ਬਿਮਾਰੀ ਬਾਰੇ ਕੁਝ ਨਹੀਂ ਸੀ ਦੱਸਿਆ। ਉਹਨਾਂ ਦੇ ਬੇਟੇ ਪੱਪੂ ਵੀਰ ਜੀ ਨੇ ਸਾਨੂੰ ਨਾ ਦੱਸਣ ਲਈ ਕਿਹਾ ਸੀ ਕਿਉਂਕਿ ਪਤਾ ਲੱਗਣ ਨਾਲ ਚਾਚਾ ਜੀ ਨੇ ਉਮੀਦ ਛੱਡ ਦੇਣੀ ਸੀ ਤੇ ਚਾਚੀ ਜੀ ਨੇ ਨਿਰਾਸ਼ਾ 'ਚ ਚਲੇ ਜਾਣਾ ਸੀ। ਇਸ ਤਰ੍ਹਾਂ ਜਿਹੜਾ ਸਮਾਂ ਡਾਕਟਰਾਂ ਨੇ ਉਹਨਾਂ ਦੀ ਜ਼ਿੰਦਗੀ ਦਾ ਦੱਸਿਆ ਉਹ ਬੇਕਾਰ ਚਲਾ ਜਾਏਗਾ। ਪੱਪੂ ਵੀਰ ਜੀ ਸਾਡੇ ਕਮਰੇ 'ਚ ਆ ਕੇ ਰੋਂਦੇ ਰਹਿੰਦੇ। ਰਾਕੇਸ਼ ਨੇ ਡਾਕਟਰ, ਹਸਪਤਾਲ ਤੇ ਟੈਸਟਾਂ ਵਾਲੇ ਬਾਹਰ ਦੇ ਕੰਮ ਸੰਭਾਲੇ ਹੋਏ ਸਨ ਤੇ ਮੈਂ ਘਰ ਦੇ ਅੰਦਰ ਉਹਨਾਂ ਨੂੰ ਸੰਭਾਲ ਰਹੀ ਸੀ। ਕਿਸੇ ਹੱਦ ਤੱਕ ਮੈਂ ਮੰਨਦੀ ਹਾਂ ਕਿ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਉਹਨਾਂ ਬਾਰੇ ਝੂਰਨ ਦਾ ਕੋਈ ਫਾਇਦਾ ਨਹੀਂ, ਪਰ ਕੀ ਕਿਸੇ ਵਿਅਕਤੀ, ਕੋਈ ਹੋਰ ਨਹੀਂ, ਤੁਹਾਡੇ ਭੈਣ, ਭਰਾ, ਪਤਨੀ, ਮਾਂ ਜੋ ਤੁਹਾਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੀ ਹੈ ਲਈ ਕੁਝ ਸਮਾਂ ਕੱਢਣਾ ਮੂਰਖਤਾ ਹੈ? ਇਹ ਵਿਅਕਤੀ ਤੁਹਾਡੀ ਰੋਜ਼ਾਨਾ ਦੀ ਹੋਂਦ ਦਾ, ਤੁਹਾਡੇ ਵੱਡੇ ਹੋਣ ਦਾ, ਤੁਹਾਡੇ ਹਰ ਦੁੱਖ ਸੁੱਖ ਦਾ ਹਿੱਸਾ ਰਿਹਾ। ਹੁਣ ਤੁਸੀਂ ਉਹਦੇ ਲਈ ਇਸ ਲਈ ਸਮਾਂ ਨਾ ਕੱਢੋ ਕਿ ਇਹਦਾ ਫਾਇਦਾ ਕੋਈ ਨਹੀਂ। ਇਸ ਤਰ੍ਹਾਂ ਸੋਚਣਾ ਮੈਨੂੰ ਕਦੀ ਠੀਕ ਨਹੀਂ ਲੱਗਿਆ। ਤੇ ਫਿਰ ਕੁਝ ਕੰਮ ਬਿਨਾਂ ਫਾਇਦੇ ਦੇ ਵੀ ਕੀਤੇ ਜਾਂਦੇ ਆ, ਜਾਂ ਚੁੱਕੇ ਜਾਂ ਜਾ ਰਹੇ ਵਿਅਕਤੀਆਂ ਲਈ ਕੁਝ ਸਮਾਂ ਗੁਜ਼ਾਰਨਾ ਗਲਤ ਤਾਂ ਨਹੀਂ। ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹਿ ਚੁੱਕੇ ਲੋਕਾਂ ਲਈ ਹੰਝੂ ਵਹਾਉਣਾ ਗਲਤ ਨਹੀਂ। ਅਜਿਹੀ ਭਾਵੁਕਤਾ ਨਾ ਹੋਵੇ ਤਾਂ ਇਨਸਾਨ ਹੋਣ ਦਾ ਕੀ ਫਾਇਦਾ? ਇਸ ਲਈ ਕਿਸੇ ਨੂੰ ਸਮਾਂ ਦੇਣ, ਕਿਸੇ ਲਈ ਸੋਚਣ ਜਾਂ ਰੋਣ ਨੂੰ ਫਾਇਦੇ ਜਾਂ ਨੁਕਸਾਨ ਦੀ ਤਕੜੀ 'ਚ ਨਹੀਂ ਤੋਲਿਆ ਜਾ ਸਕਦਾ। ਤੁਸੀਂ ਕਿੰਨੇ ਵੀ ਵੱਡੇ ਜਾਂ ਛੋਟੇ ਹੋਵੋ, ਕਿੰਨੇ ਵੀ ਰੁਝੇਵੇਂ ਹੋਣ, ਕਿਸੇ ਨੂੰ ਸਮਾਂ ਦੇਣਾ ਆਪਣੇ ਹਾਲਾਤ, ਆਪਣੇ ਲੋਕਾਂ ਲਈ ਇੱਕ ਸ਼ਰਧਾਂਜਲੀ ਹੈ। ਇਸੇ ਲਈ ਤੁਸੀਂ ਇਨਸਾਨ ਬਣਦੇ ਹੋ। ਤੁਹਾਨੂੰ ਮਨੁੱਖੀ ਜੀਵਨ ਦੀ ਅਸਥਿਰਤਾ ਦਾ ਅਹਿਸਾਸ ਹੁੰਦਾ ਹੈ। ਇਸ ਨਾਲ ਤੁਹਾਨੂੰ ਪਤਾ ਚੱਲਦਾ ਹੈ ਕਿ ਪਿਆਰ, ਦੋਸਤ, ਅਪਣਾਤੀ ਸਭ ਤੋਂ ਵੱਡੇ ਖਜ਼ਾਨੇ ਹੈ। ਹੁਣ ਮੁੜ ਮੈਂ ਆਪਣੀ ਛਾਤੀ ਦੇ ਦਰਦ ਦੀ ਗੱਲ ਕਰਾਂ ਤਾਂ ਇਹ ਦਰਦ ਹਲਕਾ ਜਿਹਾ ਦੂਜੇ ਪਾਸੇ ਵੀ ਸ਼ੁਰੂ ਹੋ ਗਿਆ, ਜਿਸ ਨਾਲ ਮੈਨੂੰ ਫਿਕਰ ਹੋ ਗਿਆ। ਹਸਪਤਾਲ 'ਚ ਕਿਸੇ ਨੂੰ ਮਿਲਣ ਦੇ ਬਹਾਨੇ ਮੈਂ ਰਾਕੇਸ਼ ਦੇ ਨਾਲ ਸੰਜੋਲੀ ਵਾਲੀ ਡਾਕਟਰ ਕੋਲ ਗਈ। ਉਹਨੇ ਪੂਰਾ ਚੈੱਕਅਪ ਕੀਤਾ, ਰਿਪੋਰਟਾਂ ਵੇਖੀਆਂ, ਅਲਟਰਾਸਾਊਂਡ ਕੀਤਾ ਤੇ ਦਰਦ ਵਾਲੀਆਂ ਗੋਲੀਆਂ ਦੇ ਦਿੱਤੀਆਂ। ਉਹਨੇ ਕਿਹਾ ਕਿ ਗਲਤ ਤਰੀਕੇ ਨਾਲ ਸੌਣ ਕਾਰਨ ਛਾਤੀ ਦਬ ਗਈ ਹੋਏਗੀ। 2 ਹਫ਼ਤੇ ਤੱਕ ਉਹਨੇ ਇਹਨੂੰ ਹੱਥ ਨਾ ਲਾਉਣ ਲਈ ਕਿਹਾ ਕਿਉਂਕਿ ਜ਼ਿਆਦਾ ਹਿਲਜੁਲ ਨਾਲ ਪੱਠਿਆਂ ਦਾ ਜ਼ਖਮ ਭਰਨ 'ਚ ਦੇਰੀ ਹੋ ਸਕਦੀ ਹੈ। ਜਦੋਂ ਚਾਚਾ ਜੀ 9 ਦਿਨਾਂ ਬਾਅਦ ਰਾਕੇਸ਼ ਤੇ ਪੱਪੂ ਵੀਰ ਜੀ ਦਾ ਸਹਾਰਾ ਲੈ ਕੇ ਸਾਡੇ ਘਰੋਂ ਗਏ ਤਾਂ ਮੈਨੂੰ ਰੱਜ ਕੇ ਆਸ਼ੀਰਵਾਦ ਦੇ ਰਹੇ ਸਨ ਤੇ ਕਿਹਾ ਕਿ ਉਹ ਠੀਕ ਹੋ ਕੇ ਦੁਬਾਰਾ ਆਉਣਗੇ। ਉਹਨਾਂ ਦੇ ਜਾਣ ਮਗਰੋਂ ਮੈਂ ਖੁੱਲ੍ਹ ਕੇ ਰੋਈ ਕਿਉਂਕਿ ਮੈਨੂੰ ਪਤਾ ਸੀ ਕਿ ਮੁੜ ਕੇ ਨਹੀਂ ਆਉਣਗੇ। ਉਹਨਾਂ ਨੇ ਮੈਨੂੰ 500 ਰੁਪਏ ਵੀ ਦਿੱਤੇ। ਮੈਂ ਨੋਟ ਫੜ ਕੇ ਚਾਚਾ ਜੀ ਦੀ ਭਾਵਨਾ ਬਾਰੇ ਸੋਚਦੀ ਰਹੀ ਤੇ ਫਿਰ ਮਾਤਾ ਜੀ ਨੂੰ ਸੰਭਾਲ ਕੇ ਰੱਖਣ ਲਈ ਦੇ ਦਿੱਤੇ। ਧੰਨਵਾਦ।